सब तुझ हमारी बरन सकै महिमा जो तिहारी। हम ना सकत कर सिफत तुम्हारी, आप हो तुम कथा सुधारी। हम ना सकत कर सिफत तुम्हारी, आप हो तुम कथा सुधारी। श्री वाहिगुरु जी। सवैया बाहरो रन मैं रिसकै 10 सै गज, ऐत तुरंग चमू हन डारी। दोए सत स्यंदन काट दए, बहु वीरन के बल कै असतारी। बाहरो रन मैं रिसकै 10 सै गज, ऐत तुरंग चमू हन डारी। वाहिगुरु जी का खालसा वाहिगुरु जी की फतेह। परम सन्मान जो गुरु की साजी नवाजी होई। गुरु खालसा साध संगत जी, सतगुਰਾਂ ਦੀ ਪਵਿੱਤਰ ਪਾਵਨ ਹਜ਼ੂਰੀ, ਗੁਰਦੁਆਰਾ ਖਾਲਸਾ ਛਾਉਣੀ, ਦਰ ਬਾਬਾ ਵਿਧੀ ਚੰਦ ਜੀ ਛੀਨਾ, ਗੁਰੂ ਕਾ ਸੀਨਾ, ਮਹਾਂਪੁਰਸ਼ਾਂ ਦੇ ਅਸਥਾਨ ਤੇ 6ਵੇਂ ਪਾਤਸ਼ਾਹ ਦੀਆਂ ਬਖਸ਼ਿਸ਼ਾਂ ਦੇ ਪਾਤਰ ਬਣ ਰਹੇ ਹਾਂ। ਸਤਿਗੁਰੂ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਹਾਜ਼ਰੀਆਂ ਭਰ ਕੇ ਸੋਧਾ ਰਹਿਰਾਸ ਸਾਹਿਬ ਦੇ ਪਾਠ, ਆਰਤੀ ਆਰਤੇ ਦੇ ਕੀਰਤਨ ਸਰਵਣ ਕੀਤੇ ਨੇ। ਸਤਿਕਾਰਯੋਗ ਸਾਧ ਸੰਗਤ ਜੀ, ਕੱਲ ਰੋਜ਼ ਤੋਂ ਮਹਾਂਪੁਰਸ਼ਾਂ ਦੇ ਹੁਕਮ ਅਨੁਸਾਰ ਜੋ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੀ ਸ਼ਾਹਕਾਰ ਰਚਨਾ ਹੈ, ਬਾ ਕਮਾਲ ਰਚਨਾ ਹੈ ਸਤਿਗੁਰੂ ਜੀ ਦੀ ਬਾਣੀ ਖੜਗ ਸਿੰਘ ਦਾ ਯੁੱਧ, ਇਹਦਾ ਪ੍ਰਕਰਣ ਕਥਾ ਵਿੱਚ ਆਰੰਭ ਹੋਇਆ ਹੈ। ਇਹ ਮਹਾਂਪ੍ਰਚੰਡ ਤੇਜਮਈ ਤੇਜਸਵੀ ਬਾਣੀ ਸਤਿਗੁਰੂ ਜੀ ਦੀ ਪੁਰਾਤਨ ਸਿੰਘ ਨਿਤਨੇਮ ਦੀ ਵੀ ਪੜ੍ਹਿਆ ਕਰਦੇ ਸਨ। ਜਿਹੜੇ ਮਹਾਬਲੀ ਯੋਧੇ 1.25 ਲੱਖ ਨਾਲ ਲੜਦੇ, ਧਰਮੀ ਯੋਧੇ ਬਾਬਾ ਦੀਪ ਸਿੰਘ ਜੀ ਵਰਗੇ ਮਹਾਂਪੁਰਸ਼, ਬਾਬਾ ਕਾਲੀ ਫੂਲਾ ਸਿੰਘ ਜੀ ਵਰਗੇ ਸੂਰਮੇ, ਬਾਬਾ ਹਨੂਮਾਨ ਸਿੰਘ ਜੀ ਜੈਸੇ ਯੋਧੇ, ਪੁਰਾਤਨ ਨਿਹੰਗ ਸਿੰਘ ਫੌਜਾਂ ਗੁਰੂ ਦੀਆਂ ਲਾਡਲੀਆਂ ਬਾਣੀ ਦੇ ਆਸਰੇ ਤੇ ਜਿਉਂਦੇ ਸਨ। ਜਿਹੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਹੈ, ਆਤਮਿਕ ਮੰਡਲ ਦੇ ਹੁਲਾਰੇ ਬਖਸ਼ਦੀ ਹੈ, ਪਰਮੇਸ਼ਰ ਦੇ ਸਾਖਸ਼ਾਤ ਅਕਾਲ ਪੁਰਖ ਦੇ ਸਰੂਪ ਦੇ ਦਰਸ਼ਨ ਕਰਾਉਂਦੀ ਹੈ। ਜਿਹੜੀ ਦਸਮ ਦੀ ਬਾਣੀ ਹੈ, ਇਹ ਖਾਲਸੇ ਨੂੰ ਪ੍ਰਚੰਡ ਸ਼ਕਤੀ ਬਖਸ਼ ਕੇ ਨਿਰਭੈ ਅਵਸਥਾ ਵਿੱਚ ਜੂਝਣ ਦਾ ਬਲ ਦਿੰਦੀ ਹੈ। ਕਿਉਂਕਿ ਸਤਿਗੁਰਾਂ ਦਾ ਖਾਲਸਾ ਸੰਤ ਵੀ ਹੈ, ਸਿਪਾਹੀ ਵੀ ਹੈ। ਪੁਰਾਤਨ ਸਿੰਘ ਜਦੋਂ ਨਿਤਨੇਮ ਬਾਣੀ ਪੜ੍ਹਦੇ ਸਨ, ਉਹਨਾਂ ਦੀ ਸੁਰਤ ਇਹੋ ਜਿਹੀ ਬਣ ਜਾਂਦੀ ਸੀ। ਇਸੇ ਸੁਰਤ ਦੇ ਨਾਲ ਉਹ ਨਿਰਭੈ ਹੋ ਕੇ ਵਿਚਰਦੇ ਸਨ। ਅਸੀਂ ਜੋ ਕੁਝ ਪੜ੍ਹਦੇ ਹਾਂ, ਜੋ ਕੁਝ ਸੁਣਦੇ ਹਾਂ, ਜੋ ਕੁਝ ਬੋਲਦੇ ਹਾਂ, ਜੋ ਕੁਝ ਦੇਖਦੇ ਹਾਂ, ਉਹਦਾ ਸਾਡੇ ਮਾਈਂਡ ਉੱਤੇ ਅਸਰ ਪੈਂਦਾ ਹੈ। ਜਿਨ੍ਹਾਂ ਨੇ ਗੰਦੇ ਗਾਣੇ ਸੁਣਨੇ ਹਨ, ਫਿਲਮਾਂ ਦੇਖਣੀਆਂ ਹਨ, ਉਹਨਾਂ ਦੇ ਦਿਮਾਗ ਉੱਦਾਂ ਦੇ ਹੋ ਜਾਂਦੇ ਹਨ। ਜਿਨ੍ਹਾਂ ਨੇ ਗੁਰੂ ਕੀ ਬਾਣੀ ਪੜ੍ਹਨੀ ਹੈ, ਉਹਨਾਂ ਦੀ ਬਿਰਤੀ ਬਾਣੀ ਵਾਲੀ ਹੋ ਜਾਂਦੀ ਹੈ। ਇਸੇ ਕਰਕੇ ਸਤਿਗੁਰੂ ਦਾ ਬਚਨ ਹੈ, ਮੇਰੇ ਮੋਹਨ ਸਰਵਣੀ ਇਹ ਨਾ ਸੁਣਾਏ, ਸਾਖਤ ਗੀਤ ਨਾਦ ਧੁਨ ਗਾਵਤ ਬੋਲਤ ਬੋਲ ਅਜਾਏ। ਇਹ ਮੇਰੇ ਵਾਹਿਗੁਰੂ, ਮੇਰੇ ਕੰਨਾਂ 'ਚ ਭੈੜੀ ਆਵਾਜ਼ ਨਾ ਪਾਵੀਂ। ਜਿਹੜੇ ਮਨਮੁਖ ਸਾਖਤ ਦੁਰਜਨ ਬੰਦੇ ਫੋਕੀਆਂ ਗੱਲਾਂ ਕਰਦੇ, ਨਿੰਦਾ ਚੁਗਲੀ ਕਰਦੇ, ਗੰਦੇ ਗਾਣੇ ਗਾਉਂਦੇ ਹਨ, ਉਹ ਸਾਡੇ ਕੰਨਾਂ 'ਚ ਨਾ ਪੈਣ, ਮਾੜੇ ਦ੍ਰਿਸ਼ ਸਾਡੀਆਂ ਅੱਖਾਂ ਦੇ ਸਾਹਮਣੇ ਨਾ ਆਉਣ, ਬਲਕਿ ਅਸੀਂ ਗੁਰੂ ਨੂੰ ਦੇਖੀਏ, ਗੁਰੂ ਨੂੰ ਸੁਣੀਏ। ਅੰਤਰ ਗੁਰ ਆਰਾਧਨਾ, ਜੇਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਵੇਖਣਾ, ਸਰਵਣੀ ਸੁਣਨਾ ਗੁਰ ਨਾਮ। ਅੱਖਾਂ ਨਾਲ ਮਹਾਰਾਜ ਦੇ ਦਰਸ਼ਨ ਕਰਨੇ, ਕੰਨਾਂ ਨਾਲ ਬਾਣੀ ਸੁਣਨੀ, ਰਸਨਾ ਨਾਲ ਬਾਣੀ ਪੜ੍ਹਨੀ, ਹੱਥਾਂ ਨਾਲ ਗੁਰੂ ਦੀ ਸੇਵਾ ਕਰਨੀ, ਪੈਰਾਂ ਕਰਕੇ ਗੁਰੂ ਘਰ ਚੱਲ ਕੇ ਜਾਣਾ, ਇਹ ਸਰੀਰ ਦੀ ਸਫਲਤਾ ਹੈ। ਸੋ ਆਪਾਂ ਸਾਰੇ ਗੁਰੂ ਦੇ ਪਿਆਰ ਵਿੱਚ ਬੈਠੇ ਹਾਂ। ਮਹਾਰਾਜ ਸਾਹਿਬ 10ਵੇਂ ਪਾਤਸ਼ਾਹ ਦੀ ਬਾਣੀ ਸਰਵਣ ਕਰ ਰਹੇ ਹਾਂ, ਕਿਉਂਕਿ ਪਹਿਲੀ ਵਾਰ ਕੋਈ ਸੁਣੀਏ ਨਾ ਤੇ ਸਮਝ ਘੱਟ ਆਉਂਦੀ ਹੈ। ਬਾਰ-ਬਾਰ ਰਿਪੀਟ ਕਰੀ ਜਾਈਏ, ਫਿਰ ਸਮਝ ਆਉਣ ਲੱਗ ਜਾਂਦੀ, ਪਤਾ ਲੱਗ ਜਾਂਦਾ।
ਦਸਮ ਜੀ ਦੀ ਬਾਣੀ ਦਾ ਪ੍ਰਚਾਰ ਦਲਾਂ ਪੰਥਾਂ ਤੋਂ ਇਲਾਵਾ ਬਾਹਰ ਬੜਾ ਘੱਟ ਹੋਇਆ ਹੈ। ਇਸ ਕਰਕੇ ਜਿਹੜੀਆਂ ਸੰਗਤਾਂ ਨੇ ਪਹਿਲੀ ਵਾਰ ਸੁਣਨਾ ਉਹਨਾਂ ਨੂੰ ਹੋ ਸਕਦਾ ਹੈ ਕੁਝ ਸਮਝ ਘੱਟ ਲੱਗੇ, ਪਰ ਜਿਹੜੇ ਇਹਦੇ ਨਾਲ ਜੁੜੇ ਰਹਿਣਗੇ ਗਾਂ ਨੂੰ ਉਹਨਾਂ ਦਾ ਅਨੁਭਵ ਵੱਧਦਾ ਜਾਏਗਾ। ਤੇ ਰੋਜ਼ ਮਹਾਰਾਜ ਕਹਿੰਦੇ ਇਹ ਬਾਣੀ 'ਚ ਵੀ ਬਚਨ ਹੈ, ਜਿਉਂ-ਜਿਉਂ ਉਹ ਵਧਾਈ ਹੈ ਤਿਉਂ-ਤਿਉਂ ਹਾਰ ਸਿਮਰਨ। ਜਿਉਂ-ਜਿਉਂ ਵਧਾਈ ਜਾਈਏ ਨਾ ਬਾਣੀ ਦਾ ਅਭਿਆਸ, ਤਿਉਂ-ਤਿਉਂ ਪਰਮੇਸ਼ਰ ਦੇ ਨਾਲ ਨੇੜਤਾ ਹੋ ਜਾਂਦੀ ਹੈ। ਸੋ ਇਹ ਅਕਾਲ ਪੁਰਖ ਦੀ ਲੀਲਾ ਜੁੱਧ ਦੀ ਬਚਿੱਤਰ ਨਾਟਕ ਵਿੱਚ ਮਹਾਰਾਜ ਲਿਖ ਰਹੇ ਨੇ। ਖੜਗ ਸਿੰਘ ਨਾਮ ਦਾ ਯੋਧਾ ਭਗਵਾਨ ਕ੍ਰਿਸ਼ਨ ਜੀ ਦੀਆਂ ਫੌਜਾਂ ਨੂੰ ਭਜਾ ਰਿਹਾ ਹੈ ਜੰਗ ਦੇ ਮੈਦਾਨ ਵਿੱਚ। ਬੜੇ ਬੜੇ ਸੂਰਮੇ ਕ੍ਰਿਸ਼ਨ ਜੀ ਨੇ ਭੇਜੇ, ਉਹਦੇ ਸਾਹਮਣੇ ਕੋਈ ਠਹਿਰ ਨਹੀਂ ਸਕਿਆ, ਮਾਰ ਮਾਰ ਕੇ ਸਥਾਰ ਲਾ ਦਿੱਤੇ। ਇੰਨੀ ਤਬਾਹੀ ਮਚਾਈ, ਇੰਨੀ ਭਿਅੰਕਰ ਇਹ ਯੁੱਧ ਹੋ ਰਿਹਾ ਹੈ, ਇਹਦਾ ਸਿਰਫ ਆਨੰਦ ਮਾਣਿਆ ਜਾ ਸਕਦਾ। ਇਹਦੀ ਆਲੋਚਨਾ ਨਹੀਂ ਕਰਨੀ ਵੀ ਇਕੱਲਾ ਬੰਦਾ ਇੰਨੇ ਲੱਖਾਂ ਨੂੰ ਕਿਵੇਂ ਮਾਰ ਦਿੰਦਾ ਹੈ, ਕੀ ਕਰਦਾ ਹੈ। ਵਾਹਿਗੁਰੂ ਦੇ ਰੰਗ ਹਨ, ਕੁਝ ਵੀ ਹੋ ਸਕਦਾ। ਪਰਮੇਸ਼ਰ ਕੀੜੀ ਤੋਂ ਹਾਥੀ ਨੂੰ ਮਰਵਾ ਸਕਦਾ ਹੈ। ਜਿਹੜੇ ਕੰਮ ਨਹੀਂ ਹੋ ਸਕਦੇ ਉਹ ਹੁੰਦੇ ਹਨ। ਪੁਰਾਤਨ ਸਿੰਘਾਂ ਤੋਂ ਲੈ ਕੇ ਅੱਜ ਤੱਕ ਇੱਦਾਂ ਦੀਆਂ ਬੜੀਆਂ ਮਿਸਾਲਾਂ ਹਨ। ਚਮਕੌਰ ਦੇ ਜੰਗ ਵਿੱਚ ਖਾਲਸੇ ਨੇ 40 ਸਿੰਘਾਂ ਨੇ ਲੱਖਾਂ ਦਾ ਮੁਕਾਬਲਾ ਕੀਤਾ, ਹਜ਼ਾਰਾਂ ਨੂੰ ਖਤਮ ਕੀਤਾ, ਤਬਾਹੀਆਂ ਮਚਾ ਦਿੱਤੀਆਂ। ਸਾਰਾ ਗੜ੍ਹੀ ਦਾ ਜੰਗ ਸਾਡੇ ਥੋੜੇ ਸਮੇਂ ਪਹਿਲਾਂ ਹੋਇਆ, ਉਦੋਂ ਵੀ 21 ਸਿੰਘਾਂ ਨੇ ਸਾਧ ਸੰਗਤ ਜੀ ਹਜ਼ਾਰਾਂ ਪਠਾਨ ਮਾਰ ਮੁਕਾਏ ਸਨ। ਉਹਦੇ ਉੱਤੇ ਤਾਂ ਹੁਣ ਫਿਲਮਾਂ ਵੀ ਬਣ ਚੁੱਕੀਆਂ, ਸੀਰੀਅਲ ਬਣ ਚੁੱਕੇ ਆ, ਦੇਖਦੇ ਇਤਿਹਾਸ ਅੰਗਰੇਜ਼ ਵੀ ਮੰਨਦੇ ਇਸ ਗੱਲ ਨੂੰ। ਤੇ ਅੱਜ ਤੱਕ 1984 ਵਿੱਚ ਵੀ ਥੋੜੇ ਜਿਹੇ ਸਿੰਘਾਂ ਨੇ ਲੱਖਾਂ ਫੌਜਾਂ ਦਾ ਮੁਕਾਬਲਾ ਕੀਤਾ ਸਾਡੇ ਸਾਹਮਣੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ। ਇਸ ਤਰ੍ਹਾਂ ਇਹ ਗੁਰੂ ਦੀ ਬਾਣੀ ਦੀ ਸ਼ਕਤੀ ਹੈ, ਇਹਦੇ ਤੇ ਸ਼ੰਕਾ ਨਹੀਂ ਕਰਨਾ। ਯੁੱਧ ਦੇ ਮੈਦਾਨ ਵਿੱਚ ਇਦਾਂ ਹੀ ਹੁੰਦਾ ਹੈ। ਸਰਵਣ ਕਰੀਏ ਪ੍ਰੇਮ ਨਾਲ, ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਬਾਹਰੋ ਰਨ ਮੈਂ ਰਿਸਕੈ 10 ਸਹਿ ਗਜ। ਸਾਧ ਸੰਗਤ ਜੀ ਫਿਰ ਖੜਗ ਸਿੰਘ ਨੇ ਗੁੱਸੇ ਵਿੱਚ ਆ ਕੇ 1000 ਹਾਥੀ ਮਾਰ ਦਿੱਤਾ ਹੈ। ਐਤ ਤੁਰੰਗ ਚਮੂ ਹਨ ਡਾਰੀ, ਯਾਨੀ ਗਜ ਸੈਨਾ ਜਿਹੜੀ ਹਾਥੀਆਂ ਦੇ ਸਵਾਰ ਸੀ ਉਹ 1000, ਤੇ ਜਿਹੜੀ ਦੂਸਰੀ ਘੋੜਿਆਂ ਦੇ ਸਵਾਰ ਵਾਲੀ ਫੌਜ ਸੀ ਤੁਰੰਗ ਸੈਨਾ, ਘੋੜ ਸਵਾਰ ਸੈਨਾ, ਉਹ 10,000। ਐਤ ਕਹਿੰਦੇ ਨੇ 10,000 ਨੂੰ, 10,000 ਘੋੜ ਸਵਾਰ ਮਾਰ ਦਿੱਤੇ ਹਨ। 207 ਸਿਆੰਦਨ ਕਾਟ ਦਏ, ਔਰ 200 ਰੱਥ ਜਿਹੜੇ ਨੇ ਚਕਨਾ ਚੂਰ ਕਰ ਦਿੱਤੇ ਨੇ, ਤਬਾਹ ਕਰ ਦਿੱਤੇ ਨੇ, ਤੋੜ ਸੁੱਟੇ ਨੇ ਤੀਰਾਂ ਨਾਲ ਹੀ। ਬਹੁ ਵੀਰ ਹਨੇ ਬਲ ਕੈ ਅਸਤਾਰੀ, ਔਰ ਬੜੇ ਬੜੇ ਯੋਧੇ ਮਾਰ ਦਿੱਤੇ ਨੇ ਬਲ ਕਰਕੇ ਤੇਗ ਦੇ ਨਾਲ ਹੀ। 20,000 ਪਦਾਂਤ ਹਨੇ, ਔਰ 20,000 ਪੈਦਲ ਸੈਨਾ ਮਾਰ ਦਿੱਤੀ ਹੈ। ਰੁਮ ਸੇ ਗਿਰ ਹੈ ਰਨ ਭੂਮ ਮਝਾਰੀ, ਉਹ ਬੜੇ ਬੜੇ ਯੋਧੇ ਦਰਖਤਾਂ ਵਰਗੇ ਲੰਮੇ ਉੱਚੇ, ਪੁਰਾਤਨ ਸਮੇਂ 'ਚ ਬੜੇ ਬੜੇ ਜਵਾਨ ਹੁੰਦੇ ਸਨ। ਕਹਿੰਦੇ ਉਹਨਾਂ ਬਲੀਆਂ ਯੋਧਿਆਂ ਨੂੰ ਵੱਢ ਏਦਾਂ ਸੁੱਟਿਆ ਜਿਵੇਂ ਆਰੀ ਦੇ ਨਾਲ ਤਰਖਾਣ ਦਰਖਤਾਂ ਨੂੰ ਵੱਢ ਕੇ ਸੁੱਟਦਾ। ਹਾਂਜੀ, ਮਾਨੋ ਹਨੂ ਰਿਸ ਰਾਵਨ ਬਾਗ ਕੀ, ਐਡੇ ਐਡੇ ਯੋਧੇ ਧਰਤੀ ਤੇ ਡਿੱਗੇ ਨੇ। ਏਦਾਂ ਲੱਗਦਾ ਮੰਨ ਲਓ ਕਹਿੰਦੇ ਜਿਵੇਂ ਹਨੂਮਾਨ ਨੇ ਗੁੱਸੇ 'ਚ ਆ ਕੇ ਰਾਵਣ ਦੀ ਅਸ਼ੋਕ ਬਾਟਕਾ ਉਜਾੜ ਦਿੱਤੀ ਸੀ। ਦਾਦੀ ਲੈ ਲੰਕਾ ਗੜ੍ਹ, ਉਪਾੜੀ ਲੈ ਰਾਵਣ ਬਣ। ਇਹ 10ਵੇਂ ਪਾਤਸ਼ਾਹ ਨੇ ਤਾਂ ਲਿਖੀ ਮਿਸਾਲ ਗੁਰੂ ਗ੍ਰੰਥ ਸਾਹਿਬ 'ਚ ਵੀ ਆਉਂਦੀ। ਅੱਜ ਕੱਲ੍ਹ ਕਈ ਕਹਿੰਦੇ ਜੀ ਇਹ ਹਨੂਮਾਨ ਦਾ ਨਾਂ ਕਿਉਂ ਆਉਂਦਾ। ਹੁਣ ਦੱਸੋ ਸਾਧ ਸੰਗਤ ਜੀ, ਜਿਹੜਾ ਗੁਰੂ ਗ੍ਰੰਥ ਸਾਹਿਬ 'ਚ ਨਾਮ ਆਇਆ ਉਹਨੂੰ ਕਿਵੇਂ ਕੱਢ ਦਈਏ। ਗੁਰੂ ਗ੍ਰੰਥ ਸਾਹਿਬ ਵਿੱਚ ਬਚਨ ਹੈ, ਦਾਦੀ ਲੈ ਲੰਕਾ ਗੜ੍ਹ, ਲੰਕਾ ਦਾ ਕਿਲਾ ਸਾੜ ਦਿੱਤਾ, ਉਪਾੜੀ ਲੈ ਰਾਵਣ ਬਣ। ਕਿ ਰਾਵਣ ਦਾ ਬਣ ਜੰਗਲ ਉਜਾੜ ਕੇ ਪੱਟ ਕੇ ਦਰਖਤ ਜੜ੍ਹਾਂ ਤੋਂ ਹੀ ਸੁੱਟ ਦਿੱਤੇ ਹਨੂਮਾਨ ਨੇ। ਮੂਲ ਹੂਤੇ ਜਰ ਮੇਖ ਉਖਾਰੀ, ਕਹਿੰਦੇ ਜਿਵੇਂ ਹਨੂਮਾਨ ਨੇ ਜੜ੍ਹਾਂ ਤੋਂ ਪੱਟ ਕੇ ਦਰਖਤ ਸੁੱਟੇ ਸਨ ਨਾ ਵੱਡੇ ਵੱਡੇ, ਏਦਾਂ ਖੜਗ ਸਿੰਘ ਵੱਡੇ ਵੱਡੇ ਯੋਧਿਆਂ ਨੂੰ ਵੱਢ ਸੁੱਟੀ ਜਾਂਦਾ ਹੈ, ਪੁੱਟ ਸੁੱਟੀ ਜਾਂਦਾ ਹੈ। ਸਵਈਆ
ਰਾਸ਼ਸ ਅਬਰ ਹੋਤੋ ਹਰ ਕੀ ਦੇਸ। ਇੱਕ ਅਬਰ ਨਾਮ ਦਾ ਰਾਖਸ਼ ਸੀਗਾ ਭਗਵਾਨ ਕ੍ਰਿਸ਼ਨ ਜੀ ਦੀ ਫੌਜ ਵਿੱਚ। ਕ੍ਰਿਸ਼ਨ ਜੀ ਦਾ ਯੋਧਾ ਸੀ, ਉਹਦਾ ਨਾਮ ਸੀ ਅਬਰ। ਅਬਰ ਨਾਮ ਦਾ ਉਹਦਾ ਨਾਂ ਸੀ ਤੇ ਹੈ ਸੀ ਉਹ ਰਾਖਸ਼ ਕੁਲ ਵਿੱਚੋਂ। ਹਾਂਜੀ, ਸੋ ਬਲ ਕੈ ਨ੍ਰਿਪ ਉਪਰ ਧਾਇਓ। ਕ੍ਰਿਸ਼ਨ ਜੀ ਨੇ ਉਹਨੂੰ ਥਾਪੀ ਦਿੱਤੀ। ਉਹ ਗੁੱਸੇ 'ਚ ਆ ਕੇ ਨਾ ਖੜਗ ਸਿੰਘ ਵੱਲ ਦੌੜਿਆ ਹੈ। ਹਾਂਜੀ, ਸ਼ਸਤਰ ਸੰਭਾਰ ਸਭੈ ਆਪਣੇ ਸਾਰੇ ਸ਼ਸਤਰ ਲੈ ਕੇ ਅਬਰ ਰਾਖਸ਼, ਬੜਾ ਭਿਆਨਕ ਉਹਦਾ ਰੂਪ, ਕਾਲਾ ਜਿਹਾ ਰੰਗ, ਅੱਖਾਂ ਉਹਦੀਆਂ ਲਾਲ ਸੁਰਖ ਤੇ ਲੰਮੇ ਲੰਮੇ ਉਹਦੇ ਦੰਦ ਤੇ ਬੜੀ ਡਰਾਉਣੀ ਸ਼ਕਲ, ਬੜੇ ਭਿਆਨਕ ਸ਼ਸਤਰ ਫੜ ਕੇ ਨਾ ਉਹ ਖੜਗ ਸਿੰਘ ਦੇ ਉੱਤੇ ਆਇਆ ਜੰਗ ਕਰਨ ਲਈ। ਹਾਂਜੀ, ਚਪਲ ਆ ਸੰਭਲੈ ਅਤ ਕੋਪ ਵਢਾਇਓ। ਕਹਿੰਦੇ ਬਿਜਲੀ ਵਰਗੀ ਲਿਸ਼ਕਦੀ ਤਲਵਾਰ ਉਹਦੇ ਹੱਥ ਵਿੱਚ ਹੈ ਤੇ ਉਹ ਖੜਗ ਸਿੰਘ ਨੂੰ ਮਾਰਨ ਆਇਆ। ਹਾਂਜੀ, ਗਾਜਤ ਹੀ ਬਰਖਿਓ ਬਰਖਾ ਸਾਰ। ਔਰ ਜਦੋਂ ਉਹ ਗੱਜਿਆ ਨਾ, ਕਹਿੰਦੇ ਤੀਰਾਂ ਦੀ ਉਹਨੇ ਮੀਂਹ ਵਰਾ ਦਿੱਤਾ। ਉਹਦੀ ਫੌਜ ਨੇ, ਰਾਖਸ਼ਾਂ ਨੇ ਇੰਨੇ ਤੀਰ ਚਲਾ ਦਿੱਤੇ, ਹਜ਼ਾਰਾਂ ਹੀ ਤੀਰ ਚੱਲ ਗਏ। ਜਿਵੇਂ ਆਕਾਸ਼ ਚੋਂ ਬੱਦਲ ਵਸਦਾ ਹੋਵੇ ਨਾ, ਕਣੀਆਂ ਪੈਂਦੀਆਂ, ਏਦਾਂ ਤੀਰ ਵਸਦੇ ਆ। ਹਾਂਜੀ, ਸਿਆਮ ਕਬੀਸਰ ਯੋਗਨ ਗਾਇਓ। ਸ਼ਿਆਮ ਕਵੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਉਹਦੇ ਗੁਣ ਗਾ ਰਹੇ ਹਨ। ਕਹਿੰਦੇ ਮੈਂ ਏਦਾਂ ਬਿਆਨ ਕਰਦਾ, ਮੈਨੂੰ ਕਿਉਂ ਲੱਗਦਾ ਹੈ। ਮਨ ਹੁ ਗੋਪਨ ਕੇ ਗਨ ਪੈ। ਕਹਿੰਦੇ ਇੰਜ ਲੱਗਦਾ, ਇੰਜ ਤੀਰ ਵਸ ਰਹੇ ਨੇ ਜਿਵੇਂ ਗਵਾਲਿਆਂ ਦੇ ਉੱਤੇ ਅਤ ਕੋਪ ਕੀਏ ਮਗਵਾ ਚੜ ਆਇਓ। ਇੱਕ ਵਾਰੀ ਗੁੱਸਾ ਖਾ ਕੇ ਇੰਦਰ ਚੜ ਆਇਆ। ਇਹ ਕਥਾ ਪਹਿਲਾਂ ਕ੍ਰਿਸ਼ਨ ਅਵਤਾਰ 'ਚ ਆ ਚੁੱਕੀ ਹੈ। ਕ੍ਰਿਸ਼ਨ ਜੀ ਛੋਟੇ ਹੀ ਸਨ ਤੇ ਕ੍ਰਿਸ਼ਨ ਜੀ ਦੇ ਪਿਤਾ ਜੀ ਇੰਦਰ ਦੀ ਪੂਜਾ ਦੀ ਤਿਆਰੀ ਕਰ ਰਹੇ ਸਨ। ਕ੍ਰਿਸ਼ਨ ਜੀ ਨੇ ਪਿਤਾ ਨੂੰ ਆਖਿਆ, ਪਿਤਾ ਜੀ ਇੰਦਰ ਦੀ ਪੂਜਾ ਕਿਉਂ ਕਰਦੇ ਹੋ? ਕਹਿਣ ਲੱਗਾ, ਪੁੱਤਰ ਇੰਦਰ ਮੀਂਹ ਪਾਉਂਦਾ ਹੈ, ਉਹਦੇ ਨਾਲ ਘਾਹ ਹੁੰਦਾ ਹੈ, ਫਸਲਾਂ ਹੁੰਦੀਆਂ ਨੇ ਤੇ ਪੱਠੇ ਹੁੰਦੇ ਨੇ। ਸਾਡੀਆਂ ਗਊਆਂ ਘਾਹ ਚੁਗਦੀਆਂ ਨੇ, ਪੱਠੇ ਖਾਂਦੀਆਂ ਨੇ ਤੇ ਫਿਰ ਉਹ ਦੁੱਧ ਦਿੰਦੀਆਂ ਨੇ ਤੇ ਉਹਦੇ ਨਾਲ ਸਾਡਾ ਗੁਜ਼ਾਰਾ ਚੱਲਦਾ। ਇਸ ਕਰਕੇ ਇੰਦਰ ਦੀ ਪੂਜਾ ਕਰਨੀ ਪੈਂਦੀ। ਕ੍ਰਿਸ਼ਨ ਜੀ ਕਹਿੰਦੇ ਇੰਦਰ ਦੀ ਪੂਜਾ ਨਹੀਂ ਕਰਨੀ, ਤੁਸੀਂ ਪੂਜਾ ਇੰਦਰ ਦੀ ਕਿਉਂ ਕਰੋ? ਬੰਦ ਕਰ ਦਿਓ, ਕਿਸੇ ਇੰਦਰ ਦੀ ਪੂਜਾ ਨਹੀਂ ਕਰ। ਉਹ ਵਿਚਾਰੇ ਭੋਲੇ ਸੀਗੇ, ਅਨਪੜ੍ਹ ਬੰਦੇ ਸੀ। ਕਹਿਣ ਲੱਗੇ ਜੇ ਇੰਦਰ ਦੀ ਪੂਜਾ ਨਹੀਂ ਕਰਨੀ ਫਿਰ ਕਿਹਦੀ ਪੂਜਾ ਕਰੀਏ? ਹੁਣ ਕ੍ਰਿਸ਼ਨ ਜੀ ਨੇ ਸੋਚਿਆ ਵੀ ਇੰਦਰ ਦੀ ਪੂਜਾ ਛਡਾਣੀ ਪੈਣੀ ਹੈ। ਕਿਵੇਂ ਛਡਾਈਏ? ਕੁਛ ਤਾਂ ਇਹਨਾਂ ਨੂੰ ਦੱਸਣਾ ਪੈਣਾ। ਉਹ ਕਹਿੰਦੇ ਚਲੋ ਆ ਗੋਵਰਧਨ ਪਰਬਤ ਹੈ, ਉਹ ਪਹਾੜ ਦਾ ਨਾਮ ਹੈ ਗੋਵਰਧਨ, ਇਹਦੇ ਉੱਤੇ ਸਾਡੀਆਂ ਗਾਵਾਂ ਚੁਗਦੀਆਂ ਨੇ, ਇੱਥੇ ਘਾਹ ਪੱਠਾ ਮਿਲਦਾ, ਇਹਦੀ ਪੂਜਾ ਕਰ ਲਓ। ਉਹ ਗੋਵਰਧਨ ਦੀ ਪੂਜਾ ਕਰਨ ਲੱਗ ਪਏ ਸਾਰੇ ਗਵਾਲੇ। ਇੰਦਰ ਨੂੰ ਬੜਾ ਗੁੱਸਾ ਚੜਿਆ। ਉਹਨੇ ਆਪਣੇ 96 ਕਰੋੜ ਜਿਹੜੇ ਬਾਣੀ ਚਾਹੁੰਦਾ ਨਾ, 96 ਕਰੋੜੀ ਮੇਘਮਾਲਾ ਪਾਣੀ ਹਾਰੀ। ਉਹਨੇ ਆਪਣੇ ਬੱਦਲਾਂ ਨੂੰ, 96 ਕਰੋੜ ਬੱਦਲਾਂ ਨੂੰ ਹੁਕਮ ਦਿੱਤਾ ਵੀ ਸਾਰੇ ਇਕੱਠੇ ਹੋ ਕੇ ਬ੍ਰਿਜ ਭੂਮੀ ਦੇ ਉੱਤੇ ਵਸੋ, ਇਹਨਾਂ ਗਵਾਲਿਆਂ ਨੂੰ ਰੋੜ ਦਿਓ, ਇੰਨਾ ਹੜ ਲਿਆਓ ਪਾਣੀ ਦਾ। ਕਹਿੰਦੇ ਉਹ ਸਾਰੇ ਬੱਦਲ ਆ ਕੇ ਇੰਦਰ ਦੀ ਫੌਜ ਜਿਹੜੀ ਹੈ ਨਾ, ਉਹ ਮੀਂਹ ਵਰਾਉਣ ਲੱਗ ਪਈ ਤੇ ਗਵਾਲੇ ਡੁੱਬਣ ਲੱਗੇ, ਰੁੜਨ ਲੱਗੇ। ਤੇ ਉਹਨਾਂ ਨੇ ਆਖਿਆ ਵੀ ਕ੍ਰਿਸ਼ਨ ਜੀ ਹੁਣ ਸਾਡੀ ਸਹਾਇਤਾ ਕਰੋ, ਇੰਦਰ ਸਾਡੇ ਮਗਰ ਪੈ ਗਿਆ, ਅਸੀਂ ਤਾਂ ਤੁਹਾਡੇ ਆਖੇ ਲੱਗ ਕੇ ਉਹਦੀ ਪੂਜਾ ਨਹੀਂ ਕੀਤੀ। ਫਿਰ ਕ੍ਰਿਸ਼ਨ ਜੀ ਨੇ ਉਂਗਲ ਦੇ ਉੱਤੇ ਪਹਾੜ ਚੁੱਕਿਆ ਸੀ, ਗੋਵਰਧਨ ਪਰਬਤ, ਉਹ ਆਪਣੀ ਉਂਗਲ ਤੇ ਚੱਕ ਕੇ ਤੇ ਛਤਰੀ ਕਰ ਦਿੱਤੀ ਸੀ ਤੇ ਗਵਾਲਿਆਂ ਨੂੰ ਬਚਾਇਆ ਸੀ। ਗੁਰਬਾਣੀ ਵਿੱਚ ਵੀ ਗੋਵਰਧਨ ਧਾਰੀ ਮੁਰਲੀ ਮਨੋਹਰ ਹਰ ਰੰਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਆਉਂਦਾ। ਇਸੇ ਐਗਜ਼ੈਂਪਲ ਸੱਚੇ ਪਾਤਸ਼ਾਹ ਉਦਾਹਰਣ ਦੇ ਰਹੇ ਨੇ। ਕਹਿੰਦੇ ਜਿਵੇਂ ਇੰਦਰ ਨੇ ਗਵਾਲਿਆਂ ਦੇ ਉੱਤੇ ਮੀਂਹ ਦੀ ਵਰਖਾ ਕੀਤੀ ਸੀ, ਅਬਰ ਰਾਖਸ਼ ਨੇ ਖੜਗ ਸਿੰਘ ਤੇ ਤੀਰਾਂ ਦੀ ਵਰਖਾ ਇਉਂ ਕੀਤੀ ਹੈ। ਹਾਂਜੀ, ਦੈਂਤ ਚਮੂ ਘਨ ਜਿਉ ਉਮਦੀ। ਕਹਿੰਦੇ ਦੈਂਤਾਂ ਦੀ ਫੌਜ ਬੱਦਲ ਦੀ ਤਰ੍ਹਾਂ ਚੜ ਕੇ ਆ ਗਈ ਹੈ। ਮਨ ਮੈਂ ਨਾ ਕਛੂ ਨ੍ਰਿਪ ਹੂੰ ਡਰ ਕੀਨੋ। ਪਰ ਰਾਜੇ ਖੜਗ ਸਿੰਘ ਨੇ ਉਹਨਾਂ ਦੀ ਫੌਜ ਨੂੰ ਵੇਖ ਕੇ ਕੋਈ ਮਨ 'ਚ ਡਰ ਨਹੀਂ ਕੀਤਾ। ਖੜਗ ਸਿੰਘ ਦੇ ਸਾਹਮਣੇ ਹਜ਼ਾਰਾਂ ਕਾਲੇ ਪੀਲੇ ਰਾਖਸ਼ ਆ ਗਏ ਨੇ, ਬੜੇ ਡਰਾਉਣੀਆਂ ਸ਼ਕਲਾਂ ਵਾਲੇ, ਜਿਨ੍ਹਾਂ ਨੂੰ ਦੇਖ ਕੇ ਵੱਡੇ ਵੱਡਿਆਂ ਦਾ ਦਿਲ ਦਹਿਲ ਜਾਵੇ। ਪਰ ਰਾਜਾ ਖੜਗ ਸਿੰਘ ਕਿੱਡਾ ਦਲੇਰ ਹੈ, ਉਹਨੇ ਪਰਵਾਹ ਹੀ ਨਹੀਂ ਮੰਨੀ, ਕਹਿੰਦਾ ਆ ਜਾਓ ਆ ਜਾਓ। ਕਹਿੰਦਾ ਹਾਂਜੀ, ਉਹ ਵਢਾਏ ਘਨੋ ਚਿਤ ਮੈਂ। ਬੜਾ ਮਨ 'ਚ ਗੁੱਸਾ ਖਾ ਕੇ ਧਨ ਬਾਣ ਸੰਭਾਲ ਭਲੇ ਕਰ ਲੀਨੋ। ਮਹਾਰਾਜਾ ਖੜਗ ਸਿੰਘ ਨੇ ਪੱਥੇ 'ਚੋਂ ਤੀਰ ਕੱਢੇ
ਤੇ ਚਿੱਲੇ ਚਾੜ ਚਾੜ ਕੇ ਛੱਡਣੇ ਸ਼ੁਰੂ ਕਰ ਦਿੱਤੇ। ਖੈਚ ਕੇ ਕਾਨ ਪਰਮਾਨ ਕਮਾਨ, ਕੰਨਾਂ ਤਾਈਂ ਖਿੱਚ ਖਿੱਚ ਕੇ ਤੀਰ ਮਾਰਦਾ ਮਹਾਰਾਜਾ ਖੜਗ ਸਿੰਘ। ਸੋ ਛੇਦ ਹਿਰਦਾ ਸਰਸੋਂ ਅਰਦੀਨੇ, ਖੜਗ ਸਿੰਘ ਦੇ ਤੀਰ ਜਾ ਕੇ ਰਾਖਸ਼ਾਂ ਦੀਆਂ ਛਾਤੀਆਂ ਚੀਰਦੇ ਜਾਂਦੇ ਆ। ਹਾਂਜੀ, ਮਨ ਹੋ ਬਾਂਬੀ ਮੈਂ ਸਾਪ ਧਸਿਓ, ਉਹਦੇ ਤੀਰ ਦੁਸ਼ਮਣ ਦੀ ਛਾਤੀ 'ਚ ਇਉਂ ਧੱਸਦੇ ਆ ਜਿਵੇਂ ਉੱਡਣਾ ਸੱਪ ਖੁੱਡ ਵਿੱਚ ਧੱਸ ਜਾਂਦਾ ਹੋਵੇ। ਬੜੀ ਫੁਰਤੀ ਨਾਲ ਸੱਪ ਕਈ ਬਹੁਤ ਫੁਰਤੀਲੇ ਹੁੰਦੇ ਆ, ਅੱਖ ਨਹੀਂ ਫਰਕਣ ਦਿੰਦੇ, ਖੁੱਡ ਵਿੱਚ ਧੱਸ ਜਾਂਦੇ। ਜਿਵੇਂ ਸੱਪ ਖੁੱਡ 'ਚ ਧੱਸ ਜਾਂਦਾ, ਕਹਿੰਦਾ ਇਉਂ ਉੱਡਣੇ ਸੱਪਾਂ ਵਰਗੇ ਤੀਰ ਖੜਗ ਸਿੰਘ ਦੇ ਰਾਖਸ਼ਾਂ ਦੀਆਂ ਛਾਤੀਆਂ 'ਚ ਧੱਸ ਗਏ। ਕਬ ਨੇ ਜਸ ਤਾ ਛਬ ਕੋ ਇਮ ਚੀਨੋ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਕਲਗੀਧਰ ਕਹਿੰਦੇ ਮੈਨੂੰ ਇਉਂ ਸੋਭਾ ਜਚੀ ਹੈ ਵੀ ਤੀਰ ਇਉਂ ਖੁੱਭਦੇ ਸਨ, ਜਾ ਕੇ ਰਾਖਸ਼ਾਂ ਦੀਆਂ ਛਾਤੀਆਂ 'ਚ ਇਉਂ ਧੱਸਦੇ ਸਨ ਜਿਵੇਂ ਖੁੱਡਾਂ 'ਚ ਸੱਪ ਵੜਦੇ ਨੇ। ਸਵਈਆ ਬਾਨਨ ਸੰਗ ਸੁਮਾਰ ਕੇ ਸਤਰਨ, ਉਹਨੇ ਖੜਗ ਸਿੰਘ ਨੇ ਤੀਰਾਂ ਦੇ ਨਾਲ ਆਪਣੇ ਵੈਰੀ ਮਾਰ ਸੁੱਟੇ ਰਾਖਸ਼। ਰਾਮ ਭਨੇ ਅਸ ਸੋ ਪੁਨ ਮਾਰਿਓ, ਸਤਿਗੁਰੂ ਜੀ ਕਹਿੰਦੇ ਫਿਰ ਤਲਵਾਰ ਦੇ ਨਾਲ ਵੀ ਉਹਨੇ ਵੱਢੇ ਹਨ, ਤੀਰਾਂ ਨਾਲ ਵੀ ਮਾਰੇ ਆ। ਜੇ ਕੋਈ ਨੇੜੇ ਆਉਂਦਾ ਸੀ ਤੇਗ ਨਾਲ ਛੰਡ ਦਿੰਦਾ ਸੀ ਉਹ। ਹਾਂਜੀ, ਸਰਾਉਨ ਸਮੂਹ ਪਰਿਓ ਤਿਹ ਤੇ, ਉਹ ਉਥੇ ਰਾਖਸ਼ਾਂ ਦੇ ਸਰੀਰ ਦੇ ਵਿੱਚੋਂ ਲਹੂ ਦੇ ਪਰਨਾਲੇ ਵਗ ਵਗ ਕੇ ਧਰਤੀ ਤੇ ਵਗਣ ਲੱਗੇ ਸਨ। ਪ੍ਰਾਨ ਬਿਨਾ ਕਰ ਭੂ ਪਰ ਡਾਰਿਓ, ਔਰ ਪ੍ਰਾਣਾ ਤੋਂ ਬਿਨਾ ਕਰਕੇ ਰਾਖਸ਼ ਅਬਰ ਦੇ ਫੌਜੀਆਂ ਨੂੰ ਧਰਤੀ ਤੇ ਸੁੱਟੀ ਜਾਂਦਾ ਸੀ। ਤਾ ਸ਼ਬ ਕੀ ਉਪਮਾ ਲਖ ਕੇ, ਉਸ ਜੰਗ ਦੀ ਉਪਮਾ ਮੈਨੂੰ ਇਉਂ ਨਜ਼ਰ ਆਉਂਦੀ, ਸਤਿਗੁਰੂ ਜੀ ਕਹਿੰਦੇ ਹਨ। ਕਬ ਨੇ ਮੁਖ ਤੇ ਇਹ ਭਾਂਤ ਉਚਾਰਿਓ, ਕਵੀ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਸ ਤਰ੍ਹਾਂ ਉਚਾਰਨ ਕਰਦੇ ਹਨ। ਖੱਗ ਲਗਿਓ ਤਿਹ ਕੇ ਨਹੀਂ ਮਾਨੋ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਾਨੋ ਅਬਰ ਰਾਖਸ਼ ਨੂੰ ਤਲਵਾਰ ਨਹੀਂ ਵੱਜੀ, ਖੰਡਾ ਨਹੀਂ ਵੱਜਾ ਕਹਿੰਦੇ। ਹਾਂਜੀ, ਲੈ ਕਰ ਮੈਂ ਜਮਦੰਡ ਪ੍ਰਹਾਰਿਓ, ਖੜਗ ਸਿੰਘ ਦੀ ਤਲਵਾਰ ਇਉਂ ਵੱਜੀ ਆ ਜਿਵੇਂ ਜਮਾਂ ਦਾ ਡੰਡਾ ਵੱਜਾ ਹੋਵੇ। ਜੰਮ ਜਦੋਂ ਆਉਂਦੇ ਨੇ ਨਾ ਕਿਸੇ ਪ੍ਰਾਣੀ ਨੂੰ, ਉਹਦੇ ਪ੍ਰਾਣ ਕੱਢਦੇ ਨੇ, ਕਹਿੰਦੇ ਵੀ ਉਹਨਾਂ ਕੋਲ ਇੱਕ ਡੰਡਾ ਹੁੰਦਾ, ਉਹ ਬੰਦੇ ਦੇ ਸਿਰ 'ਚ ਮਾਰਦੇ ਨੇ, ਇੱਕੋ ਵਾਰ ਨਾਲ ਹੀ ਪ੍ਰਾਣ ਕੱਢ ਦਿੰਦੇ, ਭਾਵੇਂ ਜਿੱਡਾ ਮਰਜ਼ੀ ਭਲਵਾਨ ਹੋਵੇ। ਜਮਾਂ ਦਾ ਇੱਕੋ ਹੀ ਵਾਰ ਹੁੰਦਾ। ਕਹਿੰਦੇ ਜਿਵੇਂ ਮੌਤ ਦਾ ਵਾਰ, ਜਮਾਂ ਦਾ ਵਾਰ ਚੱਲਿਆ ਹੋਵੇ। ਖੜਗ ਸਿੰਘ ਦੀ ਤਲਵਾਰ ਜਮਾਂ ਦੇ ਡੰਡੇ ਤਰ੍ਹਾਂ ਅਬਰ ਰਾਖਸ਼ ਦੇ ਸਿਰ 'ਚ ਪਈ ਹੈ। ਹਾਂਜੀ, ਸਵਈਆ ਰਾਸ਼ ਸਮਾਰ ਲਿਓ ਜਬ ਹੀ, ਜਦੋਂ ਅਬਰ ਰਾਖਸ਼ ਨੂੰ ਖੜਗ ਸਿੰਘ ਨੇ ਮਾਰ ਲਿਆ ਤਬ ਰਾਸ਼ਸ ਕੋ ਦਲ ਰਿਸ ਕੇ ਆਇਓ, ਤਾਂ ਉਹਦੀ ਜਿਹੜੀ ਰਾਖਸ਼ਾਂ ਦੀ ਫੌਜ ਬਚੀ ਸੀ ਪਿੱਛੇ, ਉਹ ਗੁੱਸਾ ਖਾ ਕੇ ਨਾ ਆਪਣੇ ਯੋਧੇ ਦੀ ਮੌਤ ਤੇ, ਆਪਣੇ ਜੋ ਉਹਨਾਂ ਦਾ ਜਨਰਲ ਸੀ, ਕੈਨ ਸੈਨਾਪਤੀ ਸੀ, ਉਹਨਾਂ ਦਾ ਰਾਜਾ ਸੀ ਰਾਖਸ਼ਾਂ ਦਾ, ਉਹ ਮਰ ਗਿਆ। ਤਾਂ ਉਹ ਰਾਖਸ਼ ਪਿੱਛੇ ਨਹੀਂ ਭੱਜੇ, ਉਹ ਆਪਣੇ ਜਥੇਦਾਰ ਦਾ ਬਦਲਾ ਲੈਣ ਲਈ ਖੜਗ ਸਿੰਘ ਦੇ ਉੱਤੇ ਹਮਲਾ ਕਰਨ ਲੱਗੇ। ਆਵਤ ਹੀ ਕਬ ਸਿਆਮ ਕਹੈ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਉਹਨਾਂ ਨੇ ਆਉਂਦਿਆਂ ਹੀ ਰਾਖਸ਼ਾਂ ਨੇ ਬਿਬਦਾ ਯੁੱਧ ਲੈ ਅਤ ਜੋਧ ਮਚਾਇਓ, ਅਨੇਕਾਂ ਤਰ੍ਹਾਂ ਦੇ ਸ਼ਾਸਤਰ, ਕਿਸੇ ਕੋਲ ਗੰਡਾਸਾ, ਕਿਸੇ ਕੋਲ ਪਰਸਾ, ਕਿਸੇ ਕੋਲ ਬੰਦੂਕ, ਕਿਸੇ ਕੋਲ ਤੀਰ, ਕਿਸੇ ਕੋਲ ਭਾਲਾ, ਕਿਸੇ ਕੋਲ ਨੇਜਾ, ਉਹਨਾਂ ਨੇ ਅਨੇਕਾਂ ਸ਼ਾਸਤਰਾਂ ਨਾਲ ਯੁੱਧ ਮਚਾ ਦਿੱਤਾ ਹੈ। ਹਾਂਜੀ, ਦੈਂਤ ਘਨੇ ਤਹਿ ਕਾਵਲ ਹੈ, ਕਹਿੰਦੇ ਬੜੇ ਬੜੇ ਦੈਂਤ ਕ੍ਰਿਸ਼ਨ ਜੀ ਦੀ ਫੌਜ ਵਿੱਚੋਂ ਆ ਕੇ ਖੜਗ ਸਿੰਘ ਨਾਲ ਯੁੱਧ ਕਰਦੇ, ਖੜਗ ਸਿੰਘ ਹੱਥੋਂ ਜ਼ਖਮੀ ਹੋਈ ਜਾਂਦੇ ਹਨ। ਬਹੁ ਘਾਇਨ ਸੋ ਖੜਗੇ ਸਹਿ ਕਾਇਓ, ਔਰ ਖੜਗ ਸਿੰਘ ਦੇ ਉੱਤੇ ਵੀ ਬੜੇ ਵਾਰ ਕਰਦੇ ਨੇ। ਖੜਗ ਸਿੰਘ ਉਹਨਾਂ ਦੇ ਵਾਰ ਰੋਕ ਰੋਕ ਕੇ ਵਾਰ ਮਾਰਦਾ ਹੈ। ਸੋ ਸਹਿ ਕੇ ਅਸ ਕੋ ਗਹਿ ਕੇ, ਉਹ ਆਪਣੇ ਸਰੀਰ ਦੇ ਉੱਤੇ ਉਹਨਾਂ ਵਾਰਾਂ ਨੂੰ ਸਹਿ ਕੇ ਤੇ ਹੱਥ ਵਿੱਚ ਤਲਵਾਰ ਲੈ ਕੇ ਨਰਿਪ ਯੁੱਧ ਕੀਓ ਨਹੀਂ ਘਾਓ ਜਤਾਇਓ, ਉਹ ਰਾਖਸ਼ਾਂ ਨਾਲ ਲੜੀ ਜਾਂਦਾ, ਆਪਣੀਆਂ ਸੱਟਾਂ ਦੀ ਪਰਵਾਹ ਹੀ ਨਹੀਂ ਕਰਦਾ। ਉਹਨੂੰ ਜਿੰਨੀਆਂ ਸੱਟਾਂ ਵੱਜਦੀਆਂ ਨੇ ਹੱਸਦਾ, ਖੁਸ਼ ਹੁੰਦਾ, ਕਹਿੰਦਾ ਵਾਹ ਵਾਹ ਤੁਹਾਨੂੰ ਸੱਟ ਮਾਰਨੀ ਨਹੀਂ ਆਉਂਦੀ, ਕਹਿੰਦੇ ਇੰਜ ਨਹੀਂ ਇੰਜ ਮਾਰੀਦਾ ਹੁੰਦਾ, ਇਉਂ ਕਹਿ ਕੇ ਝਟਕ ਦਿੰਦਾ। ਕਹਿੰਦਾ ਹਾਂਜੀ, ਧਾਏ ਪਰੇ ਸਭ ਰਾਸ਼ਸਈਆ ਪਰ, ਸਾਰੇ ਰਾਖਸ਼ ਹਜ਼ਾਰਾਂ ਦੀ ਤਾਦਾਦ ਵਿੱਚ ਖੜਗ ਸਿੰਘ ਦੇ ਉੱਤੇ ਆ ਪਏ ਨੇ। ਹੈ ਤਿਨ ਕੈ ਮਨ ਕੋਪ ਵੱਡਿਓ, ਕਿਉਂਕਿ ਉਹਨਾਂ ਦਾ ਜਥੇਦਾਰ ਮਰ ਗਿਆ, ਇਸ ਕਰਕੇ ਉਹਨਾਂ ਨੂੰ ਗੁੱਸਾ ਬੜਾ ਚੜਿਆ ਆਪਣੇ ਰਾਖਸ਼ ਦੇ ਮਰਨ ਦਾ। ਗਹਿਬਾਨ ਕਮਾਨ ਗਦਾ ਬਰਛੀ, ਬਰਛੀਆਂ, ਗਦਾ, ਤੀਰ, ਕਮਾਨ ਲੈ ਕੇ ਤਿਨ ਮਿਆਨਾ ਤੇ ਕਰਵਾਰ ਕੱਢਿਓ, ਮਿਆਨਾਂ ਚੋਂ ਤਲਵਾਰਾਂ ਕੱਢੀਆਂ ਨੇ, ਹੱਥਾਂ 'ਚ ਢਾਲਾਂ ਫੜੀਆਂ ਨੇ ਰਾਖਸ਼ਾਂ ਨੇ। ਸਭ ਦਾਨਵ ਤੇਜ ਪ੍ਰਚੰਡ ਕੀਓ, ਔਰ ਸਾਰੇ ਦਾਨਵ ਬੜੇ ਪ੍ਰਚੰਡ ਤੇਜ ਵਿੱਚ, ਬੜੇ ਗੁੱਸੇ 'ਚ ਆ ਕੇ ਲੜ ਰਹੇ ਨੇ। ਜਿਸ ਪਾਵਕ ਮੈਂ ਤਿਨ ਅੰਗ ਡੜਿਓ, ਕਹਿੰਦੇ ਗੁੱਸੇ ਦੀ ਅੱਗ ਦੇ ਵਿੱਚ ਉਹਨਾਂ ਦੇ ਅੰਗ ਸੜ ਰਹੇ ਨੇ।
ਇੰਨਾ ਕੁ ਰਾਖਸ਼ਾਂ ਨੂੰ ਗੁੱਸਾ ਚੜਿਆ ਵੀ ਉਸ ਅੱਗ ਦੇ ਵਿੱਚ ਉਹਨਾਂ ਦੇ ਸਰੀਰ ਦੇ ਅੰਗ ਸੜਨੇ ਸ਼ੁਰੂ ਹੋ ਗਏ ਨੇ। ਇੰਨੀ ਕੁ ਅੱਗ ਬਲੀ ਹੋਈ ਹੈ ਕ੍ਰੋਧ ਦੀ। ਹਾਂਜੀ, ਇਹ ਭਾਂਤ ਪ੍ਰਹਾਰਤ ਹੈ ਨ੍ਰਿਪਕ। ਇਸ ਤਰ੍ਹਾਂ ਰਾਜੇ ਖੜਗ ਸਿੰਘ ਨੂੰ ਮਾਰਦੇ ਨੇ। ਤਨ ਕੰਚਨ ਮਾਨੋ ਸੁਨਾਰ ਗੜਿਓ। ਮਾਨੋ ਸੋਨੇ ਨੂੰ ਸੁਨਿਆਰ ਘੜ ਰਿਹਾ ਹੋਵੇ ਠੋਕਰਾਂ ਮਾਰ ਕੇ। ਜਿਵੇਂ ਸੁਨਿਆਰਾ ਉਹ ਸੋਨੇ ਦੇ ਉੱਤੇ ਠੋਕਰਾਂ ਮਾਰਦਾ ਹੈ ਨਾ ਥੋੜੀ ਦੀਆਂ, ਤੇ ਉਹਦੇ ਨਾਲ ਗਹਿਣੇ ਕੱਢਦਾ, ਏਦਾਂ ਖੜਗ ਸਿੰਘ ਦੇ ਸਰੀਰ ਤੇ ਵਾਰ ਕਰਦੇ ਨੇ। ਉਹਨਾਂ ਦੇ ਵਾਰਾਂ ਦੀ ਉਹ ਕੋਈ ਪਰਵਾਹ ਨਹੀਂ ਕਰਦਾ। ਹਾਂਜੀ, ਸਵਈਆ ਜਿਨ ਹੂੰ ਨ੍ਰਿਪਕੇ ਸੰਗ ਜੁਧ ਕੀਓ। ਜਿਨ੍ਹਾਂ ਨੇ ਰਾਜੇ ਖੜਗ ਸਿੰਘ ਨਾਲ ਯੁੱਧ ਕੀਤਾ ਹੈ ਸੋ ਸਭੈ ਇਨਹੁ ਹੱਥ ਕੈ ਤਬ ਦੀਨੇ। ਰਾਜੇ ਖੜਗ ਸਿੰਘ ਨੇ ਸਾਰੇ ਹੀ ਮਾਰ ਦਿੱਤੇ ਹਨ। ਔਰ ਜਿਤੇ ਅਰ ਜੀਤ ਬਚੈ। ਜਿਹੜੇ ਉਹਨਾਂ ਤੋਂ ਜਿੱਤ ਕੇ ਬਚ ਕੇ ਭੱਜੇ ਹਨ, ਤਿਨ ਕੇ ਬਦ ਕਉ ਕਰ ਆਯੁਧ ਲੀਨੇ। ਉਹਨਾਂ ਨੂੰ ਮਾਰਨ ਲਈ ਵੀ ਖੜਗ ਸਿੰਘ ਅੱਗੇ ਵਧਿਆ ਹੈ। ਤਉ ਇਨ ਭੂਪ ਸਰਾਸਨ ਲੈ। ਰਾਜੇ ਖੜਗ ਸਿੰਘ ਨੇ ਤੀਰ ਕਮਾਨ ਲੈ ਕੇ ਕੀਏ ਸਤਰਨ ਤੇ ਤਨ ਮੁੰਡਨ ਹੀਨੇ। ਉਹਨਾਂ ਦੇ ਸਿਰ ਹੀ ਉਡਾ ਦਿੱਤੇ ਨੇ। ਇਹੋ ਜਿਹੇ ਤੀਰ ਹੁੰਦੇ ਨੇ ਜਿਹੜੇ ਗਰਦਨ ਤੇ ਮਾਰੇ ਗਰਦਨ ਹੀ ਉੱਡ ਜਾਂਦੀ। ਉਹਨੇ ਤੀਰਾਂ ਨਾਲ ਹੀ ਸਿਰ ਉਡਾ ਦਿੱਤੇ ਹਨ। ਹਾਂਜੀ, ਜੋ ਨਾ ਡਰੇ ਸੋ ਲਰੇ ਪੁਨ ਧਾਏ। ਜਿਹੜੇ ਡਰੇ ਨਹੀਂ ਰਾਖਸ਼ ਉਹ ਭੱਜਦੇ ਜਾਂਦੇ, ਫਿਰ ਮੁੜ ਕੇ ਆ ਗਏ ਤੇ ਖੜਗ ਸਿੰਘ ਨਾਲ ਲੜਨ ਲੱਗ ਪਏ ਨੇ। ਨਿਦਾਨ ਵਹੀ ਨ੍ਰਿਪ ਖੰਡਨ ਕੀਨੇ। ਅਖੀਰ ਨੂੰ ਉਹ ਵੀ ਰਾਜੇ ਖੜਗ ਸਿੰਘ ਨੇ ਮਾਰ ਦਿੱਤੇ ਨੇ, ਟੋਟੇ ਟੋਟੇ ਕਰ ਦਿੱਤੇ ਨੇ। ਸਵਈਆ ਵੀਰ ਵੱਡੋ ਇਕ ਦੈਂਤ ਹੋਤੋ। ਇੱਕ ਬੜਾ ਬਲੀ ਦੈਂਤ ਸੀ, ਬਹੁਤ ਵੀਰ ਯੋਧਾ ਸੀ। ਤਿਨ ਕੋਪ ਕੀਓ ਅਤ ਹੀ ਮਨ ਮੈਂ। ਉਹਨੇ ਬੜਾ ਗੁੱਸਾ ਖਾਦਾ ਵੀ ਇਹ ਖੜਗ ਸਿੰਘ ਸਾਡੇ ਕਾਬੂ ਨਹੀਂ ਆ ਰਿਹਾ। ਹਾਂਜੀ, ਇਹ ਭਾਂਤ ਸੋ ਭੂਪ ਕੋ ਬਾਨ ਹਨੇ। ਉਹਨੇ ਰਾਜੇ ਖੜਗ ਸਿੰਘ ਨੂੰ ਇੰਨੇ ਜ਼ੋਰ ਦੇ ਤੀਰ ਮਾਰੇ ਨੇ, ਸਭ ਕੋ ਕਨ ਲਓ ਗੱਡ ਕੇ ਤਨ ਮੈਂ। ਕਹਿੰਦੇ ਉਹ ਤੀਰ ਇੰਨੇ ਬਲੀ ਸਨ, ਜ਼ੋਰ ਨਾਲ ਮਾਰੇ ਸਨ ਵੀ ਖੜਗ ਸਿੰਘ ਦੇ ਸਰੀਰ ਵਿੱਚ ਖੰਭਾਂ ਤਾਈਂ, ਉਹ ਪਿੱਛੇ ਤੀਰਾਂ ਦੇ ਖੰਭ ਲੱਗੇ ਹੁੰਦੇ ਨਾ ਕਾਨੀ ਦੇ ਪਿਛਲੇ ਪਾਸੇ, ਉੱਥੋਂ ਤੱਕ ਧਸ ਗਏ ਨੇ ਖੜਗ ਸਿੰਘ ਦੇ ਸਰੀਰ ਵਿੱਚ। ਹਾਂਜੀ, ਸਭ ਭੂਪਤ ਸੰਗ ਹਨੀ ਰਿਪਕੋ। ਤੇ ਜਦੋਂ ਸਰੀਰ ਤੇ ਤੀਰ ਵੱਜੇ ਉਹਨੇ ਕੋਈ ਪਰਵਾਹ ਨਹੀਂ ਕੀਤੀ। ਉਹਨੇ ਇੰਨਾ ਕਿ ਸਮਝਿਆ ਜਿਵੇਂ ਮੱਛਰ ਕ ਲੜਿਆ ਹੁੰਦਾ। ਇੰਨਾ ਕੁ ਉਹਦਾ ਇੰਨਾ ਕੁ ਹੌਸਲਾ ਸੀ। ਉਹਨੇ ਫਿਰ ਸਾਂਗ, ਲੋਹੇ ਦੀ ਛੜ ਵਾਲਾ ਬਰਛਾ, ਉਹਨੂੰ ਸਾਂਗ ਕਹਿੰਦੇ ਨੇ। ਸਾਂਗ, ਸਰੋਹੀ, ਕਈ ਤਰ੍ਹਾਂ ਦੇ ਸ਼ਸਤਰ ਹੁੰਦੇ ਨੇ। ਉਹ ਸਾਂਗ ਜਿਹੜੀ ਹੈ ਨਾ ਉਹ ਹੱਥ ਵਿੱਚ ਲੈ ਕੇ ਦੂਰੋਂ ਮਾਰੀ ਹੈ ਵਗਾ ਕੇ। ਧਸ ਗਈ ਔਰ ਜਿਉ ਚਪਲਾ ਕੰਨ ਮੈਂ। ਜਾ ਕੇ ਉਹ ਉਸ ਰਾਖਸ਼ ਦੀ ਛਾਤੀ ਧਸ ਗਈ ਹੈ। ਸਾਂਗ ਬਰਛਾ ਧਸ ਗਿਆ, ਇੰਜ ਜਿਵੇਂ ਕਹਿੰਦੇ ਬਿਜਲੀ ਲਿਸ਼ਕਦੀ ਹੋਈ ਬੱਦਲਾਂ 'ਚ ਛੁਪ ਜਾਂਦੀ ਹੈ। ਉਹ ਜਿਹੜੀ ਬਰਛੀ ਸੀ ਉਹ ਜਦੋਂ ਜਾ ਰਹੀ ਸੀ ਨਾ, ਬੜੀ ਤੇਜ਼ੀ ਨਾਲ, ਬੜੀ ਰਫ਼ਤਾਰ ਨਾਲ ਗੋਲੀ ਤਰ੍ਹਾਂ ਗਈ। ਉਹ ਏਦਾਂ ਸੀ ਜਿਵੇਂ ਕੋਈ ਚਮਕਦੀ ਹੋਈ ਬਿਜਲੀ ਜਾ ਰਹੀ। ਬਰਛੀ ਤਿੱਖੀ ਲਿਸ਼ਕਦੀ ਹੋਵੇਗੀ, ਉਹ ਚਮਕਦੀ ਹੋਵੇਗੀ, ਏਦਾਂ ਸੀ ਜਿਵੇਂ ਬਿਜਲੀ ਹੈ। ਜਦੋਂ ਵਿੱਚ ਧਸ ਗਈ ਕਾਲੇ ਰਾਖਸ਼ ਦੀ ਛਾਤੀ ਵਿੱਚ, ਜਿਵੇਂ ਕਾਲੇ ਬੱਦਲਾਂ 'ਚ ਬਿਜਲੀ ਲੁਕ ਗਈ ਹੋਵੇ। ਹਾਂਜੀ, ਸੋ ਮਨੋ ਉਰਗੇਸ ਖਗੇਸ ਕੇ ਤਰਾਸਤੇ। ਦੂਸਰੀ ਐਗਜ਼ਾਮਪਲ ਸੱਚੇ ਪਾਤਸ਼ਾਹ ਕਲਗੀਧਰ ਮਿਸਾਲ ਦਿੰਦੇ ਨੇ। ਇੰਜ ਲੱਗਦਾ ਜਿਵੇਂ ਗਰੜ ਤੋਂ ਡਰ ਕੇ ਸ਼ੇਸ਼ ਨਾਗ ਧਾਏ ਕਹਿ ਜਾਏ ਦੁਰਿਓ ਬਨ ਮੈਂ। ਗਰੜ ਜਿਹੜਾ ਪੰਛੀਆਂ ਦਾ ਰਾਜਾ ਹੈ, ਉਹਦੇ ਤੋਂ ਸ਼ੇਸ਼ ਨਾਗ ਡਰ ਕੇ ਕਹਿੰਦੇ ਜੰਗਲ ਵਿੱਚ ਝਾੜੀਆਂ 'ਚ ਜਾ ਕੇ ਲੁਕ ਗਿਆ ਹੋਵੇ। ਹਾਂਜੀ, ਸਵਈਆ ਲਾਗਤ ਸਾਂਗ ਕੈ ਪ੍ਰਾਨ ਤਜੇ। ਜਦੋਂ ਸਾਂਗ ਲੱਗੀ ਉਸ ਰਾਖਸ਼ ਨੂੰ ਪ੍ਰਾਣ ਉਹਦੇ ਨਿਕਲ ਗਏ। ਹਾਂਜੀ, ਇਹ ਔਰ ਹੁਤੇ ਤਿਹ ਕੋ ਅਸ ਚਾਰਿਓ। ਕਹਿੰਦੇ ਹੋਰ ਵੀ ਜਿਹੜੇ ਰਾਖਸ਼ ਸੀਗੇ ਨਾ ਨੇੜੇ ਤੇੜੇ ਨਿੱਕੇ ਮੋਟੇ, ਉਹਨਾਂ ਨੂੰ ਤਲਵਾਰ ਨਾਲ ਛੰਡ ਦਿੱਤਾ। ਕੋਪ ਅਯੋਧਨ ਮੈਂ ਖੜਗੇਸ। ਖੜਗ ਸਿੰਘ ਬੜੇ ਗੁੱਸੇ 'ਚ ਆ ਕੇ ਜੰਗ ਲੜ ਰਿਹਾ ਸੀ। ਕਹੈ ਕਬ ਰਾਮ ਮਹਾਬਲ ਧਾਰਿਓ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਬੜਾ ਬਲੀ ਸੀ ਖੜਗ ਸਿੰਘ, ਬੜੇ ਬਲ ਨਾਲ ਲੜ ਰਿਹਾ ਸੀ। ਰਾਸ਼ਸ ਤੀਸ ਰਹੋ ਤੇ ਠਾਂ। ਕਹਿੰਦੇ 30 ਰਾਖਸ਼ ਉੱਥੇ ਹੋਰ ਰਹਿ ਗਏ ਸਨ, ਬੜੇ ਬਲੀ ਅਬਰ ਦੀ ਫੌਜ ਵਿੱਚੋਂ ਬਚੇ ਹੋਏ। ਇਹ ਕੋ ਤਬ ਹੀ ਤੇ ਠੌਰ ਸੰਘਾਰਿਓ। ਉਹਨਾਂ 30 ਰਾਖਸ਼ਾਂ ਨੂੰ ਵੀ ਨਾਲ ਹੀ ਝੜਕ ਦਿੱਤਾ ਹੈ, ਮਾਰ ਦਿੱਤਾ ਹੈ। ਪ੍ਰਾਨ ਬਿਨਾ ਇਹ ਭਾਂਤ ਪਰਿਓ। ਉਹ ਬੜੇ ਬੜੇ ਯੋਧੇ ਧਰਤੀ ਤੇ ਪ੍ਰਾਣਾਂ ਤੋਂ ਬਿਨਾ ਇੰਜ ਸੁੱਤੇ ਪਏ ਨੇ। ਮਗਵਾ ਮਨੋ ਬ੍ਰਜ ਭਏ ਨਗ ਮਾਰਿਓ। ਮਾਨੋ ਮਗਵਾ ਇੰਦਰ ਨੇ ਵਜਰ ਮਾਰ ਕੇ ਪਹਾੜ ਤੋੜ ਦਿੱਤੇ ਹੋਣ। ਇੰਦਰ ਬੱਦਲਾਂ ਦਾ ਰਾਜਾ ਹੈ ਤੇ ਉਹ ਜਦੋਂ ਵਜਰ ਮਾਰਦਾ ਤੇ ਪਹਾੜ ਚੂਰ ਚੂਰ ਹੋ ਜਾਂਦੇ ਨੇ। ਪਹਾੜਾਂ 'ਚ ਕਦੀ ਤੁਸੀਂ ਜਾਓ ਨਾ ਹੇਮਕੁੰਟ ਸਾਹਿਬ ਵਾਲੇ ਪਾਸੇ, ਉਧਰ ਪਹਾੜ ਡਿੱਗਦੇ ਹੀ ਨਜ਼ਰ ਆਉਂਦੇ।
ਕਹਿੰਦੇ ਮੀਂਹ ਪੈਂਦਾ ਬੜੇ ਜ਼ੋਰ ਨਾਲ ਤੇ ਪਹਾੜ ਪੋਲੇ ਹੋ ਕੇ ਖਿਸਕ ਜਾਂਦੇ। ਦੂਸਰਾ ਬਹੁਤੇ ਤਗੜੇ ਪਹਾੜ ਉੱਤੇ ਬਿਜਲੀ ਪਾ ਦਿੰਦਾ, ਉਹਦੇ ਨਾਲ ਪਹਾੜ ਟੁੱਟ ਜਾਂਦੇ। ਜਿਵੇਂ ਇੰਦਰ ਦੇ ਵਜਰ ਨਾਲ ਪਹਾੜ ਟੁੱਟ ਜਾਂਦੇ, ਚੂਰ ਚੂਰ ਹੋ ਜਾਂਦੇ ਆ, ਏਦਾਂ ਖੜਗ ਸਿੰਘ ਨੇ ਉਹ ਪਹਾੜਾਂ ਵਰਗੇ ਰਾਖਸ਼ ਚੂਰ ਚੂਰ ਕਰ ਦਿੱਤੇ ਆ। ਹਾਂਜੀ। ਕਬਿਤ ਕੀਤੇ ਰਾਖਸਨ ਹੋ ਕਿ ਭੋਜਨ ਕੋ ਕਾਟ ਦਿਓ। ਕਿੰਨੇ ਹੀ ਰਾਖਸ਼ਾਂ ਦੀਆਂ ਬਾਹਾਂ ਵੱਢ ਦਿੱਤੀਆਂ ਤਲਵਾਰ ਦੇ ਨਾਲ। ਕੀਤੇ ਸਿਰ ਸਤਰਨ ਕੇ ਖੰਡਨ ਕਰਤ ਤੇ ਹੈ। ਕਈਆਂ ਦੇ ਸਿਰ ਕੱਟੀ ਜਾਂਦਾ ਹੈ ਖੜਗ ਸਿੰਘ। ਕੀਤੇ ਭਾਜ ਗਏ ਅਰ ਕੀਤੇ ਮਾਰ ਲਏ ਵੀਰ। ਕਈ ਉਹਦੇ ਤੋਂ ਡਰ ਕੇ ਭੱਜ ਗਏ ਨੇ ਤੇ ਕਈ ਉਹਨੇ ਮਾਰ ਲਏ ਨੇ ਜੰਗ ਵਿੱਚ। ਰਨ ਹੋ ਕਿ ਭੂਮ ਹੋ ਤੇ ਪੈਗ ਨਾ ਕਰਤ ਹੈ। ਮੈਦਾਨੇ ਜੰਗ ਵਿੱਚੋਂ ਰਣ ਭੂਮੀ ਚੋਂ ਇੱਕ ਪੈਰ ਪਿੱਛੇ ਨਹੀਂ ਹਟਦਾ, ਅੱਗੇ ਜਾਂਦਾ ਹੈ ਪਿੱਛੇ ਨਹੀਂ ਹਟਦਾ ਖੜਗ ਸਿੰਘ। ਹਾਂਜੀ। ਸੈਥੀ ਜਮਦਾਰ ਲੈ ਸਰਾਸਨ ਗਦਾ ਤ੍ਰਿਸ਼ੂਲ। ਹੱਥ ਵਿੱਚ ਸੈਥੀਆਂ, ਬਰਛੀਆਂ, ਜਮਦਾੜਾਂ, ਗਦਾ, ਤੀਰ ਕਮਾਨ ਲੈ ਕੇ। ਦੁਰਜਨ ਕੀ ਸੈਨਾ ਵਿੱਚ ਐਸੇ ਵਿਚਰਤ ਹੈ। ਬੇਅੰਤ ਪ੍ਰਕਾਰ ਦੇ ਸ਼ਸਤਰ ਲੈ ਕੇ ਦੁਸ਼ਮਣਾਂ ਦੀ ਸੈਨਾ ਵਿੱਚ ਇਸ ਤਰ੍ਹਾਂ ਵਿਚਰਦਾ ਹੈ। ਆਗੇ ਹੋਏ ਲੜਤ ਪਗ ਪਾਸ਼ੇ ਨਾ ਕਰਤ ਡਗ। ਕਹਿੰਦੇ ਅੱਗੇ ਹੋ ਕੇ ਲੜਦਾ, ਪੈਰ ਪਿੱਛੇ ਨਹੀਂ ਕਰਦਾ ਖੜਗ ਸਿੰਘ। ਕਬੂ ਦੇਖੀਏ ਤੇ ਕਬੂ ਦੇਖਿਓ ਨਾ ਪਰਤ ਹੈ। ਕਦੀ ਤੇ ਸਾਹਮਣੇ ਦਿਸਦਾ ਤੇ ਕਦੀ ਦਿਸਦਾ ਹੀ ਨਹੀਂ। ਯਾਨੀ ਇੰਨੀ ਫੁਰਤੀ ਨਾਲ, ਉਹ ਬਿਜਲੀ ਦੀ ਫੁਰਤੀ ਨਾਲ ਜਾਂਦਾ ਜੰਗ ਦੇ ਮੈਦਾਨ। ਇੱਥੇ ਲੜਦਾ ਹੁੰਦਾ, ਉੱਥੇ ਦਿਖਾਈ ਦਿੰਦਾ, ਉੱਥੇ ਦਿਖਾਈ ਦਿੰਦਾ ਤੇ ਫਿਰ ਉੱਥੇ ਦਿਖਾਈ ਦਿੰਦਾ। ਪਤਾ ਨਹੀਂ ਕਿਹੜੇ ਪਾਸਿਓਂ ਕਿੱਦਾਂ ਉੱਡ ਜਾਂਦਾ ਹੈ। ਕਬੂ ਦੇਖੀਏ, ਕਦੀ ਤੇ ਦਿਸਦਾ ਲੜਦਾ ਹੋਇਆ, ਕਬੂ ਦੇਖਿਓ ਨਾ ਪਰਤਾ। 10ਵੇਂ ਪਾਤਸ਼ਾਹ ਕਹਿੰਦੇ ਕਦੀ ਦਿਸਦਾ ਹੀ ਨਹੀਂ, ਇੰਨੀ ਫੁਰਤੀ ਨਾਲ ਲੜਦਾ। ਹਾਂਜੀ। ਅੜਿਲ ਅਬਿਓ ਬਾਚ। ਇਹ ਕਵੀ ਬਾਤ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਆਪਣੇ ਵੱਲੋਂ ਕੁਝ ਬਚਨ ਕਹਿ ਰਹੇ ਨੇ। ਹਾਂਜੀ। ਖੜਗ ਸਿੰਘ ਬਹੁ ਰਾਖਸ਼ ਮਾਰੇ ਕੋਪ ਹੋਏ। ਮਹਾਰਾਜ ਕਹਿੰਦੇ ਖੜਗ ਸਿੰਘ ਨੇ ਬੜੇ ਰਾਖਸ਼ ਗੁੱਸੇ ਵਿੱਚ ਆ ਕੇ ਮਾਰ ਦਿੱਤੇ ਨੇ। ਰਹੇ ਮਨੋ ਮਤਵਾਰੇ ਰਨ ਕੀ ਭੂਮ ਸੋਏ। ਉਹ ਰਾਖਸ਼ ਹਜ਼ਾਰਾਂ ਦੀ ਤਾਦਾਦ ਚ ਉਹਨਾਂ ਦੀਆਂ ਲਾਸ਼ਾਂ ਖਿਲਰੀਆਂ ਪਈਆਂ ਧਰਤੀ ਤੇ। ਇੰਜ ਲੱਗਦਾ ਜਿਵੇਂ ਮਤਵਾਲੇ ਕੋਈ ਸ਼ਰਾਬ ਦਾ ਨਸ਼ਾ ਪੀ ਕੇ ਲਿਟ ਰਹੇ ਹੋਣ, ਧਰਤੀ ਤੇ ਸੁੱਤੇ ਪਏ ਹੋਣ। ਹਾਂਜੀ। ਜੀਅਤ ਬਚੇ ਤੇ ਭਾਜੇ ਤਰਾਸ ਵਢਾਏ ਕੈ। ਜਿਹੜੇ ਜਿਉਂਦੇ ਬਚੇ ਨੇ ਉਹ ਭੱਜ ਕੇ ਹੀ ਬਚੇ ਨੇ, ਉਹ ਡਰ ਕੇ ਭੱਜ ਗਏ ਨੇ ਤੇ ਬਚ ਗਏ ਨੇ। ਉਦਾਂ ਉਹਦੇ ਸਾਹਮਣੇ ਖੜ ਕੇ ਨਹੀਂ ਕੋਈ ਬਚਿਆ। ਹਾਂਜੀ। ਹੋ ਜਦ ਪਦ ਤੀਰ ਪੁਕਾਰੇ ਸਭ ਹੀ ਆਏ ਕੈ। ਉਸ ਭਗਵਾਨ ਕ੍ਰਿਸ਼ਨ ਜੀ ਦੇ ਕੋਲ ਆ ਕੇ ਪੁਕਾਰ ਕਰਨ ਲੱਗੇ ਨੇ ਕਿ ਭਗਵਾਨ ਜੀ ਸਾਰੇ ਹੀ ਰਾਖਸ਼ ਮਾਰੇ ਗਏ ਨੇ, ਸਾਡਾ ਜਥੇਦਾਰ ਅਬਰ ਰਾਖਸ਼ ਵੀ ਮਾਰਿਆ ਗਿਆ ਹੈ। ਹਾਂਜੀ। ਕਾਨਜੂ ਬਾਚ। ਕ੍ਰਿਸ਼ਨ ਜੀ ਮਹਾਰਾਜ ਅੱਗੋਂ ਉਹਨਾਂ ਰਾਖਸ਼ਾਂ ਨੂੰ ਕਹਿੰਦੇ ਦੋਹਰਾ ਤਬ ਬ੍ਰਿਜ ਪਤ ਸਭ ਸੈਨ ਕੋ। ਸਤਿਗੁਰੂ ਕਲਗੀਧਰ ਜੀ ਕਹਿੰਦੇ ਭਗਵਾਨ ਕ੍ਰਿਸ਼ਨ ਜੀ ਨੇ ਆਪਣੀ ਫੌਜ ਦੇ ਜਰਨਲਾਂ ਦੀ ਮੀਟਿੰਗ ਫੇਰ ਸੱਦੀ, ਫਿਰ ਆਪਣੇ ਯੋਧਿਆਂ ਨੂੰ ਲਲਕਾਰਿਆ। ਹਾਂਜੀ। ਐਸੇ ਕਹਿਓ ਸੁਣਾਏ। ਇਸ ਤਰ੍ਹਾਂ ਆਪਣੇ ਅਫਸਰਾਂ ਨੂੰ ਕ੍ਰਿਸ਼ਨ ਜੀ ਕਹਿਣ ਲੱਗੇ, ਕੋ ਲਾਇਕ ਭਟ ਕਟਕ ਮੈਂ। ਕਹਿਣ ਲੱਗੇ ਹੁਣ ਕੋਈ ਹੈ ਸੂਰਮਾ, ਕੋਈ ਲਾਇਕ, ਕੋਈ ਯੋਗ ਫੌਜ ਦੇ ਵਿੱਚ, ਆਪਣੀ ਫੌਜ ਵਿੱਚ ਕਿਹੜਾ ਮਾਈ ਦਾ ਲਾਲ ਹੈ, ਕਿਹੜਾ ਸੂਰਮਾ ਹੈ ਜਿਹੜਾ ਲੜੈ ਸੋ ਯਾ ਸੰਗ ਜਾਏ। ਆ ਸਾਹਮਣੇ ਖੜਗ ਸਿੰਘ ਸਾਨੂੰ ਵੰਗਾਰ ਰਿਹਾ, ਕੋਈ ਹੈ ਤੁਹਾਡੇ ਚੋਂ ਜਿਹੜਾ ਇਹਦੇ ਨਾਲ ਜਾ ਕੇ ਦੋ ਹੱਥ ਕਰੇ, ਯੁੱਧ ਕਰੇ। ਸੋਰਠਾ ਸ੍ਰੀ ਜਦਪਤ ਕੇ ਵੀਰ। ਭਗਵਾਨ ਕ੍ਰਿਸ਼ਨ ਜੀ ਦੀ ਫੌਜ ਦੇ ਯੋਧੇ ਦੋਏ ਨਿਕਸੇ ਅਤ ਕੋਪ ਹੋਏ। ਦੋ ਯੋਧੇ ਬਾਹਰ ਨਿਕਲੇ ਗੁੱਸਾ ਖਾ ਕੇ। ਜਦੋਂ ਵੰਗਾਰ ਪੈਂਦੀ ਨਾ ਯੋਧਿਆਂ ਨੂੰ, ਅਣਖੀ ਬੰਦੇ ਸਹਿ ਨਹੀਂ ਸਕਦੇ, ਉਹ ਫਿਰ ਆ ਹੀ ਜਾਂਦੇ ਮੈਦਾਨ 'ਚ, ਭਾਵੇਂ ਉਹ ਮਾਰੇ ਵੀ ਜਾਣ। ਉਹ ਕਹਿੰਦੇ ਹੁਣ ਅਸੀਂ ਲਲਕਾਰ ਸੁਣ ਕੇ ਪਿੱਛੇ ਨਹੀਂ ਰਹਿ ਸਕਦੇ। ਦੋ ਸੂਰਮੇ ਬਾਹਰ ਨਿਕਲੇ ਨੇ। ਮਹਾਰਥੀ ਰਣਧੀਰ। ਉਹ ਮਹਾਰਥੀ ਸਨ, ਰਣਧੀਰ, ਜੰਗ ਦੇ ਮੈਦਾਨ 'ਚ ਧੀਰਜ ਰੱਖ ਕੇ ਲੜਨ ਵਾਲੇ ਸਨ। ਹਾਂਜੀ। ਇੰਦਰ ਤੁਲ ਬਿਕਰਮ ਜਿਨੈ। ਜਿਨ੍ਹਾਂ ਦੇ ਅੰਦਰ ਇੰਦਰ ਰਾਜੇ ਵਰਗਾ ਬਲ ਸੀਗਾ, ਯਾਨੀ ਕਮਜ਼ੋਰ ਬੰਦੇ ਨਹੀਂ ਸੀ, ਬੁਝਦਿਲ ਨਹੀਂ ਸੀ, ਬਹਾਦਰ ਵੀ ਸੀ ਤੇ ਤਕੜੇ ਵੀ ਸੀ ਲੜਾਈ ਕਰਨ ਵਿੱਚ। ਹਾਂਜੀ। ਸਵਈਆ ਸਿੰਘ ਚੜਾ ਚੜ ਝੂਜਨ ਸਿੰਘ। ਇੱਕ ਦਾ ਨਾਮ ਸੀ ਚੜਾਚੜ ਸਿੰਘ, ਇੱਕ ਦਾ ਨਾਮ ਸੀ ਜੂਝਣ ਸਿੰਘ। ਸਾਧ ਸੰਗਤ ਜੀ, ਇਹ ਨਾਂ ਸੀਗੇ ਪੁਰਾਣੇ ਸਿੰਘਾਂ। 10ਵੇਂ ਪਾਤਸ਼ਾਹ ਨੇ ਨਾਂ ਕਿਉਂ ਲਿਖੇ ਨੇ ਵੀ ਮੇਰੇ ਸਿੰਘ ਵੀ ਇਦਾਂ ਦੇ ਨਾਮ ਰੱਖਿਆ ਕਰਨਗੇ, ਇਦਾਂ ਦੀ ਸੋਚ ਰੱਖਿਆ ਕਰਨਗੇ। ਅਸੀਂ ਨਾਮ ਹੀ ਅੱਜ ਕੱਲ੍ਹ ਟਿੰਕੂ ਮਿੰਕੂ ਰਿੰਕੂ ਇਦਾਂ ਦੇ ਨਾਂ ਰੱਖੇ, ਜਿਹੋ ਜਿਹੇ ਘਰ 'ਚ ਕੁੱਤੇ ਪਾਲੇ ਹੁੰਦੇ ਨਾ ਉਹੋ ਜਿਹੇ ਨਾਂ ਆਪਣੇ ਬੱਚਿਆਂ ਦੇ ਰੱਖ ਲੈਣੇ।
ਨਾਂ ਤੋਂ ਬੜਾ ਅਸਰ ਪੈਂਦਾ। ਜੇ ਨਾਮ ਵੀ ਚੜ੍ਹਦੀ ਕਲਾ ਵਾਲਾ ਹੋਵੇ ਨਾ ਤੇ ਉਹਦੇ ਨਾਲ ਚੜ੍ਹਦੀ ਕਲਾ ਆਉਂਦੀ ਹੈ। ਤੇ ਉਹ ਸਿੰਘਾਂ ਦੇ ਨਾਮ ਮਹਾਰਾਜ ਲਿਖ ਰਹੇ ਨੇ। ਸਤਿਗੁਰੂ ਕਲਗੀਧਰ ਪਾਤਸ਼ਾਹ ਦੇ ਅਨੁਭਵ ਦੇ ਵਿੱਚੋਂ ਇਹ ਬਾਣੀ ਨਿਕਲੀ, ਆਪਣੇ ਅਨੁਭਵ ਦੇ ਵਿੱਚੋਂ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇੱਕ ਦਾ ਨਾਂ ਸੀ ਚੜਾਚੜ ਸਿੰਘ, ਇੱਕ ਦਾ ਨਾਂ ਸੀ ਝੂਜਣ ਸਿੰਘ। ਹਾਂਜੀ, ਗਏ ਤੇ ਸਾਮੋਹੇ ਲੈ ਸੋ ਘਨੋਂ ਦਲ। ਇਹ ਦੋਵੇਂ ਸੂਰਮੇ ਬੜੀ ਭਾਰੀ ਫੌਜ ਲੈ ਕੇ ਆਪਣੇ ਨਾਲ ਖੜਗ ਸਿੰਘ ਦੇ ਸਾਹਮਣੇ ਜਾ ਗੱਜੇ ਹਨ। ਘੋਰਨ ਕੀ ਖੁਰ ਬਾਰ ਵਜੈ। ਆਹਾ, ਕਹਿੰਦੇ ਘੋੜਿਆਂ ਦੇ ਖੁਰਾਂ ਦੀ ਨਾ ਪੌੜਾਂ ਦੀ ਧਰਤੀ ਤੇ ਖੁਰਬਾਜ ਵੱਜਦੀ ਹੈ। ਆਵਾਜ਼ ਆਉਂਦੀ ਜਦੋਂ ਘੋੜੇ ਦਗੜ 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 ਕਰਦੇ ਜਾਂਦੇ ਹਨ। ਭੂਆ ਕੰਪ ਉਠੀ ਅਰ ਸਤਰ ਸਾਤਲ। ਧਰਤੀ ਕੰਬ ਗਈ ਘੋੜਿਆਂ ਦੇ ਪੌੜਾਂ ਨਾਲ, ਇੰਨੇ ਘੋੜੇ ਚੱਲੇ ਨੇ। ਤੇ 7 ਪਤਾਲ ਵੀ ਕੰਬ ਗਏ। ਧਰਤੀ ਨਹੀਂ ਕੰਬੀ, ਥੱਲੇ ਧਰਤੀ ਦੇ 7 ਪਤਾਲ ਨੇ। 7ਵੇਂ ਪਤਾਲ ਤੱਕ ਘੋੜਿਆਂ ਦੀ ਦਗੜ ਦਗੜ ਪਹੁੰਚੀ ਹੈ। ਧਰਤੀ ਹਿੱਲ ਗਈ ਹੈ। ਹਾਂਜੀ, ਯੋਂ ਖੜਗੇ ਸਰਹਿ ਉਥਿਰ ਹੋਇ। ਪਰ ਖੜਗ ਸਿੰਘ ਨਹੀਂ ਕੰਬਿਆ। ਧਰਤੀ ਕੰਬ ਗਈ ਹੈ। ਖੜਗ ਸਿੰਘ ਅੱਗੇ ਐ ਛਾਤੀ ਡਾ ਕੇ ਖੜਾ, ਕਹਿੰਦਾ ਆ ਜਾਓ ਤੁਹਾਨੂੰ ਵੀ ਦੇਖਾਂਗਾ ਮੈਂ। ਹਾਂਜੀ, ਜਿਮ ਪਾਉਣ ਲੱਗੈ ਨਾ ਹਲੈ ਕਨਕਾ ਚੱਲ। ਜਿਵੇਂ ਹਵਾ ਦੇ ਤੂਫਾਨਾਂ ਦੇ ਅੱਗੇ ਸੁਮੇਰ ਪਰਬਤ ਖੜਾ ਨਾ, ਸੁਮੇਰ ਪਰਬਤ ਨੂੰ ਜਿੰਨੇ ਮਰਜ਼ੀ ਤੂਫਾਨ ਆ ਜਾਣ, ਹਨੇਰੀਆਂ ਆ ਜਾਣ, ਕੋਈ ਅਸਰ ਨਹੀਂ ਪੈਂਦਾ। ਲੱਖਾਂ ਕਰੋੜਾਂ ਅਰਬਾਂ ਸਾਲ ਹੋ ਗਏ ਨੇ, ਸੁਮੇਰ ਪਰਬਤ ਨੂੰ ਕੋਈ ਤੂਫਾਨ ਹਿਲਾ ਨਹੀਂ ਸਕਿਆ। ਖੜਗ ਸਿੰਘ ਸੁਮੇਰ ਪਰਬਤ ਦੀ ਤਰ੍ਹਾਂ ਖੜਾ ਹੈ। ਚੜਾਚੜ ਸਿੰਘ ਤੇ ਝੂਜਣ ਸਿੰਘ ਤੂਫਾਨ ਬਣ ਕੇ ਆ ਗਏ ਨੇ। ਹਾਂਜੀ, ਆਪ ਐ ਬਸਾਵਤ ਹੈ ਨਾ ਕਛੂ। ਖੜਗ ਸਿੰਘ ਦੇ ਉੱਤੇ ਕਿਸੇ ਦਾ ਕੋਈ ਵਸ ਨਹੀਂ ਚੱਲ ਰਿਹਾ। ਸਭ ਹੀ ਜਦ ਵੀਰਨ ਕੋ ਘਟ ਗਇਓ ਬਲ। ਕਹਿੰਦੇ ਸਾਰੇ ਕ੍ਰਿਸ਼ਨ ਜੀ ਦੇ ਯੋਧਿਆਂ ਦਾ ਬਲ ਘਟ ਗਿਆ, ਥੱਕ ਗਏ ਨੇ, ਹੰਬ ਗਏ ਨੇ ਲੜ ਲੜ ਕੇ। ਕਹਿੰਦੇ ਚੰਗੀ ਬਲਾ ਟੱਕਰੀ ਹੈ, ਮਰਨ ਵਿੱਚ ਹੀ ਨਹੀਂ ਆ ਰਿਹਾ, ਇਹਨੂੰ ਕਿਵੇਂ ਮਾਰੀਏ। ਬਾਰ-ਬਾਰ ਬੜੇ ਬੜੇ ਸੂਰਮੇ ਜਾਂਦੇ ਨੇ, ਖੜਗ ਸਿੰਘ ਪਛਾੜ ਕੇ ਸੁੱਟ ਦਿੰਦਾ। ਹਾਂਜੀ, ਸਵਈਆ ਕੋਪ ਕੀਓ ਤਨ ਲੈ ਕਰ ਮੈਂ। ਹੱਥ ਵਿੱਚ ਤੀਰ ਕਮਾਨ ਲੈ ਕੇ ਜੁਗ ਪੂਪਨ ਕੀ ਬਹੁ ਸੈਨ ਹਾਨੀ ਹੈ। ਰਾਜੇ ਖੜਗ ਸਿੰਘ ਨੇ ਆਉਂਦੀ ਹੋਈ ਦੋਵਾਂ ਰਾਜਿਆਂ ਦੀ, ਝੂਜਣ ਸਿੰਘ ਦੀ ਤੇ ਚੜਾਚੜ ਸਿੰਘ ਦੀ ਫੌਜ ਦੇ 70 ਲਾਣੇ ਸ਼ੁਰੂ ਕਰ ਦਿੱਤੇ। ਆਉਂਦੇ ਨੂੰ ਤੀਰਾਂ ਦੇ ਨਾਲ ਠਾ ਠਾ ਤਾੜ ਤਾੜ ਕਾੜ ਕਾੜ ਤੀਰ ਚਲਾ ਦਿੱਤੇ। ਹਾਂਜੀ, ਬਾਜ ਘਨੇ ਰਥ ਪਥ ਕਰੀ ਅਨੀ। ਕਹਿੰਦੇ ਬੜੇ ਬੜੇ ਘੋੜੇ ਮਾਰ ਦਿੱਤੇ ਤੇ ਬੜੇ ਬੜੇ ਰੱਥਾਂ ਦੇ ਉੱਤੇ ਸਵਾਰ ਮਾਰ ਦਿੱਤੇ, ਰਥਵਾਈ ਮਾਰ ਦਿੱਤੇ, ਰੱਥਾਂ ਦੇ ਘੋੜੇ ਮਾਰ ਦਿੱਤੇ। ਹਾਂਜੀ, ਜੋ ਬਿਰਤੇ ਨਹੀਂ ਜਾਤ ਗਨੀ ਹੈ। ਇੰਨੀ ਕੁ ਫੌਜ ਤਬਾਹ ਕਰ ਦਿੱਤੀ ਜਿਹੜੀ ਬ੍ਰਹਮਾ ਵੀ ਨਹੀਂ ਗਿਣ ਸਕਦਾ। ਜੇ ਬ੍ਰਹਮਾ ਨੂੰ ਡਿਊਟੀ ਲਾਈਏ ਨਾ ਵੀ ਤੂੰ ਗਿਣਤੀ ਕਰਦੇ ਕਿੰਨੇ ਕੁ ਮਰੇ ਨੇ, ਕਹਿੰਦੇ ਬ੍ਰਹਮਾ ਵੀ ਨਹੀਂ ਗਿਣਤੀ ਕਰ ਸਕਦਾ, ਇੰਨੇ ਕੁ ਮਾਰ ਘੱਤੇ ਨੇ ਖੜਗ ਸਿੰਘ ਨੇ। ਹਾਂਜੀ, ਆ ਸ਼ਬ ਕੀ ਉਪਮਾ ਮਨ ਮੈਂ। ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਉਹਦੀ ਜਿਹੜੀ ਸੋਭਾ ਹੈ ਉਹ ਮੇਰੇ ਮਨ 'ਚ ਇਉਂ ਆਉਂਦੀ ਹੈ। ਹਾਂਜੀ, ਲੱਖ ਕੇ ਮੁਖ ਤੇ ਕਬ ਸਿਆਮ ਭਨੀ ਹੈ। ਕਵੀ ਸ਼ਿਆਮ ਗੁਰੂ ਗੋਬਿੰਦ ਸਿੰਘ ਸਾਹਿਬ ਆਪਣੇ ਮੁਖ ਤੋਂ ਇਉਂ ਬਿਆਨ ਕਰਦੇ ਨੇ। ਹਾਂਜੀ, ਜੁੱਧ ਕੀ ਠੌਰ ਨਾ ਹੋਏ ਮਨੋਰਸ। ਕਹਿੰਦੇ ਇਹ ਜੁੱਧ ਕੀ ਠੌਰ ਨਾ ਹੋਏ ਮਨੋ, ਇਹ ਜੁੱਧ ਦੀ ਥਾਂ ਨਹੀਂ ਹੈ। ਰਸ ਰੁਦਰ ਕੇ ਖੇਲ ਕਠੌਰ ਬਣੀ ਹੈ। ਇਹ ਕਹਿੰਦੇ ਇਹ ਰੁਦਰ ਰਸ ਦਾ ਖੇਡ ਕਰਨ ਵਾਸਤੇ, ਰੁਦਰ ਰਸ ਦਾ ਤਮਾਸ਼ਾ ਕਰਨ ਵਾਲੇ ਤੇ ਵਾਸਤੇ ਇੱਕ ਡਰਾਮੇ ਦਾ ਮੰਚ ਬਣਿਆ ਹੋਇਆ। ਜਿਵੇਂ ਡਰਾਮਾ ਖੇਡਦੇ ਉਹਦੇ ਵਾਸਤੇ ਇੱਕ ਮੰਚ ਬਣਿਆ ਹੁੰਦਾ, ਸਟੇਜ ਬਣੀ ਹੁੰਦੀ ਹੈ ਤੇ ਉਹਦੇ ਉੱਤੇ ਸ਼ਿੰਗਾਰ ਰਸ ਦਾ ਡਰਾਮਾ ਵੀ ਹੋ ਸਕਦਾ, ਉਹਦੇ ਉੱਤੇ ਵੀਰ ਰਸ ਦਾ ਡਰਾਮਾ ਵੀ ਹੋ ਸਕਦਾ, ਉਹਦੇ ਉੱਤੇ ਸ਼ਾਂਤ ਰਸ ਦਾ ਡਰਾਮਾ ਵੀ ਹੋ ਸਕਦਾ। ਪਰ ਇੱਕ ਹੁੰਦਾ ਰੁਦਰ ਰਸ ਦਾ, ਵੀਰ ਰਸ ਤੋਂ ਵੀ ਗਾਂਹ ਦੀ ਗੱਲ ਹੈ ਰੁਦਰ ਰਸ, ਜਿੱਥੇ ਲਾਸ਼ਾਂ ਹੀ ਲਾਸ਼ਾਂ ਖਿਲਰੀਆਂ ਹੁੰਦੀਆਂ ਤੇ ਤੜਾਕ ਤੜਾਕ ਬਸ ਉਹਦਾ ਖੂਨ ਦੀਆਂ ਹੋਲੀਆਂ ਹੀ ਹੁੰਦੀਆਂ। ਵੀਰ ਰਸ ਦਾ ਹੁੰਦਾ ਵੀ ਜਦੋਂ ਸੂਰਮਾ ਵੀਰ ਰਸ ਵਿੱਚ ਆ ਕੇ ਜੰਗ ਨੂੰ ਜਾਣ ਦੀ ਤਿਆਰੀ ਕਰਦਾ, ਤੇ ਜਦੋਂ ਅਗਲਾ ਸਟੈਪ ਹੁੰਦਾ ਉਹ ਤੈਸ਼ ਨੈਸ਼ ਹੋ ਜਾਂਦੀ ਹੈ, ਉਹਨੂੰ ਰੁਦਰ ਰਸ ਕਹਿੰਦੇ ਆ। ਉਹਨੂੰ ਮਾੜਾ ਮੋਟਾ ਦੇਖ ਨਹੀਂ ਸਕਦਾ, ਇੰਨੀਆਂ ਤਬਾਹੀਆਂ ਮਚ ਜਾਂਦੀਆਂ ਨੇ, ਲਾਸ਼ਾਂ ਖਿਲਰ ਜਾਂਦੀਆਂ ਨੇ, ਆਂਦਰਾਂ ਪੇਟ ਦੀਆਂ ਬਾਹਰ ਆਈਆਂ ਹੁੰਦੀਆਂ ਨੇ। ਉਹ ਜਿਹੜਾ ਭਿਆਨਕ ਰਸ ਰੁਦਰ ਰਸ ਹੈ, ਮਾਨੋ ਉਹਦਾ ਇੱਕ ਡਰਾਮਾ ਹੋ ਰਿਹਾ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਜੁੱਧ ਦੀ ਥਾਂ ਹੈ ਕਿ ਰੁਦਰ ਰਸ ਦਾ ਡਰਾਮਾ ਹੈ। ਹਾਂਜੀ, ਲੈ ਧਨਵਾਨ ਧਸਿਓ ਰਨ ਮੈਂ। ਕਹਿੰਦੇ ਖੜਗ ਸਿੰਘ ਤੀਰ ਕਮਾਨ ਲੈ ਕੇ ਮੈਦਾਨੇ ਜੰਗ 'ਚ ਧਸ ਗਿਆ। ਇਹ ਕੇ ਮਨ ਮੈਂ ਅਤ ਕੋਪ ਵੜਿਓ। ਬੜਾ ਗੁੱਸਾ ਖਾਦਾ ਖੜਗ ਸਿੰਘ ਨੇ। ਹਾਂਜੀ,
ਜੋ ਹੁਤੋ ਦਲ ਬੈਰਨ ਕੋ ਸਭ ਹੀ ਜਿੰਨਾ ਵੈਰੀਆਂ ਦਾ ਦਲ ਸਾਹਮਣੇ ਆਇਆ ਰਿਸ ਤੇਜ ਕੇ ਸੰਗ ਪ੍ਰਤਸ਼ ਦੜਿਓ ਉਹ ਆਪਣੇ ਤਪ ਤੇਜ ਨਾਲ ਸਾੜ ਸੁੱਟਿਆ ਉਸਨੇ ਹਰ ਸੈਨ ਕੋ ਨਾਸ ਕੀਓ ਛਿਨ ਮੈਂ ਵੈਰੀ ਦੀ ਫੌਜ ਦਾ ਛਿਨ ਵਿੱਚ ਹੀ ਨਾਸ ਕਰ ਦਿੱਤਾ। ਜਸ ਤਾ ਸ਼ਬ ਕੋ ਕਬ ਸਿਆਮ ਪੜਿਓ ਗੁਰੂ ਗੋਬਿੰਦ ਸਿੰਘ ਜੀ ਨੇ ਉਹਦੀ ਸੋਭਾ ਇਉਂ ਪੜ੍ਹ ਕੇ ਸੁਣਾਈ ਹੈ। ਤਾਮ ਜਿਉ ਡਰ ਕੇ ਅਰ ਭਾਜ ਗਏ ਕਹਿੰਦੇ ਵੈਰੀ ਹਨੇਰੇ ਦੀ ਤਰ੍ਹਾਂ ਡਰ ਕੇ ਭੱਜ ਗਏ ਨੇ। ਇਹ ਸੂਰ ਨਹੀਂ ਮਾਨੋ ਸੂਰ ਚੜਿਓ ਕਿਆ ਬਾਤ ਹੈ, ਕਿਆ ਬਾਤ ਹੈ ਗੁਰੂ। ਕਹਿੰਦੇ ਸੂਰ ਨਹੀਂ ਮਾਨੋ ਸੂਰ ਚੜਿਓ। ਇੱਕ ਹੁੰਦਾ ਸੂਰ ਦਾ ਅਰਥ ਸੂਰਮਾ, ਇੱਕ ਸੂਰ ਦਾ ਅਰਥ ਹੁੰਦਾ ਸੂਰਜ। ਕਹਿੰਦੇ ਤਮ ਜਿਉ ਕਿੱਥੇ ਸੂਰ ਨਹੀਂ ਮਾਨੋ ਤਮ ਜਿਉ ਡਰ ਕੇ ਅਰ ਭਾਜ ਗਏ ਤਮ ਜਿਉ ਡਰ ਕੇ ਅਰ ਭਾਜ ਗਏ। ਕਹਿੰਦੇ ਦੁਸ਼ਮਣ ਇੰਜ ਡਰ ਕੇ ਭੱਜ ਗਏ ਜਿਵੇਂ ਸੂਰਜ ਦੇ ਸਾਹਮਣੇ ਹਨੇਰਾ ਭੱਜ ਜਾਂਦਾ। ਲੱਖਾਂ ਸਾਲ ਹੋ ਗਏ ਨੇ ਹਨੇਰਾ ਸੂਰਜ ਦੇ ਸਾਹਮਣੇ ਆਉਂਦਾ ਨਹੀਂ, ਜਿੱਧਰ ਸੂਰਜ ਜਾਂਦਾ ਹਨੇਰਾ ਅੱਗੇ ਅੱਗੇ ਦੌੜੀ ਜਾਂਦਾ। ਕਹਿੰਦੇ ਸੂਰ ਨਹੀਂ, ਇਹ ਖੜਗ ਸਿੰਘ ਸੂਰ ਨਹੀਂ, ਸੂਰਮਾ ਨਹੀਂ, ਮਾਨੋ ਸੂਰ ਚੜਿਓ, ਮਾਨੋ ਸੂਰਜ ਚੜ ਗਿਆ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਕਿਹੋ ਜਿਹੀਆਂ ਤਸਬੀਹਾਂ ਦੇ ਰਹੇ ਨੇ। ਹਾਂਜੀ ਸਵਈਆ ਕੋਪ ਚੜਾ ਚੜ ਸਿੰਘ ਤਬੈ ਅਸ ਕਹਿੰਦੇ ਚੜਾਚੜ ਸਿੰਘ ਜਿਹੜਾ ਸੀ ਨਾ ਗੁੱਸੇ 'ਚ ਆ ਕੇ ਅਸ ਤੀਛਨ ਲੈ ਕਰ ਤਾਹੇ ਪ੍ਰਹਾਰਿਓ ਉਹਨੇ ਤਿੱਖੀ ਤਲਵਾਰ ਨਾਲ ਖੜਗ ਸਿੰਘ ਤੇ ਵਾਰ ਕੀਤਾ। ਰੂਪ ਛਨਾਏ ਲਿਓ ਕਰਤੇ ਕਹਿੰਦੇ ਖੜਗ ਸਿੰਘ ਨੇ ਪੈਂਤੜਾ ਬਦਲਿਆ। ਕਿੰਨੀ ਫੁਰਤੀ ਨਾਲ ਪੈਂਤੜਾ ਬਦਲਿਆ ਹੋਏਗਾ ਵੀ ਤਲਵਾਰ ਦਾ ਵਾਰ ਖਾਲੀ ਗਿਆ ਤੇ ਇੱਥੋਂ ਗੁੱਟ ਤੋਂ ਫੜ ਲਈ ਤਲਵਾਰ, ਗੁੱਟ ਤੋਂ ਫੜ ਲਈ ਤੇ ਮਰੋੜੀ ਦੇ ਕੇ ਨਾ ਉਹਦੀ ਤਲਵਾਰ ਖੋਲੀ। ਹਾਂਜੀ ਬਰ ਕੇ ਹਰ ਕੇ ਤਨ ਉਪਰ ਝਾਰਿਓ ਉਹਦੀ ਤਲਵਾਰ ਹੀ ਚੜਾਚੜ ਸਿੰਘ ਦੇ ਉੱਤੇ ਝਾੜ ਦਿੱਤੀ। ਹਾਂਜੀ ਲਾਗਤ ਹੀ ਕਟ ਮੂਣ ਗਿਰਿਓ ਧਾਰ ਉਹਦੀ ਤਲਵਾਰ ਨਾਲ ਇੱਕੋ ਵਾਰ ਕੀਤਾ ਤੇ ਉਹਦਾ ਹੀ ਸਿਰ ਲਾ ਦਿੱਤਾ। ਹਾਂਜੀ ਤਾ ਛਬ ਕੋ ਕਬ ਭਾਉ ਨਿਹਾਰਿਓ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਮੈਨੂੰ ਉਹਦੀ ਸੋਭਾ ਇਉਂ ਨਜ਼ਰ ਆਈ ਹੈ। ਹਾਂਜੀ ਮਾਨੋ ਈਸ਼ਵਰ ਕੋਪ ਭਇਓ ਮਾਨੋ ਸ਼ਿਵ ਜੀ ਗੁੱਸੇ 'ਚ ਆ ਗਿਆ। ਸਿਰ ਪੂਤ ਕੋ ਕਾਟ ਜੁਦਾ ਕਰ ਡਾਰਿਓ ਆਪਣੇ ਪੁੱਤਰ ਗਣੇਸ਼ ਦਾ ਸਿਰ ਕੱਢ ਦਿੱਤਾ। ਇਹ ਤਾਂ ਤੁਸੀਂ ਸੁਣੀ ਹੋਣੀ ਹੈ ਗੱਲ ਵੀ ਸ਼ਿਵ ਜੀ ਨੇ ਤਰਸੂਲ ਮਾਰ ਕੇ ਗਣੇਸ਼ ਦਾ ਸਿਰ ਵੱਢ ਦਿੱਤਾ ਸੀ। ਪਾਰਵਤੀ ਨੇ ਆਪਣੇ ਸਰੀਰ ਦੀ ਮੈਲ ਦੇ ਨਾਲ ਪੁੱਤਰ ਬਣਾ ਕੇ ਖੜਾ ਕਰ ਦਿੱਤਾ ਤੇ ਉਧਰੋਂ ਸ਼ਿਵ ਜੀ ਆ ਗਿਆ, ਕਹਿਣ ਲੱਗਾ ਅੰਦਰ ਵੜਨਾ। ਉਹ ਕਹਿੰਦਾ ਅੰਦਰ ਨਹੀਂ, ਮਾਤਾ ਨਹਾ ਰਹੀ ਹੈ। ਇਹਨੇ ਆਖਿਆ ਘਰ ਵਾਲੀ ਮੇਰੀ ਹੈ ਤੇ ਤੂੰ ਕੌਣ ਹੁੰਦਾ? ਤੇ ਇਹਨੇ ਮਾਰਿਆ ਤਰਸੂਲ ਦਾ ਸਿਰ ਵੱਢ ਦਿੱਤਾ। ਉਹ ਫਿਰ ਰੋਣ ਪਿੱਟਣ ਲੱਗ ਪਈ ਵੀ ਮੇਰਾ ਪੁੱਤਰ ਮਾਰਦਾ। ਫਿਰ ਇਹ ਸ਼ਿਵ ਜੀ ਜਾ ਕੇ ਹਥਣੀ ਦੇ ਬੱਚੇ ਦਾ ਸਿਰ ਵੱਢ ਕੇ ਲਿਆਇਆ ਸੀ ਤੇ ਉਹ ਗਣੇਸ਼ ਦੇ ਲਾਇਆ ਸੀ। ਮਹਾਰਾਜ ਦਸਵੇਂ ਪਾਤਸ਼ਾਹ ਕਹਿੰਦੇ ਚੜਾਚੜ ਸਿੰਘ ਦਾ ਸਿਰ ਇਸ ਤਰ੍ਹਾਂ ਫੁਰਤੀ ਨਾਲ ਵੱਢਿਆ ਜਿਵੇਂ ਸ਼ਿਵ ਜੀ ਨੇ ਗਣੇਸ਼ ਦਾ ਵੱਢ ਦਿੱਤਾ ਸੀਗਾ। ਹਾਂਜੀ ਸਵਈਆ ਵੀਰ ਹਨਿਓ ਜਬ ਹੀ ਰਨ ਮੈਂ ਜਦੋਂ ਚੜਾਚੜ ਸਿੰਘ ਮਾਰਿਆ ਗਿਆ ਖੜਗ ਸਿੰਘ ਦੇ ਹੱਥੋਂ ਤਬ ਦੂਸਰ ਕੇ ਮਨ ਕੋ ਪਛਾਇਓ ਤਾਂ ਜੂਝਣ ਸਿੰਘ ਦੇ ਮਨ ਵਿੱਚ ਗੁੱਸਾ ਆਇਆ ਵੀ ਮੇਰਾ ਸਾਥੀ ਮਾਰ ਦਿੱਤਾ। ਹਾਂਜੀ ਸੋ ਧਵਾਏ ਕੈ ਸਿੰਦਨ ਤਾਹੀ ਕੀ ਔਰ ਜੂਝਣ ਸਿੰਘ ਕਹਿੰਦੇ ਆਪਣਾ ਘੋੜਾ ਦੁੜਾ ਕੇ ਰੱਥ ਦੁੜਾ ਕੇ ਆਇਆ ਖੜਗ ਸਿੰਘ ਉੱਤੇ। ਗਇਓ ਅਸ ਤੀਛਨ ਪਾਨ ਲਿਓ ਉਹਨੇ ਤਿੱਖੀ ਤਲਵਾਰ ਹੱਥ ਵਿੱਚ ਲਈ ਹੋਈ ਹੈ ਤੇ ਖੜਗ ਸਿੰਘ ਨੂੰ ਮਾਰਨ ਆਇਆ ਹੈ। ਤਬ ਭੂਪ ਸਰਾਸਨ ਬਾਨ ਲਿਓ ਤਾਂ ਰਾਜੇ ਖੜਗ ਸਿੰਘ ਨੇ ਪੱਥੇ ਚੋਂ ਤੀਰ ਕੱਢਿਆ ਤੇ ਕਮਾਨ ਵਿੱਚ ਚਾੜਿਆ ਹਰ ਕੋ ਅਸ ਮੂਠ ਤੇ ਕਾਟ ਦਿਓ ਔਰ ਆਉਂਦੇ ਹੋਏ ਜੂਝਣ ਸਿੰਘ ਦੇ ਹੱਥ ਦੇ ਉੱਤੇ ਤੀਰ ਮਾਰਿਆ ਤੇ ਉਹਦੀ ਬਾਹ ਜਿਹੜੀ ਹੈ ਨਾ ਮੁੱਠੇ ਦੇ ਕੋਲੋਂ ਕੱਟ ਦਿੱਤੀ। ਹਾਂਜੀ ਮਾਨੋ ਜਿਹ ਨਿਕਾਰ ਕੇ ਧਾਇਓ ਹਤੋ ਕਹਿੰਦੇ ਮਾਨੋ ਜੀਭ ਕੱਢ ਕੇ ਦੌੜਿਆ ਸੀ। ਜਮ ਜੀਵ ਕਟੀ ਬਿਨ ਆਸ ਭਇਓ ਜਮਦੂਤ ਆਪਣੀ ਜੀਭ ਕੱਢ ਕੇ ਦੌੜਿਆ ਸੀ ਖਾਣ ਵਾਸਤੇ ਖੜਗ ਸਿੰਘ ਨੂੰ। ਉਹ ਜੀਭ ਹੀ ਕੱਟੀ ਗਈ ਤੇ ਜਮ ਦੀ ਆਸ ਪੂਰੀ ਨਹੀਂ ਹੋਈ। ਇੱਥੇ ਜਮ ਕਿਹਾ ਉਸ ਜੂਝਣ ਸਿੰਘ ਨੂੰ, ਉਹਦੀ ਜੀਭ ਕਿਹਾ ਉਹਦੇ ਹੱਥ ਵਿੱਚ ਫੜੀ ਤਲਵਾਰ ਨੂੰ ਜਿਹੜੀ ਖੜਗ ਸਿੰਘ ਨੂੰ ਮਾਰਨ ਆ ਰਹੀ ਸੀ। ਆਸ ਇਹ ਸੀ ਕਿ ਖੜਗ ਸਿੰਘ ਨੂੰ ਮਾਰ ਦਿਆਂਗਾ, ਪਰ ਖੜਗ ਸਿੰਘ ਦੇ ਤੀਰ ਨੇ ਬਾਂਹ ਹੀ ਉਡਾ ਦਿੱਤੀ। ਤਲਵਾਰ ਉਹ ਜਾ ਪਈ। ਕਹਿੰਦੇ ਉਹਦੀ ਆਸ ਹੀ ਕੱਟੀ ਗਈ, ਆਸ ਵਿੱਚ ਹੀ ਰਹਿ ਗਈ, ਮਨ ਕੀ ਮਨ ਹੀ ਮਾਏ ਰਹੀ। ਹਾਂਜੀ ਕਬਿਓ ਬਾਚ
ਸਵਈਆ ਜਬ ਹੀ ਕਰ ਕੋ ਅਸ ਕਾਟ ਦਇਓ ਜਦੋਂ ਉਹਦੇ ਹੱਥ ਦੀ ਤਲਵਾਰ ਕੱਟ ਦਿੱਤੀ, ਪਟ ਜੇਉ ਭਜੇ ਹੋਤੇ ਤੇ ਸਭ ਧਾਏ ਜਿਹੜੇ ਭੱਜ ਪਏ ਸਨ ਸੂਰਮੇ, ਆਯੁਧ ਲੈ ਆਪਣੇ ਆਪਣੇ ਕਰ ਉਹ ਆਪਣੇ ਸ਼ਸਤਰ ਲੈ ਕੇ ਵਾਪਸ ਪਰਤੇ ਹਨ। ਜਿਤ ਵਿਖੈ ਅਦ ਕੋਪ ਵਧਾਏ ਗੁੱਸਾ ਖਾ ਕੇ ਮਨ ਦੇ ਵਿੱਚ ਲੜਨ ਆਏ ਨੇ। ਵੀਰ ਬਨੇਤ ਬਨੇ ਸਿਗਰੇ ਬੜੇ ਬਹਾਦਰ ਯੋਧੇ, ਸਜੇ ਧਜੇ ਢਾਲਾਂ ਤਲਵਾਰਾਂ ਕਮਰ ਕਸੇ ਕੀਤੇ ਹੋਏ ਨੇ। ਤਿਨ ਕੇ ਗੁਣ ਧਿਆਨ ਕਵੀ ਸਰਗਾਏ ਉਹਨਾਂ ਯੋਧਿਆਂ ਦੇ ਗੁਣ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਗਾ ਰਹੇ ਨੇ। ਮਨ ਭੂਪ ਸੋਯੰਬਰ ਜੁਧ ਆਹ ਕਹਿੰਦੇ ਰਾਜੇ ਖੜਗ ਸਿੰਘ ਨੇ ਮੰਨ ਲਓ ਯੁੱਧ ਨਹੀਂ, ਯੁੱਧ ਦਾ ਸਵੰਬਰ ਰਚਿਆ ਹੋਇਆ। ਸਵੰਬਰ ਹੁੰਦਾ ਸਵਯੰ ਵਰ, ਸਵਯੰ ਮੈਨੇ ਆਪਣੇ ਆਪ, ਵਰ ਮੈਨੇ ਲਾੜੇ ਦੀ ਚੋਣ। ਪੁਰਾਣੇ ਜ਼ਮਾਨੇ 'ਚ ਰਾਜਕੁਮਾਰੀਆਂ ਆਪਣੇ ਪਤੀ ਦੀ ਚੋਣ ਕਰਨ ਵਾਸਤੇ ਉਹ ਇੱਕ ਸਵੰਬਰ ਰਚਦੀਆਂ ਸਨ। ਬੜੇ ਬੜੇ ਰਾਜੇ ਮਹਾਰਾਜੇ ਰਾਜਕੁਮਾਰ ਆਉਂਦੇ ਸਨ। ਜਿਹੜਾ ਕਿਸੇ ਨੂੰ ਪਸੰਦ ਆ ਜਾਂਦਾ ਸੀ ਉਹਦੇ ਗਲ 'ਚੋਂ ਹਾਰ ਪਾ ਦਿੰਦੀਆਂ ਸਨ, ਉਹਦੀ ਉਹ ਪਤਨੀ ਬਣ ਜਾਂਦੀ ਸਨ। ਜਿਵੇਂ ਸ੍ਰੀ ਰਾਮਚੰਦਰ ਨੂੰ ਸੀਤਾ ਨੇ ਵਰਮਾਲਾ ਪਾਈ ਸੀ ਤੇ ਸਵੰਬਰ ਸ੍ਰੀ ਰਾਮਚੰਦਰ ਨੇ ਜਿੱਤਿਆ ਸੀ ਧਨੁਸ਼ ਤੋੜ ਕੇ। ਕਹਿੰਦੇ ਏਦਾਂ ਇਹ ਖੜਗ ਸਿੰਘ ਨੇ ਯੁੱਧ ਨਹੀਂ, ਕਹਿੰਦੇ ਮਾਨੋ ਸਵੰਬਰ ਰਚਿਆ ਹੋਇਆ ਹੈ। ਹਾਂਜੀ, ਰਚਿਓ ਭਟ ਏਨ ਵੱਡੇ ਨੇ ਆਏ ਕਹਿੰਦੇ ਇਹ ਯੋਧੇ ਨਹੀਂ ਆਏ, ਇਹ ਮਾਨੋ ਮੌਤ ਲਾੜੀ ਨੂੰ ਵਿਆਹਣ ਵਾਲੇ ਰਾਜਕੁਮਾਰ ਆਏ ਹੋਏ ਨੇ। ਹਾਂਜੀ, ਸਵਈਆ ਜੇ ਨੇ ਪਸਾਮੋ ਹੈ ਆਏ ਫਿਰੇ ਜਿਹੜੇ ਖੜਗ ਸਿੰਘ ਦੇ ਸਾਹਮਣੇ ਆ ਕੇ ਭਿੜੇ ਨੇ, ਹਰ ਬਾਨਨ ਸੋ ਸੋਈ ਮਾਰ ਲਏ ਹੈ ਉਹਨਾਂ ਨੂੰ ਤੀਰਾਂ ਦੇ ਨਾਲ ਖੜਗ ਸਿੰਘ ਨੇ ਮਾਰ ਲਿਆ ਹੈ। ਕੀਤਕ ਜੋਰ ਫਿਰੇ ਹਟ ਕੇ ਔਰ ਕਈ ਹੱਥ ਨਾਲ ਜ਼ੋਰ ਦੇ ਨਾਲ ਆ ਭਿੜੇ ਨੇ। ਕਿਤਨੇ ਰਨ ਕੋ ਲਗ ਭਾਗ ਗਏ ਹੈ ਉਹ ਕਈ ਤੇ ਵਿਚਾਰੇ ਮਾਤੜ ਸਾਥੀ ਵੇਖ ਕੇ ਪਿਛਾ ਮੁੜ ਗਏ ਨੇ ਵੀ ਇੱਥੇ ਕੋਈ ਦਾਲ ਗੱਲ ਨਹੀਂ, ਕੋਈ ਨਹੀਂ, ਐਵੇਂ ਮਾਰੇ ਜਾਵਾਂਗੇ। ਕੀਤਕ ਹੋਏ ਇਕੱਤਰ ਰਹੇ ਤੇ ਕਈ ਅਣਖੀ ਸਨ ਇਕੱਠੇ ਹੋ ਕੇ। ਜਸ ਤਾ ਸਭ ਕੋ ਕਬ ਚੀਨ ਲਏ ਉਹਨਾਂ ਦਾ ਜਸ ਉਸ ਨਜ਼ਾਰੇ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਮੈਂ ਇਉਂ ਸਮਝਦਾ ਹਾਂ। ਮਾਨੋ ਆਗ ਲਗੀ ਬਨ ਮੈਂ ਕਹਿੰਦੇ ਉਹ ਜਿਹੜੇ ਇਕੱਠੇ ਹੋਏ ਨੇ ਸੋਚਾਂ ਸੋਚ ਰਹੇ ਨੇ ਵੀ ਹੁਣ ਕੀ ਕਰੀਏ। ਉਹਦੇ ਨੇੜੇ ਨਹੀਂ ਲੱਗਣ ਦਿੰਦਾ, ਉਹਦੇ ਜਿੱਧਰ ਜਿਹੜਾ ਉਹਦੇ ਕੋਲ ਜਾਵੇ ਮਾਰ ਛੁੱਟਦਾ। ਹੁਣ ਕੀ ਕਰੀਏ? ਕਹਿੰਦੇ ਇੰਝ ਲੱਗਦਾ ਜਿਵੇਂ ਜੰਗਲ 'ਚ ਅੱਗ ਲੱਗ ਗਈ ਹੋਵੇ। ਮਦ ਮਤ ਕਰੀ ਇੱਕ ਠੌਰ ਭਏ ਹੈ ਉਸ ਅੱਗ ਤੋਂ ਬਚਣ ਲਈ ਮਸਤ ਹਾਥੀ ਇਕੱਠੇ ਹੋ ਗਏ। ਹਾਥੀ ਬੜੀ ਸਿਆਣੀ ਜਾਤ ਹੈ। ਜਦੋਂ ਜੰਗਲ 'ਚ ਅੱਗ ਲੱਗਦੀ ਸਭ ਤੋਂ ਪਹਿਲਾਂ ਇਕੱਠੇ ਹੁੰਦੇ ਆ। ਇਕੱਠੇ ਹੋ ਕੇ ਪਲੈਨਿੰਗ ਕਰਦੇ ਵੀ ਕਿੱਧਰ ਜਾਈਏ। ਨਦੀ ਵਾਲੇ ਪਾਸੇ ਜਾਂਦੇ ਤਾਂ ਕਿ ਅੱਗ ਤੋਂ ਬਚਾਅ ਹੋ ਸਕੇ। ਸੋ ਇਹ ਜਿਵੇਂ ਜੰਗਲ ਨੂੰ ਅੱਗ ਲੱਗ ਗਈ ਹੈ ਤੇ ਹਾਥੀ ਇਕੱਠੇ ਹੋ ਗਏ ਨੇ। ਖੜਗ ਸਿੰਘ ਮਾਨੋ ਅੱਗ ਦਾ ਰੂਪ ਹੈ ਤੇ ਬੜੇ ਬੜੇ ਯੋਧੇ ਸਲਾਹਾਂ ਕਰਨ ਲਈ ਇਕੱਠੇ ਹੋਏ ਨੇ ਵੀ ਹੁਣ ਕੀ ਕਰੀਏ। ਹਾਂਜੀ, ਸਵਈਆ ਵੀਰ ਘਨੇ ਰਜਮਾਨ ਹਨੇ ਬੜੇ ਬੜੇ ਘਣੇ ਬਹੁਤ ਯੋਧੇ ਮਾਰ ਦਿੱਤੇ ਨੇ ਜੰਗ ਵਿੱਚ। ਮਨ ਮੈਂ ਨ੍ਰਿਪ ਰੰਚਕ ਕੋ ਭਰਿਓ ਹੈ ਕਹਿੰਦੇ ਰਾਜਾ ਖੜਗ ਸਿੰਘ ਥੋੜੇ ਜਿਹੇ ਗੁੱਸੇ ਨਾਲ ਹੀ ਬੜਾ ਕੁਝ ਕਰ ਦਿੰਦਾ ਸੀ। ਜੇ ਪੂਰੇ ਗੁੱਸੇ ਜਾਵੇ ਤਾਂ ਕੀ ਕਰੇਗਾ। ਹਾਂਜੀ, ਬਾਜ ਕਰੀ ਰਤ ਕਾਟ ਦਏ ਉਹ ਇੱਕੋ ਤੀਰ ਦੇ ਨਾਲ ਬੜੇ ਹਾਥੀ ਘੋੜਿਆਂ ਨੂੰ ਮਾਰ ਦਿੰਦਾ ਸੀ। ਅੱਜ ਮਾਰ ਰਿਹਾ ਹੈ। ਜਬ ਹੀ ਕਰ ਮੈਂ ਕਰਵਾਰ ਰਹਿਓ ਜਦੋਂ ਹੈ ਤਲਵਾਰ ਲੈਂਦਾ ਤੇ ਤਾਂ ਤਬਾਹੀ ਮਚਾ ਦਿੰਦਾ, ਜੇ ਬਰਛਾ ਫੜਦਾ ਤਾਂ ਤਬਾਹੀ ਮਚਾ ਦਿੰਦਾ, ਜੇ ਤੀਰ ਚਲਾਉਂਦਾ ਤਾਂ ਤਬਾਹੀ ਮਚਾ ਦਿੰਦਾ ਹੈ। ਵੇਖ ਕੇ 70 71 ਭਏ ਉਹਦੀ ਇਹ ਜਿਹੜੀ ਯੁੱਧ ਸ਼ੈਲੀ ਨੂੰ ਦੇਖ ਕੇ ਸਾਰੇ ਵੈਰੀ ਉਹਦੇ ਦੁਸ਼ਮਣ ਇਕੱਠੇ ਹੋਏ ਨੇ। ਨ੍ਰਿਪ ਮਾਰਬੇ ਕੋ ਤਿਨ ਮੰਤਰ ਕਰਿਓ ਹੈ ਸਲਾਹ ਕਰ ਰਹੇ ਨੇ। ਜਿਵੇਂ ਜੰਗਲ 'ਚ ਅੱਗ ਲੱਗੀ ਤੇ ਹਾਥੀ ਇਕੱਠੇ ਹੋਏ ਹੋਣ, ਸਲਾਹ ਕਰ ਰਹੇ ਹੋਣ। ਏਦਾਂ ਕਹਿੰਦੇ ਹਾਥੀਆਂ ਵਰਗੇ ਯੋਧੇ ਖੜਗ ਸਿੰਘ ਨੂੰ ਮਾਰਨ ਲਈ ਸਕੀਮਾਂ ਬਣਾਉਂਦੇ ਆ, ਸਲਾਹਾਂ ਕਰਦੇ ਆ। ਹਾਂਜੀ, ਕੇ ਹਰ ਕੋ ਬਦ ਜਿਉ ਚਿਤਵੈ ਮ੍ਰਿਗ ਪਰ 10ਵੇਂ ਪਾਤਸ਼ਾਹ ਕਹਿੰਦੇ ਮੈਨੂੰ ਇਉਂ ਲੱਗਦਾ ਜਿਵੇਂ ਸ਼ੇਰ ਨੂੰ ਮਾਰਨ ਦੀਆਂ ਸਲਾਹਾਂ ਗਿੱਦੜ ਕਰਦੇ ਹੋਣ, ਸ਼ੇਰ ਨੂੰ ਮਾਰਨ ਦੀਆਂ ਸਲਾਹਾਂ ਹਿਰਨ ਕਰਦੇ ਹੋਣ। ਵਿਚਾਰੇ ਸਲਾਹਾਂ ਕਰਦੇ ਹੀ ਰਹਿ ਜਾਣਗੇ, ਸ਼ੇਰ ਥੋੜਾ ਮਰੇਗਾ ਇਹਨਾਂ ਕੋਲੋਂ। ਹਾਂਜੀ, ਸੋ ਤੋ ਬ੍ਰਿਥਾ ਕਬਹੂ ਨਾ ਡਰਿਓ ਹੈ ਉਹ ਥੋੜਾ ਡਰੇਗਾ ਇਹਨਾਂ ਤੋਂ। ਖੜਗ ਸਿੰਘ ਇਹੋ ਜਿਹਾ ਸੂਰਮਾ ਹੈ। ਹਾਂਜੀ, ਸਵਈਆ
ਭੂਪ ਬਲੀ ਬਹਰੋ ਰਿਸਕੈ। ਰਾਜੇ ਖੜਗ ਸਿੰਘ ਨੇ ਗੁੱਸਾ ਖਾ ਕੇ ਜਬ ਹਾਥਨ ਮੈਂ ਹਥਿਆਰ ਗਹੇ ਹੈ। ਫੇਰ ਦੁਬਾਰਾ ਜਦੋਂ ਸ਼ਸਤਰ ਫੜ ਲਏ ਨੇ, ਸੂਰ ਹਨੇ ਬਲ ਬੰਡ ਕਨੇ। ਉਹਨੇ ਬੜੇ ਬੜੇ ਬਲੀ ਯੋਧੇ ਮਾਰੇ ਨੇ। ਕਬ ਰਾਮ ਭਨੈ ਚਿਤ ਮੈਂ ਜੋ ਚਾਹੇ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਜਿਹਨੂੰ ਚਾਹੁੰਦਾ ਉਹਨੂੰ ਮਾਰ ਸੁੱਟਦਾ ਹੈ। ਉਹ ਜਿੱਦ ਦੀ ਅੱਖਾਂ ਦੀ ਵੀ ਹੁਣੇ ਉਹਨੂੰ ਛੱਡਣਾ, ਉਹਦਾ ਉਸੇ ਵੇਲੇ ਹੀ ਫਾਤੀਆ ਪੜ ਦਿੰਦਾ, ਉੱਥੇ ਹੀ ਸਮਾਪਤੀ ਕਰ ਦਿੰਦਾ ਉਹਦੀ। ਹਾਂਜੀ, ਸੀਸ ਪਰੇ ਕੱਟ ਬੀਰਨ ਕੇ। ਕਹਿੰਦੇ ਬੜੇ ਬੜੇ ਯੋਧਿਆਂ ਦੇ ਸਿਰ ਵੱਡੇ ਪਏ ਨੇ। ਧਰਨੀ ਖੜਗੇਸ ਸੋ ਸੀਸ ਛਹੇ ਹੈ। ਕਹਿੰਦੇ ਖੜਗ ਸਿੰਘ ਦੇ ਹੱਥੋਂ ਕੱਟੇ ਹੋਏ ਧਰਤੀ ਦੇ ਸਿਰ ਫਿਰਦੇ ਹਨ। ਹਾਂਜੀ, ਮਨਹੁ ਸ਼੍ਰਵਣ ਸਰੋਵਰ ਮੈਂ। ਮਾਨੋ ਖੂਨ ਦੀ ਨਦੀ, ਖੂਨ ਦੇ ਸਰੋਵਰ ਵਿੱਚ ਸਿਰ ਸਤਰਨ ਕੰਜ ਸੇ ਮੂੰਦ ਰਹੇ ਹੈ। ਕਹਿੰਦੇ ਖੂਨ ਦਾ ਸਰੋਵਰ ਬਣ ਚੁੱਕੀ ਧਰਤੀ, ਤੇ ਉਹਦੇ ਵਿੱਚ ਵੱਡੇ ਵੱਡੇ ਰਾਜਿਆਂ ਮਹਾਰਾਜਿਆਂ ਦੇ ਯੋਧਿਆਂ ਮਹਾਬਲੀਆਂ ਦੇ ਸਿਰ ਵੱਡੇ ਪਏ ਨੇ, ਅੱਖਾਂ ਬੰਦ ਨੇ। ਇੰਜ ਲੱਗਦਾ ਜਿਵੇਂ ਸਰੋਵਰ ਦੇ ਵਿੱਚ ਕਮਲ ਮੁੰਦੇ ਹੁੰਦੇ ਨੇ, ਇੱਕ ਤਾਂ ਖਿੜੇ ਹੁੰਦੇ ਨੇ, ਇੱਕ ਮੁੰਦੇ ਹੁੰਦੇ ਨੇ। ਕਹਿੰਦੇ ਉਹ ਖੂਨ ਦੇ ਸਰੋਵਰ ਵਿੱਚ ਯੋਧਿਆਂ ਦੇ ਸਿਰ ਇੰਜ ਲੱਗਦੇ ਨੇ ਜਿਵੇਂ ਕਮਲ ਦੇ ਫੁੱਲ ਬੰਦ ਹੋਏ ਮੂੰਹ ਵਿੱਚ ਕੇ ਪਏ ਹਨ। ਹਾਂਜੀ, ਦੋਹਰਾ ਤੱਕ ਜੂਝ ਸਿੰਘ ਕੋ ਖੜਗ ਸੀ। ਜਦੋਂ ਜੂਝ ਸਿੰਘ ਨੂੰ ਵੇਖ ਕੇ ਖੜਗ ਸਿੰਘ ਖੜਗ ਲਿਓ ਕਰ ਕੋਪ। ਹੱਥ ਵਿੱਚ ਤਲਵਾਰ ਫੜੀ ਹੈ। ਹਨਿਓ ਤਬੈ ਸਿਰ ਸਤਰ ਕੋ। ਜੂਝ ਸਿੰਘ ਦੇ ਸਿਰ ਤਲਵਾਰ ਮਾਰੀ ਹੈ। ਜਨ ਦੀਨੀ ਅਸ ਓਪ। ਮਾਰੇ ਕਹਿੰਦੇ ਮਾਨੋ ਤਲਵਾਰ ਨੂੰ ਹੀ ਉਪਮਾ ਦੇ ਦਿੱਤੀ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਵੀ ਤਲਵਾਰ ਦੀ ਸੋਭਾ ਬਣਾ ਦਿੱਤੀ। ਤਲਵਾਰ ਇਉਂ ਮਾਰੀ ਦੀ ਕਹਿੰਦੇ ਤਲਵਾਰ ਇਉਂ ਨਹੀਂ, ਇਉਂ ਮਾਰੀ ਤਲਵਾਰ ਦਾ ਵਾਰ ਹੋਵੇ ਤੇ ਫਿਰ ਅੜ ਕਿਵੇਂ ਜਾਵੇ, ਰਹਿ ਕਿਵੇਂ ਜਾਵੇ, ਵਿੱਚੋਂ ਸੁੱਕੀ ਲੰਘਾ ਦਿੱਤੀ ਸਿਰ ਦੇ ਵਿੱਚੋਂ। ਹਾਂਜੀ, ਸਵਈਆ ਕੌਣ ਸਿੰਘ ਜੁਝਾਰ ਮਹਾਰਨ ਮੈਂ। ਜਦੋਂ ਜੁਝਾਰ ਸਿੰਘ, ਉਹਦਾ ਜੂਝਨ ਸਿੰਘ ਵੀ ਨਾਮ ਹੈ, ਜੁਝਾਰ ਸਿੰਘ ਜਦੋਂ ਮਾਰਿਆ ਗਿਆ, ਲੜ ਕੇ ਮਰ ਕੇ ਸੁਰਲੋਕ ਬਿਹਾਰਿਓ। ਜਦੋਂ ਸੁਰਲੋਕ ਨੂੰ ਚਲਾ ਗਿਆ, ਸੈਨ ਜਿਤੋ ਤੇ ਸੰਗ ਹੋਤੋ। ਜਿੰਨੀ ਉਹਦੇ ਨਾਲ ਫੌਜ ਸੀ ਤਬ ਹੀ ਅਸਲੇ ਨਿਪ ਮਾਰ ਵਿਦਾਰਿਓ। ਉਹ ਵੀ ਰਾਜੇ ਖੜਗ ਸਿੰਘ ਨੇ ਮਾਰ ਸੁੱਟੀ। ਜੇਤੇ ਰਹੇ ਸੋ ਭੱਜੇ ਰਨ ਤੇ। ਜਿਹੜੇ ਥੋੜੇ ਜਿਹੇ ਬਚੇ ਉਹ ਮੈਦਾਨੇ ਜੰਗ ਚੋਂ ਭੱਜ ਪਏ। ਕਿਨਹੂ ਨਹੀਂ ਲਾਜ ਕੀਓ ਰਨ ਹਾਰਿਓ। ਕਿਸੇ ਨੇ ਫਿਰ ਸ਼ਰਮ ਨਹੀਂ ਕੀਤੀ, ਭੱਜਣ ਲੱਗਿਆ, ਬੇਸ਼ਰਮਾ ਦੀ ਤਰ੍ਹਾਂ ਭੱਜ ਗਏ ਫਿਰ ਡਰ ਕੇ। ਮਾਨੋ ਦੰਡ ਲਿਏ ਕਰ ਮੈਂ। ਮਾਨੋ ਹੱਥ ਵਿੱਚ ਦੰਡ ਲੈ ਕੇ ਜਮ ਕੇ ਸਾਮ ਭੂਪ ਮਹਾ ਅਸ ਧਾਰਿਓ। ਇਹ ਖੜਗ ਸਿੰਘ ਜਮ ਦਾ ਰੂਪ ਬਣਿਆ ਹੋਇਆ ਸੀ ਤੇ ਉਹਦੇ ਪਿੱਛੇ ਦੌੜ ਰਿਹਾ ਸੀ ਤੇ ਅੱਗੇ ਅੱਗੇ ਦੌੜ ਰਹੇ ਸਨ। ਹਾਂਜੀ, ਦੋਹਰਾ ਖੜਗ ਸਿੰਘ ਸਰ ਧਨ ਗਹਿਓ। ਰਾਜਾ ਖੜਗ ਸਿੰਘ ਨੇ ਤੀਰ ਕਮਾਨ ਪਕੜਿਆ। ਕਿਨਹੂ ਰਹਿਓ ਨਾ ਧੀਰ। ਜਦੋਂ ਉਹਨੇ ਤੀਰ ਛੱਡੇ ਫਿਰ ਕਿਸੇ ਦਾ ਹੌਸਲਾ ਨਹੀਂ ਰਿਹਾ। ਚਲੇ ਤਿਆਗ ਕੇ ਰਨ ਰਥੀ। ਕਹਿੰਦੇ ਬੜੇ ਬੜੇ ਰਥੀ, ਹੱਥ ਰਥੀ, ਮਹਾਰਥੀ ਮੈਦਾਨੇ ਜੰਗ ਨੂੰ ਛੱਡ ਕੇ ਦੌੜੇ। ਮਹਾਰਥੀ ਬਲਬੀਰ। ਮਹਾਰਥੀ ਰਥੀ ਸਭ ਦੌੜ ਗਏ, ਬਲਵੀਰ ਯੋਧੇ। ਜਬ ਭਾਜੀ ਜਾਦਵ ਚਮੋ। ਜਦੋਂ ਜਾਦਵਾਂ ਦੀ ਫੌਜ ਭੱਜ ਗਈ, ਕਿਸਨ ਬਿਲੋਕੀ ਨੈਣ। ਕ੍ਰਿਸ਼ਨ ਨੇ ਵੇਖਿਆ ਲੋ ਵੀ ਹੁਣ ਇਹ ਵੀ ਸਾਡੇ ਯੋਧੇ ਮਾਰੇ ਗਏ, ਜੂਝਨ ਸਿੰਘ ਵੀ, ਚੜਾਚੜ ਸਿੰਘ ਵੀ, ਤੇ ਫੌਜ ਫਿਰ ਭੱਜੀ ਵਾਪਸ ਆ ਰਹੀ ਹੈ। ਸਾਤਕ ਸਿਉ ਹਰਿਓ ਕਹਿਓ। ਤਾਂ ਸ੍ਰੀ ਕ੍ਰਿਸ਼ਨ ਜੀ ਨੇ ਆਪਣੀ ਕੁਲ ਦੇ ਵਿੱਚ ਇੱਕ ਯੋਧਾ ਸੀ ਜਿਹਦਾ ਨਾਮ ਸਾਤਕ ਸੀ, ਉਹਨੂੰ ਯੁਧਾਨ ਵੀ ਕਹਿੰਦੇ ਨੇ। ਦੋ ਤਿੰਨ ਨਾਮ ਉਹਦੇ ਆਏ ਨੇ। ਭਾਈ ਕਾਹਨ ਸਿੰਘ ਜੀ ਨਾਭਾ ਨੇ ਮਾਨਕੋਸ਼ ਵਿੱਚ ਲਿਖਿਆ। ਸਾਤਕ ਇੱਕ ਬੜਾ ਸੂਰਮਾ ਸੀਗਾ, ਯੁਧਾਨ ਵੀ ਉਹਨੂੰ ਕਹਿੰਦੇ ਨੇ। ਉਹਨੂੰ ਕ੍ਰਿਸ਼ਨ ਜੀ ਕਹਿਣ ਲੱਗੇ ਤੁਮ ਧਾਵ ਹੋ ਲੈ ਸੈਨ। ਕਿ ਹੇ ਸਾਤਕ ਤੂੰ ਜਾ, ਹੁਣ ਤੇਰਾ ਕੰਮ ਹੈ, ਤੂੰ ਘਰ ਜਾ ਕੇ ਯੁੱਧ ਕਰ, ਫੌਜ ਲੈ ਕੇ ਜਾ ਆਪਣੇ ਨਾਲ। ਸਵਈਆ ਸਾਤਕ ਔ ਬਰਮਾ ਕ੍ਰਿਤ ਊਦਵ। ਤੇ ਬਰਮਾ ਕਿਰਤ ਇਹ ਵੀ ਸਾਧ ਸੰਗਤ ਜੀ ਕ੍ਰਿਸ਼ਨ ਜੀ ਦੇ ਬਰਾਦਰੀ ਵਿੱਚੋਂ ਭਰਾ ਬੰਦੂ ਸੀਗਾ, ਜਾਦਵ ਸੀਗਾ। ਕਿਰਤ ਬਰਮਾ ਕਹਿੰਦੇ ਵੈਸੇ ਇਹਨੂੰ। ਮਹਾਰਾਜ ਨੇ ਬਰਮਾ ਕਿਰਤ ਲਿਖਿਆ, ਛੰਦ ਦੇ ਚਾਲ ਨਾਲ ਅੱਗੇ ਪਿੱਛੇ ਨਾ ਕਰਨਾ ਪੈਂਦਾ। ਕਿਰਤ ਬਰਮਾ ਨੂੰ ਤੇ ਸਾਤਕ ਨੂੰ, ਤੇ ਤੀਸਰਾ ਉਦੋ ਜੀ ਜਿਨ੍ਹਾਂ ਦਾ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਨਾਮ ਆਉਂਦਾ। ਉਦੋ ਅਕਰੂਰ ਬਿਦਰ ਗੁਣ ਗਾਵੇ ਸਰਬਾਤ ਨੂੰ ਜਨ ਜਾਣੇ। ਉਦੋ ਜੀ ਨੂੰ, ਸਾਤਕ ਨੂੰ ਤੇ ਕਿਰਤ ਵਰਮੇ ਨੂੰ ਕਿਹਾ ਵੀ ਤੁਸੀਂ ਹੁਣ ਵੱਡੇ ਮੇਰੇ ਸਕੇ ਸੰਬੰਧੀ ਹੋ, ਤੁਸੀਂ ਮੇਰੇ ਭਾਈ ਬੰਧੂ ਹੋ, ਤੁਹਾਡੇ ਤੋਂ ਬਿਨਾਂ ਮੈਂ ਕਿਹਨੂੰ ਅੱਗੇ ਭੇਜਾਂ। ਉਦੋਂ ਕਹਿੰਦੇ ਚਾਚਾ ਵੀ ਲੱਗਦਾ ਸੀ ਕ੍ਰਿਸ਼ਨ ਜੀ ਦਾ। ਇਹ ਸਾਰੇ ਸੂਰਮੇ ਨੂੰ ਤੋੜ ਦਿੱਤਾ ਹੈ। ਹਾਂਜੀ, ਸ੍ਰੀ ਮੁਸਲੀ ਕਰ ਲੈ ਹਲ ਮੈਂ। ਆਪਣੇ ਭਰਾ, ਵੱਡੇ ਭਰਾ ਬਲਰਾਮ ਨੂੰ, ਜਿਹਨੂੰ ਮੁਸਲੀ ਧਰ ਕਹਿੰਦੇ, ਉਹ ਮੂਸਲ ਰੱਖਦਾ ਸੀ, ਹਲ ਰੱਖਦਾ ਸੀ। ਕਈ ਨਾਮ ਨੇ ਉਹਦੇ, ਬਲਰਾਮ ਵੀ ਕਹਿੰਦੇ ਨੇ,
ਉਹਨੂੰ ਮੂਸਲ ਧਾਰਨ ਕਰਕੇ ਮੁਸਲੀ ਵੀ ਕਹਿੰਦੇ ਨੇ, ਮੁਸਲੀ ਧਰ ਵੀ ਕਹਿੰਦੇ ਨੇ, ਤੇ ਹਲ ਰੱਖਣ ਕਰਕੇ ਉਹਨੂੰ ਹਲ ਧਰ ਵੀ ਕਹਿੰਦੇ ਨੇ, ਹਲੀ ਵੀ ਕਹਿੰਦੇ ਨੇ। ਕਹਿੰਦੇ ਆਪਣੇ ਵੱਡੇ ਭਰਾ ਨੂੰ ਕਿਹਾ ਵੀ ਤੂੰ ਵੀ ਜਾ, ਉਹਨੇ ਵੀ ਆਪਣੇ ਸ਼ਸਤਰ ਬਸਤਰ ਚੱਕ ਲਏ। ਕ੍ਰਿਸ਼ਨ ਜੀ ਦਾ ਵੱਡਾ ਭਰਾ ਖੜਗ ਸਿੰਘ ਨਾਲ ਯੁੱਧ ਕਰਨ ਲਈ ਚੱਲਿਆ ਹੈ। ਹਾਂਜੀ, ਵਾਸੁਦੇਵ ਤੇ ਆਦਿ ਕਬੀਰ ਜਿਤੇ। ਕ੍ਰਿਸ਼ਨ ਜੀ ਦਾ ਪਿਤਾ ਵਾਸੁਦੇਵ, ਉਹ ਵੀ ਆਪ ਆਪਣੇ ਪੁੱਤਰ ਦੀ ਗੱਲ ਸੁਣ ਕੇ ਆਪਣੇ ਵੱਡੇ ਪੁੱਤਰ ਦੇ ਨਾਲ ਜੰਗ ਨੂੰ ਚੜਿਆ। ਹਾਂਜੀ, ਇਹ ਆਗਿਆ ਕੀ ਉਹ ਬਲ ਕਉ ਦਲ ਦੈ। ਇਹ ਸਾਰੇ ਸੂਰਮੇ ਬੜੇ ਬੜੇ ਯੋਧੇ ਹਨ। ਬਲਰਾਮ, ਉਦੋ ਔਰ ਕਿਰਤਵਰਮਾ, ਸਾਤਕ, ਵਾਸੁਦੇਵ, ਇਹ ਆਪਣੇ ਆਪਣੇ ਰੱਥਾਂ ਨੂੰ ਲੈ ਕੇ ਖੜਗ ਸਿੰਘ ਨਾਲ ਯੁੱਧ ਕਰਨ ਲਈ ਚੱਲੇ ਹਨ। ਹਾਂਜੀ, ਸਭ ਹੋਂ ਨ੍ਰਿਪ ਉਪਰ ਬਾਨਨ ਬ੍ਰਿਸ਼ਟ। ਆ ਕੇ ਇਹਨਾਂ ਨੇ ਖੜਗ ਸਿੰਘ ਦੇ ਉੱਤੇ ਤੀਰਾਂ ਦੀ ਵਰਖਾ ਕਰ ਦਿੱਤੀ ਹੈ। ਕਰੀ ਮਨ ਮੈਂ ਤੱਕ ਕੈ ਖਲ ਛੈ। ਔਰ ਇਹਨਾਂ ਨੇ ਖੜਗ ਸਿੰਘ ਨੂੰ ਮਾਰਨ ਦੇ ਲਈ ਤੀਰਾਂ ਦੀ ਵਰਖਾ ਕੀਤੀ ਹੈ। ਸੁਰ ਰਾਜ ਪਠੇ ਗਿਰ ਗੋ ਤਨ ਪੈ। ਏਦਾਂ ਲੱਗਦਾ ਜਿਵੇਂ ਇੰਦਰ ਨੇ ਬੱਦਲਾਂ ਦੀ ਵਰਖਾ ਕਰਨ ਲਈ ਗੋਵਰਧਨ ਪਹਾੜ ਦੇ ਉੱਤੇ ਭੇਜਿਆ ਹੋਵੇ। ਉਹ ਪਹਿਲੀ ਐਗਜ਼ਾਮਪਲ ਦੁਬਾਰਾ ਫਿਰ ਸਤਿਗੁਰੂ ਦੇ ਰਹੇ ਨੇ। ਹਾਂਜੀ, ਰਿਸ ਮੇਘ ਮਨੋ ਬਰਖੈ ਬਲ ਕੈ। ਗੁੱਸਾ ਖਾ ਕੇ ਜਿਵੇਂ ਇੰਦਰ ਦੇ ਬੱਦਲ ਗੋਵਰਧਨ ਪਰਬਤ ਤੇ ਵਸੇ ਸਨ, ਏਦਾਂ ਤੀਰਾਂ ਦੀ ਵਰਖਾ ਹੋ ਰਹੀ ਹੈ। ਸਵਈਆ ਸਰ ਜਾਲ ਕਰਾਲ ਸਭੈ ਸਹਿ ਕੈ। ਕਹਿੰਦੇ ਹਜ਼ਾਰਾਂ ਤੀਰ ਆਏ, ਆਪਣੀ ਢਾਲ ਤੇ ਰੋਕ ਲਏ। ਕਹਿੰਦੇ ਖੜਗ ਸਿੰਘ ਨੇ ਸਾਰੇ ਤੀਰ ਸਹਿ ਕੇ ਉਸ ਤੋਂ ਬਾਅਦ ਗਹਿ ਕੈ ਬਹਰੋ ਧਨ ਬਾਣ ਚਲਾਏ। ਆਪਣੇ ਪੱਥੇ ਚੋਂ ਤੀਰ ਕੱਢੇ ਤੇ ਮੁਕਾਬਲੇ ਦੇ ਤੀਰ ਚਲਾਣੇ ਸ਼ੁਰੂ ਕਰ ਦਿੱਤੇ। ਹਾਂਜੀ, ਬਾਜ ਕਰੇ ਸਭ ਹੋਣ ਕੇ ਘਾਇਲ। ਉਹਨੇ ਆਪਣੇ ਤੀਰਾਂ ਨਾਲ ਸਾਰਿਆਂ ਦੇ ਘੋੜੇ ਜ਼ਖਮੀ ਕਰ ਦਿੱਤੇ। ਹਾਂਜੀ, ਸੂਤ ਸਭੈ ਤਿਨ ਕੇ ਰਨ ਘਾਏ। ਤੇ ਰੱਥਾਂ ਨੂੰ ਚਲਾਉਣ ਵਾਲੇ ਰਥਵਾਨ ਮਾਰ ਹੀ ਸੁੱਟੇ ਸਾਰੇ। ਹਾਂਜੀ, ਪੈਦਲ ਕੇ ਦਲ ਮਾਂਝ ਪਰਿਓ। ਜਿਹੜੀ ਪੈਦਲ ਫੌਜ ਸੀ ਨਾ ਜਾਦਵਾਂ ਦੀ, ਉਹਦੇ ਵਿੱਚ ਜਾ ਪਿਆ ਖੜਗ ਸਿੰਘ। ਤੇਈ ਬਾਨਨ ਸੋ ਜਮ ਲੋਕ ਪਠਾਏ। ਤੀਰਾਂ ਦੇ ਨਾਲ ਸਭ ਨੂੰ ਜਮ ਲੋਕ ਪਹੁੰਚਾਈ ਜਾਂਦਾ ਹੈ। ਸਿਆੰਦਨ ਕਾਟ ਦਿਓ ਬਹੁਰੋ ਸਭ। ਉਹਨਾਂ ਦੇ ਰੱਥ ਵੀ ਕੱਟ ਦਿੱਤੇ ਨੇ, ਪਹੀਏ ਤੋੜ ਦਿੱਤੇ ਨੇ ਰੱਥਾਂ ਦੇ। ਹਵੈ ਬੇਰਥੀ ਜਦ ਬੰਸ ਪਰਾਏ। ਕਹਿੰਦੇ ਜਾਦੂਆਂ ਦੇ ਵੱਡੇ ਵੱਡੇ ਯੋਧੇ ਵਿਚਾਰੇ ਰੱਥਾਂ ਤੋਂ ਬਿਨਾਂ ਪੈਦਲ ਤੁਰੇ ਫਿਰਦੇ ਹਨ। ਹਾਂਜੀ, ਸਵਈਆ ਕਾਹੇ ਕੋ ਭਾਜ ਹੋ ਰਨ ਤੇ ਖੜਗ ਸਿੰਘ ਗਰਜਿਆ। ਉਹ ਕਹਿਣ ਲੱਗਾ ਕਿੱਥੇ ਜਾਂਦੇ ਹੋ ਭੱਜ ਕੇ। ਕਹਿੰਦਾ ਕਾਹੇ ਕੋ ਭਾਜਤ ਹੋ ਰਨ ਤੇ, ਭੱਜਦੇ ਕਿਉਂ? ਕਹਿੰਦਾ ਖੜ ਜਾਓ। ਹਾਂਜੀ, ਬਲ ਜੋਤ ਸਮੋ ਪੁਨ ਐਸੋ ਨਾ ਪੈ। ਉਹ ਬਲਰਾਮ ਨੂੰ ਪਛਾਣਦਾ ਸੀ ਨਾ ਵੀ ਇਹ ਕ੍ਰਿਸ਼ਨ ਦਾ ਵੱਡਾ ਭਰਾ ਤੇ ਬੜਾ ਨਾਮੀ ਸੂਰਮਾ। ਕ੍ਰਿਸ਼ਨ ਦਾ ਭਰਾ ਬਲਰਾਮ ਕ੍ਰਿਸ਼ਨ ਨਾਲੋਂ ਵੀ ਸੂਰਮਾ ਸੀਗਾ, ਬਹੁਤ ਬਲੀ ਸੀ। ਤੇ ਕਹਿਣ ਲੱਗਾ ਤੂੰ ਆਪਣੇ ਆਪ ਨੂੰ ਬਲਰਾਮ ਕਹਿੰਦਾ, ਇਹੋ ਜਿਹਾ ਮੌਕਾ ਕਿੱਥੇ ਲੱਭਣਾ ਯੁੱਧ ਕਰਨ ਦਾ? ਆ ਜਾ ਜਰਾ ਦੋ ਹੱਥ ਕਰ ਲਈਏ ਆਪਾਂ। ਹਾਂਜੀ, ਸਾਤਕ ਸੋ ਖੜਗੇਸ ਕਹਿਓ। ਤੇ ਸਾਤਕ ਨੂੰ, ਉਹ ਜਿਹਦਾ ਨਾਮ ਯੁਧਾਨ ਵੀ ਸੀ, ਉਹਨੂੰ ਵੀ ਖੜਗ ਸਿੰਘ ਕਹਿਣ ਲੱਗਾ ਅਬ ਭਾਜੋ ਤੇ ਕਛ ਲਾਜ ਰਹਿ ਹੈ। ਜੇ ਹੁਣ ਭੱਜ ਕੇ ਵਾਪਸ ਜਾਓਗੇ ਤਾਂ ਸ਼ਰਮ ਨਹੀਂ ਆਏਗੀ ਤੁਹਾਨੂੰ? ਆਇਓ ਮੇਰੇ ਨਾਲ ਯੁੱਧ ਕਰਨ, ਭੱਜੇ ਕਿਉਂ ਜਾਂਦੇ ਹੋ? ਕਹਿੰਦਾ ਠਹਿਰ ਜਾਓ, ਜੇ ਤੁਸੀਂ ਭੱਜ ਗਏ ਤੁਹਾਡੀ ਲਾਜ, ਤੁਹਾਡੀ ਕੁੱਲ ਦਾ ਕੀ ਬਣੇਗਾ? ਸ਼ਰਮ ਨਹੀਂ ਹੋਏਗੀ ਤੁਹਾਨੂੰ? ਲੋਕਾਂ ਨੂੰ ਕੀ ਮੂੰਹ ਜਾ ਕੇ ਦਿਖਾਓਗੇ? ਹਾਂਜੀ, ਜਾਓ ਕਹੂ ਔਰ ਸਮਾਜ ਮੈਂ ਜਾਏ ਹੋ। ਇਥੋਂ ਭੱਜ ਕੇ ਤੁਸੀਂ ਬਲਰਾਮ, ਸਾਤਕ, ਕਿਰਤਵਰਮਾ, ਉਦੋਂ ਤੁਸੀਂ ਕਿਸੇ ਬਰਾਦਰੀ 'ਚ, ਕਿਸੇ ਭਾਈਚਾਰੇ 'ਚ, ਕਿਸੇ ਸਮਾਜ ਵਿੱਚ, ਸੁਸਾਇਟੀ 'ਚ ਜਾਓਗੇ। ਹਾਂਜੀ, ਸੋ ਵਹੁ ਕਾਇਰ ਰਾਜ ਵਹਿ ਹੈ। ਉਹ ਸਾਰੇ ਕਹਿਣਗੇ ਇਹ ਤੇ ਭੱਜ ਕੇ ਆ ਗਏ ਖੜਗ ਸਿੰਘ ਕੋਲ, ਇਹ ਤੇ ਬੁੱਝਦਿਲ ਨੇ, ਇਹ ਤੇ ਕਾਇਰ ਨੇ। ਤੇ ਜਿਹੜੇ ਸਮਾਜ ਜਾ ਕੇ ਲੁਕੋਗੇ ਨਾ, ਉਹ ਬਹਾਦਰਾਂ ਦਾ ਸਮਾਜ ਨਹੀਂ ਹੋਵੇਗਾ, ਕਾਇਰਾਂ ਦਾ ਹੋਵੇਗਾ। ਬੁੱਝਦਿਲਾਂ ਵਿੱਚ ਭਾਵੇਂ ਜਾ ਕੇ ਲੁਕ ਜਾਓ, ਤੁਹਾਨੂੰ ਬਹਾਦਰਾਂ ਨੇ ਆਪਣੇ 'ਚ ਬਹਿਣ ਨਹੀਂ ਦੇਣਾ। ਹਾਂਜੀ, ਤਾਤੇ ਵਿਚਾਰ ਕਹਿਣ ਫਿਰੋ। ਇਸ ਕਰਕੇ ਵਿਚਾਰ ਕਰ ਲਓ ਤੇ ਆ ਜਾਓ, ਦੋ ਹੱਥ ਕਰ ਲਈਏ। ਭੱਜ ਕੇ ਕਿੱਥੇ ਜਾਂਦੇ ਹੋ? ਕਹਿੰਦਾ ਹਾਂਜੀ, ਇਨ ਭਾਜ ਕੇ ਕਾਮ ਖਲੇ ਕਰ ਜਾਏ ਹੈ। ਕਹਿੰਦੇ ਕਿਆ ਮੁਖ ਲੈ ਘਰ ਜਾ, ਘਰ ਕਿਹੜਾ ਮੂੰਹ ਲੈ ਕੇ ਜਾਓਗੇ ਭੱਜ ਕੇ ਤੁਸੀਂ? ਹਾਂਜੀ, ਸਵਈਆ ਯੋਂ ਸੋਨ ਸੂਰ ਨਾ ਕੋ ਫਿਰਿਓ। ਇਹ ਸੁਣ ਕੇ ਕਹਿੰਦੇ ਫੇਰ ਵੀ ਕਿਸੇ ਸੂਰਮੇ ਦਾ ਹੌਸਲਾ ਨਾ ਪਿਆ ਇਹਦੀ ਜਵਾਬ ਲਲਕਾਰ ਦਾ ਜਵਾਬ ਦਈਏ। ਪਿਛੇ ਨੂੰ ਭੱਜੇ ਜਾਂਦੇ, ਮੁੜੇ ਨਹੀਂ ਗਏ। ਹਾਂਜੀ, ਰਿਸ ਕੈ ਅਰ ਕੈ ਨਿਰਭ ਪਾਸ਼ੈ ਧਇਓ ਹੈ। ਫਿਰ ਗੁੱਸਾ ਖਾ ਕੇ ਖੜਗ ਸਿੰਘ ਪਿੱਛੇ ਦੌੜਿਆ। ਕਹਿੰਦਾ ਇਹ ਤਾਂ ਬੜੇ ਬੇਸ਼ਰਮ ਨੇ, ਭੱਜੇ ਹੀ ਜਾਂਦੇ, ਹੁਣ ਦੇਖਾਂ ਮੈਂ ਇਹਨਾਂ ਨੂੰ। ਉਹ ਪਿੱਛੇ ਆਇਆ ਇਹਨਾਂ ਦੇ। ਹਾਂਜੀ, ਜਾਦਵ ਭਾਜਤ ਜੈਸੇ ਅਜਾ। ਕਹਿੰਦੇ ਜਾਦਵ ਜਿਹੜੇ ਨੇ
ਯਾਨੀ ਬਲਰਾਮ, ਉਦੋ, ਕਿਰਤਵਰਮਾ, ਸਾਤਕ ਵੱਡੇ ਵੱਡੇ ਯੋਧੇ ਇਹੋ ਅੱਗੇ ਕਿ ਭੱਜੇ ਜਾਂਦੇ ਨੇ ਜਿਵੇਂ ਬੱਕਰੀਆਂ ਸ਼ੇਰ ਅੱਗੇ ਭੱਜਦੀਆਂ। ਹਾਂਜੀ, ਖੜਗੇਸ ਮਨੋ ਮ੍ਰਿਗਰਾਜ ਭਇਓ ਹੈ। ਕਹਿੰਦਾ ਖੜਗ ਸਿੰਘ ਮਾਨੋ ਬੱਬਰ ਸ਼ੇਰ ਹੈ ਤੇ ਕ੍ਰਿਸ਼ਨ ਦਾ ਭਰਾ, ਉਹਦੇ ਚਾਚੇ ਹੋਰੀ, ਉਹਦੇ ਪਿਓ ਹੋਰੀ ਮਾਨੋ ਬੱਕਰੀਆਂ ਬਣ ਗਏ ਨੇ, ਅੱਗੇ ਅੱਗੇ ਦੌੜੇ ਜਾਂਦੇ। ਹਾਂਜੀ, ਧਾਏ ਮਿਲਿਓ ਮੁਸਲੀ ਧਰ ਕੋ। ਅਖੀਰ ਦੌੜੇ ਜਾਂਦੇ ਬਲਰਾਮ ਨੂੰ ਘੇਰ ਲਿਆ। ਬਲਰਾਮ ਵੀ ਦੌੜਿਆ ਜਾ ਰਿਹਾ ਸੀ, ਹੋਰ ਵੀ ਦੌੜੇ ਜਾ ਰਹੇ ਸੀ। ਖੜਗ ਸਿੰਘ ਦੌੜਿਆ ਪਿੱਛੇ ਜਾ ਕੇ ਬਲਰਾਮ ਦੇ ਬਰਾਬਰ ਹੋ ਗਿਆ। ਹਾਂਜੀ, ਤਿੰਨ ਕੰਠ ਵਿਖੇ ਧਨ ਡਾਰ ਲਿਓ ਹੈ। ਉਹ ਜਾਂਦੇ ਦੌੜੇ ਦੇ ਗਲ 'ਚ ਆਪਣਾ ਤੀਰ ਕਮਾਨ ਪਾ ਲਿਆ। ਉਹ ਤੀਰ ਕਮਾਨ ਤੁਹਾਨੂੰ ਪਤਾ ਨਾ, ਇੱਕ ਕਮਾਨ ਹੁੰਦੀ ਤੇ ਇੱਕ ਉਹਦੀ ਤੰਦੀ ਹੁੰਦੀ ਹੈ, ਉਹ ਉਹਦੇ ਗਲ 'ਚ ਪਾ ਲਈ। ਹਾਂਜੀ, ਤਉ ਹੱਸ ਕੇ ਆਪਣੇ ਬਸ ਕੇ। ਏਦਾਂ ਜਦੋਂ ਕਮਾਨ ਫੜ ਲਿਆ, ਕਹਿੰਦਾ ਠਹਿਰ ਜਾ, ਤੇ ਫਿਰ ਹੱਸ ਪਿਆ ਖੜਗ ਸਿੰਘ। ਹੱਸ ਕੇ ਨਾ ਉਹਦੇ ਵਿੱਚੋਂ ਉਹ ਕਮਾਨ ਕੱਢ ਲਿਆ ਸਿਰ ਦੇ ਵਿੱਚੋਂ। ਹਾਂਜੀ, ਬਲਦੇਵ ਹੈ ਕਉ ਤਬ ਛਾੜ ਦਿਓ ਹੈ। ਜਾ ਜਾ, ਤੇਰੇ ਵਰਗੇ ਨੂੰ ਕੀ ਮਾਰਨਾ, ਕਹਿੰਦਾ ਤੇਰੇ ਵਰਗੇ ਨੂੰ ਕੀ ਮਾਰਨਾ, ਜਾ ਦੌੜ ਜਾ। ਹਾਂਜੀ, ਦੋਹਰਾ ਜਬ ਸਭ ਹੀ ਪਟ ਭਾਜ ਕੇ। ਹੱਸ ਕੇ ਛੱਡ ਦਿੱਤਾ ਬਲਰਾਮ ਨੂੰ ਤੇ ਸਾਰੇ ਸੂਰਮੇ ਭੱਜ ਗਏ। ਹਾਂਜੀ, ਗਏ ਸਰਨ ਬ੍ਰਿਜ ਰਾਏ। ਜਾ ਕੇ ਭਗਵਾਨ ਕ੍ਰਿਸ਼ਨ ਦੀ ਸ਼ਰਨ ਪੈ ਗਏ ਜੀ। ਉਹ ਤਾਂ ਬੜੀ ਵੱਡੀ ਬੁਲਾ ਆ ਕਹਿੰਦੇ। ਹਾਂਜੀ, ਤਬ ਜਦਪਤ ਸਭ ਜਾਦਵਨ। ਤਾਂ ਭਗਵਾਨ ਕ੍ਰਿਸ਼ਨ ਦੀ ਸਾਰੇ ਜਾਦਵਾਂ ਨੂੰ ਕੀਨੋ ਏਕ ਉਪਾਏ। ਸਲਾਹ ਕਰਕੇ ਇੱਕ ਉਪਾਅ ਕਰਦੇ। ਹੁਣ ਇਹ ਕੋਈ ਸਕੀਮ ਸੋਚਦੇ ਆ, ਕੋਈ ਸਾਜ਼ਿਸ਼ ਕਰਦੇ ਨੂੰ ਮਾਰਨ ਦੀ। ਹਾਂਜੀ, ਸਵਈਆ ਘੇਰ ਹਿਆ ਸਭੈ ਮਿਲ ਕੇ। ਕਹਿੰਦੇ ਆਪਾਂ ਸਾਰੇ ਰਲ ਕੇ ਘੇਰੀਏ, ਏਦਾਂ ਤਾਂ ਇਹ ਕਾਬੂ ਨਹੀਂ ਆਉਣਾ। ਹਾਂਜੀ, ਐਸੇ ਵਿਚਾਰ ਸਭੈ ਪਟ ਧਾਏ। ਤੇ ਘੇਰਾ ਪਾ ਕੇ ਮਾਰੋ ਸਾਰੇ ਪਾਸਿਓਂ, ਸਾਰੇ ਜੋਰ ਲਾਈਏ ਇੱਕੋ ਵਾਰੀ। ਇਹ ਸਾਰੇ ਦੌੜੇ ਹਨ। ਆਗੇ ਕੀਓ ਬ੍ਰਿਜ ਭੂਖਨ ਕੋ। ਭਗਵਾਨ ਕ੍ਰਿਸ਼ਨ ਜੀ ਨੂੰ ਕਹਿੰਦੇ ਤੁਸੀਂ ਵੀ ਚੱਲੋ ਨਾਲ, ਤੁਹਾਡੇ ਬਿਨਾਂ ਨਹੀਂ ਕੰਮ ਸਰਨਾ ਮਾਰ। ਤੁਸੀਂ ਮਹਾਬਲੀ ਹੋ, ਤੁਸੀਂ ਅਵਤਾਰ ਹੋ, ਤੁਸੀਂ ਯੋਧੇ ਵੱਡੇ ਹੋ, ਸਾਡੇ ਸਾਰਿਆਂ ਦੇ ਤੁਸੀਂ ਸ਼੍ਰੋਮਣੀ ਹੋ। ਮਹਾਰਾਜ ਕ੍ਰਿਸ਼ਨ ਜੀ ਨੂੰ ਵੀ ਨਾਲ ਲੈ ਜਾ। ਹਾਂਜੀ, ਸਭ ਪਾਛੈ ਭਏ ਮਨ ਕੋਪ ਵਢਾਏ। ਅੱਗੇ ਕ੍ਰਿਸ਼ਨ ਜੀ ਨੂੰ ਕਰ ਲਿਆ, ਪਿੱਛੇ ਸਾਰੇ ਤੁਰ ਪਏ ਬੜੇ ਗੁੱਸੇ 'ਚ ਵੀ ਸਾਡੀ ਬੜੀ ਬੇਇੱਜ਼ਤੀ ਕੀਤੀ ਖੜਗ ਸਿੰਘ ਨੇ, ਐਤਕੀ ਆਪਾਂ ਇਹਨੂੰ ਛੱਡਣਾ ਕੋਈ ਨਹੀਂ ਕਹਿੰਦੇ। ਹਾਂਜੀ, ਕਾਨ ਪਰਮਾਨ ਲਵ ਤਾਨ ਕਮਾਨਨ। ਕਹਿੰਦੇ ਆਪਣੀਆਂ ਕਮਾਨਾਂ ਕੱਸ ਲਈਆਂ, ਕੰਨਾਂ ਦੇ ਖਿੱਚ ਖਿੱਚ ਕੇ ਤੀਰ ਮਾਰਦੇ ਨੇ। ਹਾਂਜੀ, ਯੋਂ ਨ੍ਰਿਪ ਉਪਰ ਬਾਣ ਚਲਾਏ। ਸਾਰਿਆਂ ਨੇ ਕ੍ਰਿਸ਼ਨ ਜੀ ਸਮੇਤ ਬਲਰਾਮ, ਉਦੋ, ਅਕਰੂਰ ਬੜੇ ਬੜੇ ਯੋਧੇ ਤੀਰਾਂ ਦੀ ਵਰਖਾ ਕਰਨ ਲੱਗੇ ਨੇ। ਹਾਂਜੀ, ਮਾਨੋ ਪਾਵਸ ਕੀ ਰਿਤ ਮੈਂ। ਮਹਾਰਾਜ ਦਸਵੇਂ ਪਾਤਸ਼ਾਹ ਕਹਿੰਦੇ ਇੰਜ ਲੱਗਦਾ ਜਿਵੇਂ ਸਾਉਣ ਦੇ ਮਹੀਨੇ ਵਿੱਚ ਘਨ ਬੂੰਦਨ ਜਿਉ ਸਰ ਸਿਉ ਬਰਖਾਏ। ਜੋਰ ਦਾ ਮੀਂਹ ਪੈ ਰਿਹਾ ਹੋਵੇ, ਬੂੰਦਾਂ ਪੈ ਰਹੀਆਂ ਹੁਣ, ਏਦਾਂ ਤੀਰ ਵੱਸ ਰਹੇ ਨੇ ਅਸਮਾਨ ਤੋਂ ਖੜਗ ਸਿੰਘ ਵੱਲ। ਕਾਟ ਕੇ ਬਾਣ ਸਭੈ ਤਿਨ ਕੇ। ਉਹਨਾਂ ਦੇ ਸਾਰੇ ਤੀਰਾਂ ਨੂੰ ਕੱਟ ਕੱਟ ਸੁੱਟੀ ਜਾਂਦਾ। ਹਾਂਜੀ, ਆਪਣੇ ਸਾਰੇ ਸ੍ਰੀ ਹਰ ਕੇ ਤਨ ਘਾਏ। ਤੇ ਆਪਣੇ ਤੀਰਾਂ ਨਾਲ ਕ੍ਰਿਸ਼ਨ ਜੀ ਵੱਲ ਵਾਰ ਕਰਦਾ, ਕਹਿੰਦਾ ਆ ਜਾ ਹੁਣ ਤੂੰ ਵੀ ਆ ਜਾ, ਮੇਰੇ ਸਾਹਮਣੇ ਆ ਗਿਆ। ਹਾਂਜੀ, ਘਾਇਨ ਤੇ ਬਹੁ ਸਰਾਉਣ ਬਹਿਓ। ਕਹਿੰਦੇ ਸਰੀਰ ਦੇ ਵਿੱਚੋਂ ਲਹੂ ਦੇ ਤੁਪਕੇ ਨਿਕਲਦੇ ਨੇ, ਫੁਹਾਰੇ ਚੱਲਦੇ ਨੇ। ਤਬ ਸ੍ਰੀ ਪਤ ਕੇ ਪਗ ਨਾ ਠਹਿਰਾਏ। ਕਹਿੰਦੇ ਜਦੋਂ ਕ੍ਰਿਸ਼ਨ ਜੀ ਨੂੰ ਖੜਗ ਸਿੰਘ ਦੇ ਤੀਰ ਵੱਜੇ ਨਾ, ਭਗਵਾਨ ਕ੍ਰਿਸ਼ਨ ਜੀ ਦੇ ਪੈਰ ਹਿੱਲ ਗਏ, ਉਹਨਾਂ ਦੇ ਪੈਰ ਨਹੀਂ ਉੱਥੇ ਲੱਗ ਸਕੇ। ਕ੍ਰਿਸ਼ਨ ਜੀ ਵੀ ਯੁੱਧ ਵਿੱਚੋਂ ਭੱਜਣ ਲੱਗੇ ਆ। ਹਾਂਜੀ, ਔਰ ਜਿਤੇ ਬਰ ਵੀਰ ਹੁਤੇ। ਜਦੋਂ ਐਡੇ ਵੱਡੇ ਅਵਤਾਰ ਦੇ ਪੈਰ ਨਹੀਂ ਲੱਗੇ, ਬਾਕੀਆਂ ਦੇ ਕਿੱਥੇ ਸੀ ਜਿਹੜੇ ਹੋਰ ਸੂਰਮੇ ਸਨ। ਰਨ ਦੇਖ ਕੇ ਭੂਪਤ ਕੋ ਬਿਸਮਾਏ। ਉਹ ਖੜਗ ਸਿੰਘ ਦਾ ਯੁੱਧ ਵੇਖ ਕੇ ਹੈਰਾਨ ਹੋ ਗਏ, ਕਹਿੰਦੇ ਕ੍ਰਿਸ਼ਨ ਨੂੰ ਵੀ ਨਹੀਂ ਟਿਕਣ ਦਿੱਤਾ, ਇਹ ਕਿੱਥੇ ਕਾਬੂ ਆਏਗਾ। ਕਹਿੰਦੇ ਹਾਂਜੀ, ਧੀਰ ਨਾ ਕਾਹੂ ਸਰੀਰ ਰਹਿਓ। ਕਿਸੇ ਦੇ ਦਿਲ ਹੌਸਲਾ ਨਹੀਂ ਰਿਹਾ, ਧੀਰਜ ਨਹੀਂ ਰਹੀ ਕਿਸੇ ਦੇ ਸਰੀਰ ਵਿੱਚ ਹੁਣ। ਹਾਂਜੀ, ਜਦ ਵੀਰ ਤੇ ਆਦਿ ਕਬੀਰ ਪਰ ਆਏ। ਭਗਵਾਨ ਕ੍ਰਿਸ਼ਨ ਜੀ ਵਰਗੇ ਸੂਰਮੇ ਅੱਗੇ ਅੱਗੇ ਭੱਜਣ ਲੱਗੇ ਨੇ, ਹੁਣ ਕਿਹੜਾ ਭਾਈ ਦਾ ਲਾਲ ਖੜੇਗਾ। ਹਾਂਜੀ, ਸ੍ਰੀ ਜਦ ਵੀਰ ਕੇ ਭਾਜ ਤਹੀ। ਭਗਵਾਨ ਕ੍ਰਿਸ਼ਨ ਜੀ ਮਹਾਰਾਜ ਜਦੋਂ ਭੱਜ ਗਏ, ਛੁੱਟ ਧੀਰ ਗਇਓ ਬਰ ਵੀਰਨ ਕੋ। ਕਹਿੰਦੇ ਫਿਰ ਵੱਡੇ ਵੱਡੇ ਯੋਧਿਆਂ ਦਾ ਹੌਸਲਾ ਟੁੱਟ ਗਿਆ ਵੀ ਹੁਣ ਨਹੀਂ ਗੱਲ ਬਣਦੀ। ਜੇ ਉਹ ਨਹੀਂ ਐਡੇ ਵੱਡੇ ਸੂਰਮੇ, ਸਾਰੀਆਂ ਫੌਜਾਂ ਦੇ ਵੱਡੇ ਬਾਦਸ਼ਾਹ ਰਾਜੇ ਮਹਾਰਾਜੇ ਜਦ ਕ੍ਰਿਸ਼ਨ ਜੀ ਨਹੀਂ ਖੜ ਸਕੇ, ਸਾਡਾ ਹੁਣ ਕੀ ਉੱਥੇ ਜ਼ੋਰ ਚੱਲਣਾ। ਹਾਂਜੀ, ਆਤ ਵਿਆਕੁਲ ਬੁੱਧ ਨਿਰਾਕਲ ਹੋਏ। ਵਿਆਕੁਲ ਹੋ ਗਏ, ਕਮਲੇ ਜੇ ਹੋ ਗਏ, ਜਿਵੇਂ ਡੌਰ ਭੌਰ ਕਹਿੰਦੇ ਹੋ ਗਿਆ ਬੰਦਾ। ਉਹ ਵਿਚਾਰੇ ਬੜੇ ਬੜੇ ਸੂਰਮੇ ਕ੍ਰਿਸ਼ਨ ਦੇ ਸਾਥੀ ਡੌਰ ਭੌਰੀ ਹੋ ਗਏ। ਹਾਂਜੀ,
ਲਖ ਲਾਗੇ ਹੈ ਘਾਏ ਸਰੀਰਨ ਕੋ। ਸਰੀਰ ਤੇ ਸੱਟਾਂ ਲੱਗੀਆਂ, ਵੇਖਦੇ ਨੇ ਕ੍ਰਿਸ਼ਨ ਜੀ ਦੇ ਸਰੀਰ ਤੇ ਤੀਰ ਵੱਜੇ ਨੇ, ਲਹੂ ਵਗ ਰਿਹਾ। ਉਹਨਾਂ ਨੇ ਆਪਣੇ ਸਾਰੇ ਸਰੀਰਾਂ ਚੋਂ ਲਹੂ ਵਗ ਰਿਹਾ, ਘਬਰਾ ਗਏ ਨੇ। ਹਾਂਜੀ, ਸੋ ਧਵਾਏ ਕੈ ਸਿੰਦਨ ਭਾਜ ਚੱਲੇ। ਆਪਣੇ ਆਪਣੇ ਰੱਥ ਦੁੜਾ ਕੇ ਦੌੜ ਚੱਲੇ ਨੇ। ਹਾਂਜੀ, ਡਰ ਮਾਨ ਘਨੋ ਅਰ ਤੀਰਨ ਕੋ। ਖੜਗ ਸਿੰਘ ਦੇ ਤੀਰਾਂ ਤੋਂ ਡਰ ਗਏ ਨੇ ਸਾਰੇ। ਹਾਂਜੀ, ਮਨ ਆਪਣੇ ਕੋ ਸਮਝਾਵਤ ਸਿਆਮ। ਭਗਵਾਨ ਕ੍ਰਿਸ਼ਨ ਜੀ ਬੜੇ ਸ਼ਰਮਿੰਦੇ ਹੋ ਗਏ, ਆਪਣੇ ਮਨ ਨੂੰ ਸਮਝਾਉਂਦੇ ਹਨ। ਹਾਂਜੀ, ਤੈਂ ਕੀਨੋ ਹੈ ਕੰਮ ਅਹੀਰਨ ਕੋ। ਓਏ ਕ੍ਰਿਸ਼ਨ, ਅੱਜ ਤੂੰ ਕੰਮ ਗਵਾਲਿਆਂ ਵਾਲਾ ਹੀ ਕੀਤਾ। ਉਹਦਾ ਪੁੱਤਰ ਤੇ ਆਪਣੇ ਆਪ ਨੂੰ ਮੈਂ ਕਹਿਣਾ ਵੀ ਮੈਂ ਜਾਦਵਾਨਾ ਆ, ਪਰ ਪੜਿਆ ਮੈਂ ਗਵਾਲਿਆਂ ਵਿੱਚ ਆ। ਤੇ ਅੱਜ ਕੰਮ ਓਏ ਮਨਾ, ਅੱਜ ਕੰਮ ਅਹੀਰਾਂ ਵਾਲਾ। ਅਹੀਰਨ ਕੋ, ਅਹੀਰ ਕਹਿੰਦੇ ਨੇ ਗਵਾਲਿਆਂ ਨੂੰ, ਦੁੱਧ ਜਿਹੜੇ ਚੋਂਦੇ ਨੇ, ਗਊਆਂ ਪਾਲਦੇ ਨੇ, ਅਹੀਰ ਵੀ ਕਹਿੰਦੇ ਨੇ ਉਹਨਾਂ ਨੂੰ, ਗੁੱਜਰ ਵੀ ਕਹਿੰਦੇ ਨੇ, ਗਵਾਲੇ ਵੀ ਕਹਿੰਦੇ ਨੇ। ਅੱਜ ਗੁੱਜਰਾਂ ਵਾਲਾ, ਅੱਜ ਅਹੀਰਾਂ ਵਾਲਾ ਕੰਮ ਕੀਤਾ, ਛਤਰੀਆਂ ਵਾਲਾ ਕੰਮ ਨਹੀਂ ਕੀਤਾ। ਪਹਿਲੀ ਵਾਰੀ ਅੱਜ ਮੈਂ ਜੰਗ ਚੋਂ ਭੱਜਿਆ। ਕ੍ਰਿਸ਼ਨ ਜੀ ਕਹਿੰਦੇ ਖੜਗ ਸਿੰਘ ਨੇ ਮੈਨੂੰ ਭਾਜੜ ਪਾ ਦਿੱਤੀ ਹੈ। ਹਾਂਜੀ, ਦੋਹਰਾ ਨਿਜ ਮਨ ਕੋ ਸਮਝਾਏ ਕੈ। ਆਪਣੇ ਮਨ ਨੂੰ ਸਮਝਾਇਆ ਕ੍ਰਿਸ਼ਨ ਨੇ ਵੀ ਬੜੀ ਮਾੜੀ ਗੱਲ ਹੋ ਗਈ ਹੈ, ਇਹ ਤਾਂ ਮੇਰੀ ਲਾਜ ਸ਼ਰਮ ਮੇਰੇ ਵਾਸਤੇ ਡੁੱਬ ਕੇ ਮਰਨ ਵਾਲੀ ਗੱਲ ਬਣ ਗਈ ਹੈ। ਹਾਂਜੀ, ਬਹੁਤ ਫਿਰੇ ਘਨ ਸਿਆਮ। ਨਹੀਂ, ਮਰ ਜਾਣਾ ਚੰਗਾ, ਭਜਣਾ ਚੰਗਾ ਨਹੀਂ। ਫਿਰ ਆਪਣੇ ਰੱਥ ਨੂੰ ਮੋੜ ਲਿਆ ਕ੍ਰਿਸ਼ਨ ਨੇ। ਹਾਂਜੀ, ਜਾਦਵ ਸੈਨਾ ਸੰਗ ਲੈ। ਆਪਣੇ ਨਾਲ ਦੇ ਨੂੰ ਆਖਿਆ ਉਹ ਮੁੜੋ ਪਿੱਛੇ, ਏਦਾਂ ਭੱਜੇ ਕਿੱਥੇ ਜਾਵਾਂਗੇ। ਹਾਂਜੀ, ਸੁਨ ਆਏ ਰਨ ਧਾਮ। ਫਿਰ ਭਗਵਾਨ ਕ੍ਰਿਸ਼ਨ ਜੀ ਦੁਬਾਰਾ ਮੈਦਾਨੇ ਜੰਗ ਵਿੱਚ ਆ ਗਏ ਹਨ। ਕਾਨ ਜੂਬਾਚ। ਭਗਵਾਨ ਕ੍ਰਿਸ਼ਨ ਜੀ ਇਉਂ ਕਹਿੰਦੇ ਹਨ, ਖੜਗ ਸਿੰਘ ਕੋ ਹਰ ਕਹਿਓ। ਭਗਵਾਨ ਖੜਗ ਸਿੰਘ ਮੈਦਾਨੇ ਜੰਗ ਵਿੱਚ ਆ ਕੇ ਫਿਰ ਖੜਗ ਸਿੰਘ ਦੇ ਸਾਹਮਣੇ ਲਲਕਾਰ ਕੇ ਬੋਲੇ, ਆਪ ਤੂੰ ਖੜਗ ਸੰਵਾਰ। ਲੈ ਵੀ ਖੜਗ ਸਿਆ, ਹੁਣ ਤੇਰਾ ਮੇਰਾ ਜੰਗ ਹੋਣਾ, ਤੂੰ ਖੜਗ ਸੰਭਾਲ ਆਪਣੀ, ਤਲਵਾਰ ਸੰਭਾਲ ਆਪਣੀ। ਹਾਂਜੀ, ਜਾਮ ਦਿਵਸ ਕੇ ਰਹਿਤ ਹੀ। ਆ ਤੈਨੂੰ ਮੇਰਾ ਚੈਲੰਜ ਹੈ ਖੜਗ ਸਿਆ, ਇੱਕ ਪੈਰ ਦਿਨ ਰਹਿੰਦਿਆਂ ਸ਼ਾਮ ਦੇ 4 ਨਹੀਂ ਵੱਜਣ ਦੇਣੇ, ਤੈਨੂੰ ਮਾਰ ਦਿਆਂਗਾ। ਹਾਂਜੀ, ਦਾਰੋਂ ਤੋਹੇ ਅੱਜ ਸੰਘਾਰ। ਤੈਨੂੰ ਮਾਰ ਸੁੱਟਾਂਗਾ ਮੈਂ। ਹਾਂਜੀ, ਸਵਈਆ ਕੋਪ ਕਹਿ ਬੈਨ ਕਹੈ ਖੜਗੇਸ ਕੋ। ਇਸ ਤਰ੍ਹਾਂ ਖੜਗ ਸਿੰਘ ਨੂੰ ਕ੍ਰਿਸ਼ਨ ਜੀ ਨੇ ਗੁੱਸੇ 'ਚ ਆ ਕੇ ਲਲਕਾਰਿਆ। ਹਾਂਜੀ, ਸ੍ਰੀ ਹਰਜੂ ਧਨ ਬਾਨਨ ਲੈ ਕੇ। ਔਰ ਹੱਥ ਵਿੱਚ ਤੀਰ ਕਮਾਨ ਫੜਿਆ ਤੇ ਕੰਨਾਂ ਤਾਈਂ ਖਿੱਚਿਆ। ਚਾਮ ਕੇ ਦਾਮ ਚਲਾਏ ਲਏ ਤੁਮ। ਤੇ ਕਹਿੰਦੇ ਖੜਗ ਸਿਆ, ਤੂੰ ਬੜੀਆਂ ਚੰਮ ਦੀਆਂ ਚਲਾ ਲਈਆਂ ਨੇ, ਚੰਮ ਦੇ ਦਮ ਚਲਾ, ਦਮ ਨੇ ਦਮੜੇ। ਕਹਿੰਦੇ ਇੱਕ ਰਾਜਾ ਕਿਸੇ ਚਮੜੇ ਦਾ ਕੰਮ ਕਰਨ ਵਾਲੇ ਨੌਕਰ ਤੇ ਖੁਸ਼ ਹੋ ਗਿਆ ਤੇ ਉਹਨੂੰ ਕਹਿਣ ਲੱਗਾ ਵੀ 10 ਮੰਗ, ਮੈਂ ਤੇਰੇ ਨੂੰ ਕੀ ਦਿਆਂ। ਉਹ ਚਮੜੇ ਦਾ ਕੰਮ ਕਰਦਾ ਸੀ, ਉਹ ਕਹਿਣ ਲੱਗਾ ਰਾਜਾ ਜੀ ਫਿਰ ਅੱਧੇ ਦਿਨ ਦਾ ਰਾਜ ਦੇ ਦਿਓ। ਉਹਨੇ ਕਿਹਾ ਠੀਕ ਹੈ, ਅੱਧਾ ਦਿਨ ਤੇਰਾ ਰਾਜ ਹੈ। ਅੱਧਾ ਦਿਨ ਉਹ ਚਰਮਕਾਰ ਜਿਹੜਾ ਸੀ ਰਾਜ ਕਰਨ ਲੱਗਾ, ਉਹਨੇ ਇੱਕੋ ਹੀ ਕੰਮ ਕੀਤਾ, ਸਾਰੀਆਂ ਟਕਸਾਲਾਂ ਬੰਦ ਕਰਕੇ ਕਹਿਣ ਲੱਗਾ ਵੀ ਸਿੱਕਾ ਜਿਹੜਾ ਨਾ ਉਹ ਚਮੜੇ ਦਾ ਚਲਾ ਰਿਹਾ, ਨਾ ਚਾਂਦੀ ਦਾ, ਨਾ ਤਾਂਬੇ ਦਾ, ਨਾ ਸੋਨੇ ਦਾ, ਸਿੱਕਾ ਚਮੜੇ ਦਾ ਉਹਨੇ ਚਲਾਤਾ। ਉਦੋਂ ਤੇ ਕਹਾਵਤ ਚਲੀ ਆਉਂਦੀ ਵੀ ਉਹਨੇ ਚੰਮ ਦੀਆਂ ਚਲਾ ਲਈਆਂ। ਤੋ ਖੜਗ ਸਿੰਘ ਨੂੰ ਭਗਵਾਨ ਕ੍ਰਿਸ਼ਨ ਜੀ ਕਹਿੰਦੇ ਵੀ ਤੂੰ ਬੜੀਆਂ ਚੰਮ ਦੀਆਂ ਚਲਾ ਲਈਆਂ ਨੇ, ਹੁਣ ਨਹੀਂ ਤੇਰੀਆਂ ਚੱਲਣ ਦੇਣੀਆਂ। ਹਾਂਜੀ, ਪੂਰਨ ਮੈਂ ਮਨ ਕੋ ਨਿਰਭੈ ਕੇ। ਕਹਿੰਦੇ ਤੂੰ ਰਣ ਦੇ ਵਿੱਚ ਨਿਰਭੈ ਹੋ ਕੇ ਬੜਾ ਕੁਝ ਕਰ ਲਿਆ, ਹੁਣ ਨਹੀਂ ਤੈਨੂੰ ਕਰਨ ਦਿਆਂਗੇ। ਹਾਂਜੀ, ਮਤ ਕਰੀ ਗਰਬੈ ਤਬ ਲਓ। ਕ੍ਰਿਸ਼ਨ ਜੀ ਕਹਿੰਦੇ ਓਏ ਖੜਗ ਸਿੰਘ, ਮਸਤ ਹਾਥੀ ਉਹਨਾਂ ਚਿਰ ਹੰਕਾਰ ਕਰਦਾ ਜਬ ਲਓ ਮ੍ਰਿਗਰਾਜ ਗਹਿਓ ਨਾਰਿ ਸਹਿ ਕੇ। ਜਿੰਨਾ ਚਿਰ ਬੱਬਰ ਸ਼ੇਰ ਆ ਕੇ ਉਹਦੀ ਸੁੰਡ ਨਹੀਂ ਫੜ ਲੈਂਦਾ, ਉਹਦੀ ਧੌਣ ਨਹੀਂ ਨੱਪ ਲੈਂਦਾ। ਹੁਣ ਮੈਂ ਆ ਗਿਆ ਬੱਬਰ ਸ਼ੇਰ ਤੇ ਖੜਗ ਸਿੰਘ ਤੇਰੇ ਹਾਥੀ ਦਾ ਜ਼ੋਰ ਨਹੀਂ ਚੱਲਣਾ ਹੁਣ। ਕਾਹੇ ਕੋ ਪ੍ਰਾਨਨ ਸੋ ਧਨ ਖੋਵਤ। ਕਿਉਂ ਆਪਣੇ ਪ੍ਰਾਣ ਗਵਾਨਾ, ਆਪਣੀ ਜਾਨ ਗਵਾਨਾ। ਜਾਓ ਭਲੇ ਹਥਿਆਰ ਰਹਿ ਕੇ। ਆ ਜਿਹੜੇ ਆਪਣੇ ਹਥਿਆਰ ਨੇ ਮੈਨੂੰ ਦੇ ਦੇ ਤੇ ਜਾ ਆਪਣੇ ਘਰ ਚਲਾ ਜਾ, ਤੂੰ ਹੁਣ ਮੇਰੇ ਸਾਹਮਣੇ ਖੜ ਨਹੀਂ ਸਕੇਗਾ ਖੜਗ ਸਿੰਘ। ਯੋ ਸੁਣ ਕੇ ਹਰ ਕੀ ਬਤੀਆ। ਕ੍ਰਿਸ਼ਨ ਭਗਵਾਨ ਦੀਆਂ ਇਹ ਗੱਲਾਂ ਸੁਣ ਕੇ ਤਬ ਹੀ ਨ੍ਰਿਪ ਉੱਤਰ ਦੇਤ ਭਇਓ ਹੈ। ਅੱਗੋਂ ਬੱਬਰ ਸ਼ੇਰ ਕੋ ਕਿਹੜਾ ਘੱਟ ਸੀਗਾ, ਉਹ ਫੇਰ ਗਰਜ ਕੇ ਬੋਲਿਆ, ਕਾਹੇ ਕੋ ਸ਼ੋਰ ਕਰੇ ਰਨ ਮੈਂ। ਓਏ ਕ੍ਰਿਸ਼ਨ, ਕਿਉਂ ਸ਼ੋਰ ਮਚਾਉਂਦਾ, ਕਿਉਂ ਰੌਲਾ ਪਾਉਂਦਾ, ਕਿਉਂ ਐਵੇਂ ਤੂੰ ਕਮਲੇ ਵਾਲੀਆਂ ਗੱਲਾਂ ਕਰਦਾ। ਹਾਂਜੀ, ਬਨ ਮੈਂ ਜਨ ਕਾਹੂ ਨੇ ਲੂਟ ਲਿਓ ਹੈ। ਇੰਜ ਲੱਗਦਾ ਜਿਵੇਂ ਕਿਸੇ ਬਾਣੀਏ ਨੂੰ ਰਾਜ ਕਿਸੇ ਨੇ ਲੁੱਟ ਲਿਆ ਹੋਵੇ ਨਾ ਤੇ ਉਹ ਰੌਲਾ ਪਾਉਂਦਾ।
ਤੈਨੂੰ ਤਾਂ ਕਿਸੇ ਨੇ ਲੁੱਟ ਲਿਆ, ਤੂੰ ਤੇ ਉਹਦਾ ਰੌਲਾ ਪਾ ਰਿਹਾ। ਹਾਂਜੀ, ਬੋਲਤ ਹੋ ਹਟ ਕੇ ਸੱਟ ਜਿਉ, ਹੱਥ ਕਰਕੇ ਸਕੂਲ ਖਾਤਰਾ ਬੋਲਦਾ ਹੈ ਮੇਰੇ ਸਾਹਮਣੇ। ਹਾਂਜੀ, ਹਮ ਤੇ ਕਈ ਵਾਰ ਨ ਭਾਜ ਗਇਓ ਹੈ, ਮੇਰੇ ਕੋਲ ਕਈ ਵਾਰੀ ਭੱਜਿਆ ਤੂੰ, ਹੁਣ ਫਿਰ ਮੇਰੇ ਸਾਹਮਣੇ ਆ ਕੇ ਫੜਾ ਮਾਰਦਾ। ਹਾਂਜੀ, ਨਾਮ ਪਰਿਓ ਬ੍ਰਿਜਰਾਜ ਬ੍ਰਿਥਾ, ਐਵੇਂ ਹੀ ਤੇਰਾ ਨਾਮ ਬ੍ਰਿਜਰਾਜ, ਬ੍ਰਿਜ ਦਾ ਰਾਜਾ ਬਣੇ, ਝੂਠਾ ਹੀ ਨਾਮ ਹੈ ਤੇਰਾ। ਬਿਨ ਲਾਜ ਸਮਾਜ ਮੈਂ ਆਜ ਖਾਇਓ ਹੈ, ਆ ਮੈਂ ਤਾਂ ਤੈਨੂੰ ਬੜਾ ਬੇਸ਼ਰਮ ਵੇ ਸਮਝਦਾ ਜਿਹੜਾ ਭੱਜ ਕੇ ਫਿਰ ਆ ਗਿਆ। ਹਾਂਜੀ, ਖੜਗੇਸ ਬਾਚ ਖੜਗ ਸਿੰਘ ਕਹਿੰਦਾ ਹੈ। ਸਵਈਆ ਹਾਂਜੀ, ਕਾਹੇ ਕਉ ਕ੍ਰੋਧ ਸੋ ਯੁੱਧ ਕਰੋ, ਕਹਿੰਦਾ ਕਿਉਂ ਗੁੱਸੇ ਨਾਲ ਯੁੱਧ ਕਰਦਾ ਹੈ? ਹਰ ਜਾਹੋ ਭਲੇ ਦਿਨ ਕੋ ਇੱਕ ਕੀਜੈ, ਕ੍ਰਿਸ਼ਨ ਆਪਣੇ ਘਰ ਚਲਾ ਜਾ, ਕੁਝ ਦਿਨ ਜੀ ਲੈ ਮੌਜ ਨਾਲ, ਜ਼ਿੰਦਗੀ ਮਾਣ ਲੈ। ਮੇਰੇ ਨਾਲ ਛੇੜਖਾਨੀ ਕਰੇਗਾ ਤੇ ਅੱਜ ਹੀ ਤੇਰਾ ਕੰਮ ਤਮਾਮ ਕਰ ਦੇਣਾ। ਹਾਂਜੀ, ਬੈਸ ਕਿਸ਼ੋਰ ਮਨੋਹਰ ਮੂਰਤ, ਇਹ ਕ੍ਰਿਸ਼ਨ ਤੂੰ ਸੋਹਣਾ ਬੜਾ, ਤੇਰੀ ਕਿਸ਼ੋਰ ਉਮਰ ਹੈ, ਚੜ੍ਹਦੀ ਜਵਾਨੀ ਦੀ, ਤੇਰੀ ਸੂਰਤ ਬੜੀ ਸੋਹਣੀ ਹੈ, ਤੇਰੇ ਵਰਗੇ ਸੋਹਣੇ ਮੁੰਡੇ ਨੂੰ ਮਾਰਨ ਨੂੰ ਮੇਰਾ ਜੀਵ ਹੀ ਨਹੀਂ ਕਰਦਾ। ਕਹਿੰਦਾ ਹਾਂਜੀ, ਆਨੰਦ ਮੈਂ ਅਬ ਹੀ ਮਸ ਪੀਜੈ, ਆ ਤੇਰੇ ਮੂੰਹ ਤੇ ਮਾੜੀ ਮਾੜੀ ਮੁੱਛ ਫੁੱਟਦੀ ਪਈ ਹੈ, ਦਾੜੀ ਆ ਰਹੀ ਹੈ, ਤੇ ਸੋੜ ਜਾ ਬੱਚਾ ਹੈ ਤੂੰ ਤੇ ਤੈਨੂੰ ਮਾਰਾਂਗਾ, ਮੇਰਾ ਮਨ ਦੁਖੀ ਹੋਵੇਗਾ, ਮੈਂ ਤੈਨੂੰ ਮਾਰਨਾ ਨਹੀਂ ਚਾਹੁੰਦਾ, ਜਾ ਘਰ ਚਲਾ ਜਾ। ਕਹਿੰਦਾ ਹਾਂਜੀ, ਜਾਈਏ ਧਾਮ ਸੁਨਹੁ ਕਨ ਸਿਆਮ, हे ਕ੍ਰਿਸ਼ਨ ਘਰ ਚਲੇ ਜਾਓ। ਹਾਂਜੀ, ਵਾਪਸ ਜਾ ਕੇ ਆਪਣੇ ਘਰ ਆਪਣੇ ਮਾਂ-ਬਾਪ ਕੋਲ ਰਹੋ। ਹਾਂਜੀ, ਵਿਸਰਾਮ ਕਰੋ ਸੁਖ ਅੰਮ੍ਰਿਤ ਪੀਜੈ, ਆਰਾਮ ਨਾਲ ਸੌਂ ਜਾ। ਜੇ ਤੇਰੀ ਹੱਸਣ ਖਸਣ ਖੇਡਣ ਦੀ, ਗੁੱਲੀ ਡੰਡਾ ਖੇਡਣ ਦੀ ਉਮਰ ਹੈ, ਜੰਗ ਕਰਨ ਦੀ ਉਮਰ ਨਹੀਂ ਤੇਰੀ ਅਜੇ। ਕਹਿੰਦਾ ਹਾਂਜੀ, ਨਾਹਕ ਪ੍ਰਾਨ ਤਜੋ ਰਨ ਮੈਂ, ਐਵੇਂ ਨਾ ਮਾਰਿਆ ਜਾਈ ਮੇਰੇ ਹੱਥੋਂ ਬੇਲੋੜਾਈ। ਹਾਂਜੀ, ਆਪਣੇ ਪਿਤ ਮਾਤ ਅਨਾਥ ਨ ਕੀਜੈ, ਆਪਣੇ ਮਾਂ-ਬਾਪ ਨੂੰ ਅਨਾਥ ਨਾ ਕਰੀ, ਵਿਚਾਰੇ ਬੁੱਢੇ ਬਾਰੇ ਪੁੱਤਰ ਨੂੰ ਰੋਂਦੇ ਫਿਰਨਗੇ। ਹਾਂਜੀ, ਸਵਈਆ ਕਾਹੇ ਕਉ ਕਾਨ ਅਯੋਧਨ ਮੈਂ, ਹਰੇ ਕ੍ਰਿਸ਼ਨ ਕਾਹਨੂੰ ਜੰਗ ਵਿੱਚ ਆਉਣਾ ਮੇਰੇ ਸਾਹਮਣੇ। ਹਾਂਜੀ, ਹਠ ਕੈ ਹਮ ਸੋਰਨ ਧੁੰਦ ਮਚੈ ਹੋ, ਕਿਉਂ ਹੱਥ ਕਰਦਾ, ਕਿਉਂ ਜਿੱਦ ਕਰਦਾ ਮੇਰੇ ਨਾਲ ਜੰਗ ਕਰਨ ਦੀ? ਤੇਰੀ ਉਮਰ ਮੇਰੇ ਨਾਲ ਜੰਗ ਕਰਨ ਦੀ ਨਹੀਂ, ਤੂੰ ਅਨਟ੍ਰੇਨਡ ਜਾਂ ਮੁੰਡਾ ਜਾਂ ਲੂਆ ਜਾਂ ਘਬਰੂੜ ਜਾ, ਮੇਰੇ ਵਰਗੇ ਸੂਰਮੇ ਦੇ ਸਾਹਮਣੇ ਕਿੱਥੇ ਖੜੇਗਾ ਤੂੰ? ਹਾਂਜੀ, ਯੁੱਧ ਕੀ ਬਾਤ ਬੁਰੀ ਸਭ ਤੇ, ਖੜਗ ਸਿੰਘ ਕਹਿੰਦਾ ਉਹ ਕ੍ਰਿਸ਼ਨ ਯੁੱਧ ਕੀ ਬਾਤ ਬੁਰੀ ਸਭ ਤੇ, ਯੁੱਧ ਦੀ ਬਾਤ ਸਭ ਤੋਂ ਬੁਰੀ ਹੁੰਦੀ ਹੈ, ਤਬਾਹੀਆਂ ਹੀ ਮਚਦੀਆਂ ਨੇ, ਬਰਬਾਦੀਆਂ ਹੀ ਹੁੰਦੀਆਂ ਨੇ, ਰੋਣੇ ਹੀ ਪੈਂਦੇ ਨੇ, ਸਿਆਪੇ ਹੀ ਪੈਂਦੇ ਨੇ। ਹਾਂਜੀ, ਹਰ ਕ੍ਰੋਧ ਕੀਏ ਨਾ ਕਛੂ ਫਲ ਪੈ ਹੋ, ਮਾੜਾ ਜਿਹਾ ਗੁੱਸਾ ਜਿਹਾ ਕਰਕੇ ਜਿਹੜਾ ਤੂੰ ਭੁੜਕ ਰਿਹਾ ਨਾ, ਇਹਦਾ ਤੈਨੂੰ ਕੋਈ ਫਲ ਨਹੀਂ ਮਿਲਣਾ, ਮੇਰੇ ਵਰਗੇ ਸੂਰਮੇ ਦੇ ਸਾਹਮਣੇ ਤੇਰੀ ਕੋਈ ਪੇਸ਼ ਨਹੀਂ ਜਾਣੀ। ਹਾਂਜੀ, ਜਾਣਤ ਹੋ ਅਬ ਯਾ ਰਨ ਮੈਂ, ਜਾਣਦਾ ਵੀ ਹੈ ਤੂੰ ਕਿ ਇਸੇ ਲੜਾਈ ਵਿੱਚ ਹੁਣੇ ਹੀ ਹਮ ਸੋ ਲੜ ਕੇ ਤੁਮ ਜੀਤ ਨਾ ਜੈ ਹੋ, ਤੈਨੂੰ ਪਤਾ ਵੀ ਤੂੰ ਮੇਰੇ ਨਾਲ ਲੜ ਕੇ ਜਿਉਂਦਾ ਜਾ ਵੀ ਨਹੀਂ ਸਕਦਾ। ਇੰਨੀ ਤੈਨੂੰ ਸਮਝ ਹੋਣੀ ਚਾਹੀਦੀ, ਅਕਲ ਹੋਣੀ ਚਾਹੀਦੀ ਹੈ। ਜਾਹੋ ਤੋ ਭਾਜ ਕੇ ਜਾਹੋ ਅਬੈ, ਜਾ ਖੜਗ ਸਿੰਘ ਜੇ ਜਾਣਾ ਤਾਂ ਭੱਜ ਕੇ ਹੁਣ ਚਲਾ ਰੱਖਣਾ। ਹੈ ਕ੍ਰਿਸ਼ਨ ਜੇ ਜਾਣਾ ਤਾਂ ਚਲਾ ਜਾ। ਖੜਗ ਸਿੰਘ ਕਹਿੰਦਾ ਜਾ ਹੁਣ ਚਲਾ ਜਾ ਭੱਜ ਕੇ, ਨਹੀਂ ਅੰਤ ਕੋ ਅੰਤ ਕੇ ਧਾਮ ਸਿਧੈ ਹੋ, ਨਹੀਂ ਤਾਂ ਫਿਰ ਸ਼ਾਮ ਕਹਿੰਦੇ ਵੇਖੀ ਆ, ਹੁਣੇ ਹੀ ਅੰਤ ਦੇ ਧਾਮ ਪਹੁੰਚਾ ਦਿਆਂਗਾ। ਸਵਈਆ ਯੋਂ ਸੁਨ ਕੇ ਹਰ ਚਾਂਪ ਲਿਓ, ਇਹ ਸੁਣ ਕੇ ਕ੍ਰਿਸ਼ਨ ਨੂੰ ਬੜਾ ਗੁੱਸਾ ਚੜਿਆ, ਉਹਨੇ ਭਾਰੀ ਧਨਸ ਫੜਿਆ ਹੱਥ ਵਿੱਚ। ਕਾਨ ਕੇ ਬਾਨ ਕੋ ਖੈਂਚ ਚਲਾਇਓ, ਕ੍ਰਿਸ਼ਨ ਜੀ ਦੇ ਕੰਨਾਂ ਦਾ ਹੀ ਖਿੱਚ ਕੇ ਤੀਰ ਛੱਡਿਆ, ਉਪਤ ਕੋ ਹਰ ਘਾਇਲ ਕੀਨੋ, ਔਰ ਜਾਂਦਿਆਂ ਰਾਜੇ ਖੜਗ ਸਿੰਘ ਨੂੰ ਤੀਰ ਵੱਜਾ ਕ੍ਰਿਸ਼ਨ ਦਾ, ਖੜਗ ਸਿੰਘ ਜ਼ਖਮੀ ਹੋ ਗਿਆ। ਐ ਸ੍ਰੀ ਪਤ ਕੋ ਨ੍ਰਿਪ ਘਾਇ ਲਗਾਇਓ, ਉਹਨੇ ਵੀ ਅੱਗੋਂ ਪਲਟਵਾਰ ਕੀਤਾ, ਨਾਲ ਦੇ ਨਾਲ ਇਧਰੋਂ ਤੀਰ ਗਿਆ, ਉਧਰੋਂ ਵੀ ਤੀਰ ਆਇਆ, ਕ੍ਰਿਸ਼ਨ ਨੂੰ ਆ ਵੱਜਾ। ਵੀਰ ਤੂੰ ਦੇ ਠੌਰ ਵਿਖੇ, ਦੋਵਾਂ ਪਾਸਿਆਂ ਦੇ ਸੂਰਮੇ ਅਬਰਾਮ ਭਨੈ ਅਚ ਦੁੱਧ ਮਚਾਇਓ, ਯੁੱਧ ਕਰਨ ਲੱਗੇ ਦੋਵੇਂ ਸੂਰਮੇ। ਦਸਵੇਂ ਪਾਤਸ਼ਾਹ ਕਹਿੰਦੇ ਹਨ ਬਾਣ ਅਪਾਰ ਚਲੇ ਦਹੂ ਔਰਤ, ਦੋਵਾਂ ਪਾਸਿਆਂ ਤੋਂ ਅਪਾਰ ਹੀ ਤੀਰ ਚੱਲ ਰਹੇ, ਅਣਗਿਣਤ ਤੀਰ ਚੱਲ ਰਹੇ ਨੇ। ਅਪਰਨ ਜਿਉ ਦੇਵ ਮੰਡਲ ਛਾਇਓ, ਜਿਵੇਂ ਬੱਦਲ ਆਕਾਸ਼ ਵਿੱਚ ਵਸਦੇ ਨੇ, ਇਵੇਂ ਸਾਰਾ ਆਕਾਸ਼ ਮੰਡਲ ਤੀਰਾਂ ਨਾਲ ਛਾ ਗਿਆ ਹੈ। ਸਵਈਆ ਸ੍ਰੀ ਜਦ ਵੀਰ ਸਹਾਇ ਕੇ ਕਾਜ, ਕਹਿੰਦੇ ਭਗਵਾਨ ਕ੍ਰਿਸ਼ਨ ਦੀ ਮਦਦ ਵਾਸਤੇ ਜਿਨੋਂ ਬਰ ਵੀਰਨ ਤੀਰ ਚਲਾਏ, ਜਿਨ੍ਹਾਂ ਸੂਰਮਿਆਂ ਨੇ ਤੀਰ ਚਲਾਏ ਨੇ, ਭੂਪਤ ਏਕ ਨਾ ਬਾਣ ਲੱਗਿਓ, ਉਹ ਇੱਕ ਵੀ ਤੀਰ ਖੜਗ ਸਿੰਘ ਨੂੰ ਲੱਗਾ ਹੀ ਨਹੀਂ। ਖੜਗ ਸਿੰਘ ਤੱਕ ਤੀਰ ਅੱਪੜਦਾ ਹੀ ਨਹੀਂ। ਹਾਂਜੀ, ਲੱਖ ਦੂਰ ਤੇ ਬੰਨਨ ਸੋ ਬਹੁ ਕਾਏ, ਉਹ ਆਪਣੇ ਤੀਰਾਂ ਨਾਲ ਹੀ ਤੀਰਾਂ ਨੂੰ ਰੋਕ ਦਿੰਦਾ ਸੀ।
ਜਿੱਧਰੋਂ ਤੀਰ ਆਉਂਦੇ ਉਧਰ ਤੀਰਾਂ ਦੀ ਵਰਖਾ ਕਰਕੇ ਤੀਰ ਚਲਾਉਣ ਵਾਲੇ ਦੀ ਹੋਸ਼ ਭੁਲਾ ਦਿੰਦਾ ਸੀ। ਹਾਂਜੀ, ਧਾਏ ਪਰੀ ਬਹੁ ਜਾਦਵ ਸੈਨ, ਜਾਦਵਾਂ ਦੀ ਸੈਨ ਹਜ਼ਾਰਾਂ ਦੀ ਤਾਦਾਦ 'ਚ ਦੌੜ ਕੇ ਪਈ ਖੜਗ ਸਿੰਘ ਵੱਲ। ਧਵਾਏ ਕੈ ਸਿੰਦਨ ਚਾਪ ਚੜਾਏ, ਬੜੇ ਬੜੇ ਰੱਥ ਦੁੜਾ ਦੁੜਾ ਕੇ ਕਮਾਨ ਚਲਾਉਂਦੇ ਹਨ। ਆਵਤ ਸਿਆਮ ਭਨੈ ਰਿਸ ਕਹਿੰਦੇ ਸ੍ਰੀ ਦਸਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਆਉਂਦੇ ਹੋਈ ਸੈਨਾ ਨੂੰ ਵੇਖ ਕੇ ਖੜਗ ਸਿੰਘ ਸੋ ਪਲ ਮੈਂ ਦਲ ਪੈਦਲ ਘਾਏ, ਮਿੰਟ ਵਿੱਚ ਹੀ ਮਾਰ ਸੁੱਟਦਾ ਸੀਗਾ। ਸੋ ਸਾਧ ਸੰਗਤ ਜੀ, ਇਸ ਪ੍ਰਕਾਰ ਦੇ ਨਾਲ ਇਹ ਯੁੱਧ ਹੋ ਰਿਹਾ ਹੈ। ਗੁਰੂ ਸੱਚੇ ਪਾਤਸ਼ਾਹ ਕਲਗੀਧਰ ਜੀ ਮਹਾਰਾਜ ਦੀ ਵਿਆਖਿਆ ਕਰ ਰਹੇ ਨੇ ਬੜੇ ਵੀਰ ਰਸ ਢੰਗ ਨਾਲ। ਇਹ ਸੂਰਮਿਆਂ ਦਾ ਅਧਿਕਾਰ ਹੈ ਇਸ ਗ੍ਰੰਥ ਉੱਤੇ, ਤੇ ਇਹਦੀ ਸਮਝ ਵੀ ਜਦੋਂ ਅਸੀਂ ਸੁਣਾਂਗੇ ਬਾਰ-ਬਾਰ, ਗੁਰੂ ਕਿਰਪਾ ਕਰੇਗਾ ਕਲਗੀਧਰ ਪਾਤਸ਼ਾਹ, ਤੇ ਸਮਝ ਆਵੇਗੀ ਵੀ ਕਿੱਦਾਂ ਦੀ ਉਹ ਬਿਰਤੀ ਵਿੱਚੋਂ ਇਹ ਬਾਣੀ ਨਿਕਲੀ ਹੈ ਤੇ ਕਿੱਦਾਂ ਦੇ ਉਹ ਸੂਰਮੇ ਸਨ। ਤੇ ਇਸ ਬਾਣੀ ਵਿੱਚੋਂ ਹੀ ਉਹ ਸਿੰਘ ਨਿਕਲੇ ਸਨ ਜਿਨ੍ਹਾਂ ਨੇ ਚਮਕੌਰ ਦੇ ਜੰਗ ਵਿੱਚ ਕਰਾਮਾਤਾਂ ਦਿਖਾਈਆਂ ਸਨ। ਤੇ ਉਹੀ ਸਿੰਘ ਸਾਧ ਸੰਗਤ ਜੀ ਅੱਜ ਤੱਕ ਇਹ ਬਾਣੀ ਪੜ੍ਹ ਕੇ ਬੜੇ ਬੜੇ ਤਗੜੇ ਮੋਰਚੇ ਫਤਿਹ ਕਰਦੇ ਰਹੇ। ਸੋ ਆਪਾਂ ਅੱਗੇ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ ਜੀ। ਹੇ ਗੋਬਿੰਦ, ਹੇ ਗੋਪਾਲ।